उपकार सिंह जी श्रोमणी अकाली दल अमृतसर तो जुड़े हुए ने। उपकार जी जे तुहानू मेरी आवाज मिल पा रही है थोड़ा जिहा, क्योंकि तुहाडी जथेबंदी ते वारिस पंजाब दे जथेबंदी नाल नाल चलदियां ने ते किते ना किते इकट्ठे भी हो। पंजाब दे लोकां नू जे थोड़ा जिहा आपां समझा सकीए सर व्हाट एग्जैक्टली इज हैपनिंग। इस तरह जी एक ते पुलिस ने जिहड़ा पुलिस दावा कर रही आ ਉਹਦੇ ਆਪਣੇ ਦਾਅਵਿਆਂ 'ਚ ਹੀ ਸ਼ੰਕੇ ਨੇ ਕਿ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬਰੀਜ਼ਾ ਗੱਡੀ ਦੇ ਵਿੱਚੋਂ 4 ਜਾਣਿਆਂ ਨੇ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। 4 ਅਰੈਸਟ ਕੀਤੇ ਵੀ ਵਿਖਾਏ ਗਏ ਆ, ਪਰ ਉਹਨਾਂ 4 ਚੋਂ ਕਿਸੇ ਦੀ ਵੀ ਸਟੇਟਮੈਂਟ ਨਹੀਂ ਸਾਹਮਣੇ ਲਿਆਂਦੀ ਗਈ। ਕੋਈ ਸਾਹਮਣੇ ਉਹਨਾਂ ਕੋਲ ਪਛਾਉਂਦੇ ਉਹ ਦੱਸਦੇ ਵੀ ਵਾਕਿਆ ਹੀ ਅਸੀਂ ਭਜਾਇਆ। ਸੋ ਇਹ ਇੱਕ ਬੜਾ ਵੱਡਾ ਸ਼ੰਕਾ ਇਹ ਵੀ ਕ੍ਰੀਏਟ ਕਰਦੀ ਆ। ਔਰ ਇਹ ਸਾਨੂੰ ਖਦਸ਼ਾ ਆ ਕਿ ਪਪਲਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ, ਕਿਉਂਕਿ ਦੋਨੋਂ ਖਾਲਸਾ ਵਹੀਰ 'ਚ ਐਕਟਿਵ ਸਨ ਔਰ ਉਹ ਪਹਿਲੇ ਦਿਨ ਹੀ ਅਰੈਸਟ ਹੋ ਗਏ ਸਨ, ਫੜ ਲਏ ਗਏ ਸਨ। ਜਾਣ ਬੁੱਝ ਕੇ ਇਹਨਾਂ ਨੂੰ ਕੋਈ ਡਰਿਆ ਸਾਨੂੰ ਕਿ ਕੋਈ ਇਸ ਤਰ੍ਹਾਂ ਦਾ ਕਿਤੇ ਨੁਕਸਾਨ ਨਾ ਕਰਦੇ ਪੁਲਿਸ, ਜਿਵੇਂ ਕਿ ਪਿਛਲੇ ਸਮਿਆਂ 'ਚ ਹੁੰਦਾ ਆਇਆ। ਜਸਵੰਤ ਸਿੰਘ ਖਾਲੜਾ ਦੇ ਬਾਰੇ ਅੱਜ ਤੱਕ ਕਦੀ ਕਿਸੇ ਨੇ ਕੋਈ ਦੱਸਿਆ ਨਹੀਂ ਸੀ ਕਿ ਉਹ ਕਿੱਥੇ ਗਿਆ। ਇਹ ਖਦਸ਼ਾ ਆ ਸਾਰੀ ਕੌਮ ਨੂੰ ਹੀ, ਸਾਰੇ ਉਹਦੇ ਸਮਰਥਕਾਂ ਨੂੰ। ਔਰ ਜਿਹੜੀ ਇਹ ਰੇੜੀ ਦੇ ਉੱਤੇ ਜਾਂਦਾ ਵਿਖਾਇਆ ਜਾ ਰਿਹਾ ਹੈ, ਉਹ ਕਿੰਨਾ ਮਤਲਬ ਇੱਕ ਆਮ ਅਨਪੜ੍ਹ ਬੰਦਾ ਵੀ ਅੰਦਾਜ਼ਾ ਲਾ ਲਿਆ ਕਿ ਇੰਨੀ ਪੁਲਿਸ ਦਾ ਘੇਰਾ ਪਿਆ ਹੋਇਆ ਆ। ਇੱਕ ਆਦਮੀ ਰੇੜੀ ਤੇ ਇਕੱਲਾ ਸੜਕ ਦੇ ਉੱਤੇ ਉਹ ਦਿਸ ਰਿਹਾ ਤੇ ਪੁਲਿਸ ਨੂੰ ਨਹੀਂ ਪਤਾ ਲੱਗਦਾ, ਉਹਨੂੰ ਸ਼ੱਕ ਨਹੀਂ ਪੈਂਦਾ ਵੀ ਕੋਈ ਬੰਦਾ ਜਾ ਰਿਹਾ ਹੈ। ਐਕਚੁਅਲੀ ਗੱਲ ਇਹ ਹੈ ਕਿ 1984 ਦੇ ਵਿੱਚ ਜਿਸ ਤਰੀਕੇ ਨਾਲ ਸਿੱਖ ਕਮਿਊਨਿਟੀ ਨੂੰ ਸਾਰੇ ਭਾਰਤ ਵਿੱਚ ਬਦਨਾਮ ਕਰ ਦਿੱਤਾ ਗਿਆ ਸੀ ਤੇ ਵੋਟਾਂ ਲੈਣ ਦੇ ਲਈ, ਅੱਜ ਫਿਰ ਹੁਣ 2024 ਚ ਵੋਟਾਂ ਦਾ ਵੇਲਾ ਆਇਆ ਆ। ਔਰ ਬੜੇ ਗਲਤ ਤਰੀਕੇ ਨਾਲ ਇੱਕ ਆਮ ਜਿਹੇ ਬੰਦੇ, ਕੋਈ ਪੱਠੇ ਵਾਢਿਆ, ਕੋਈ ਉਹਦੇ ਨਾਲ ਸਿਕਿਉਰਿਟੀ ਉਹਦੀ ਦੇ ਲਈ ਖੜਾ ਸੀ, ਉਹ ਸਾਰਿਆਂ ਦੇ ਉੱਤੇ NSA ਲਾ ਦਿੱਤੀ ਗਈ ਆ। ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੋਇਆ, ਕੋਈ ਐਕਟੀਵਿਟੀ ਨਹੀਂ ਹੋਈ। सर सवाल लियो, फिर सवाल लियो सर, क्राइम होया नहीं, कोई एक्टिविटी होई नहीं। सर 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 सवाल लो सर कृपा करके, कोई क्राइम नहीं होया, एक्टिविटी नहीं हुई, फिर आप डर का तो रहे हैं सर, पहला सवाल। दूजा, जे वो काम चंगे करदा सीगा ते फिर खड़ जांदा ना, चंगे काम करन वाले बंदे नूं ते फिर उन्हां चंगे कामां ते पैरा देना चाहिदा सी ना सर। इस तरीके दे नाल हुण मैं कहना नहीं चाहदा कि दुम-दुमा के भज रहा है, फिर आप तो क्यों भज रहा सर? ਜਦੋਂ ਪੁਲਿਸ ਗਲਤ ਤਰੀਕਾ ਅਖਤਿਆਰ ਕਰ ਰਹੀ ਹੈ, ਕਿਹੜਾ ਗਲਤ ਤਰੀਕਾ ਸਰ? ਸਿਖਰ ਦੁਪਹਿਰੇ ਕਿੱਟੇ ਦਿਨ ਅਗਰ ਪੁਲਿਸ ਜਾ ਰਹੀ ਹੈ, ਗਲਤ ਤਰੀਕਾ ਕੀ ਹੋਇਆ ਸਰ? ਘਰ ਵਿੱਚੋਂ ਕਿਉਂ ਨਹੀਂ ਅਰੈਸਟ ਕਰ ਲਿਆ ਗਿਆ? सर सर ਤੁਸੀਂ ਪਹਿਲੇ ਸਵਾਲ ਲੈ ਲਓ ਫਿਰ ਦੱਸ ਦਿਓ, ਪਹਿਲੇ ਸਵਾਲ ਲੈ ਲਓ ਫਿਰ ਦੱਸ ਦਿਓ, मैं बाकी मैंने इसको भी जाना है। सर पुलिस अगर सवेरे आ रही है, दिन दिहाड़ी आ रही है, राती जाके नहीं चुक रही है, एक गल है। पुलिस सवेरे आ रही है, सवेरे आके ਤੁਹਾਨੂੰ अगर रोक रही है, डिटेन करने ਲਈ कह रही है, गल सुने बिना ही ਆਪਾਂ ਭੱਜ ਲਏ, ਪਹਿਲੇ ਸੁਣ ਤਾਂ ਲੈਂਦੇ। ਸਰ ਘਰ ਦਾ ਕੀ ਮਤਲਬ ਹੈ ਸਰ? ਇਹ ਤਾਂ ਪੁਲਿਸ ਨੇ ਦੇਖਣਾ, ਉਹਨੇ ਕਿੱਥੇ ਕਰਨਾ ਸਰ? ਇਟ ਇਜ਼ ਅਪ ਟੂ ਦਾ ਏਜੰਸੀਜ਼ ਜਿਹੜੀ ਆ ਲਾਅ ਐਂਡ ਆਰਡਰ ਨੂੰ ਲੈ ਕੇ ਚੱਲਦੀਆਂ, ਕਿਵੇਂ ਉਹਨਾਂ ਨੇ ਮੇਨਟੇਨ ਕਰਨਾ। ਘਰ ਦੀ ਕਿਹੜੀ ਗੱਲ ਹੈ? ਘਰ ਹੋਵੇ ਬਾਹਰ ਹੋਵੇ, ਸੀਗਾ ਤਾਂ ਪੰਜਾਬ ਨਾ। ਪ੍ਰੋਬਲਮ ਕੀ ਹੈ? ਪਿਛਲੇ ਸਮਿਆਂ 'ਚ ਬੜਾ ਕੁਝ ਬਚਿਆ। ਸਰ ਪਿਛਲੇ ਸਮਾਂ ਛੱਡੋ, ਅੱਜ ਦੀ ਗੱਲ ਕਰੋ ਸਰ। ਸਰ ਪਿਛਲਾ ਸਮਾਂ ਛੱਡੋ, ਅੱਜ ਦੀ ਗੱਲ ਕਰੋ। ਅੱਜ ਦੀ ਗੱਲ ਹੋ ਰਹੀ ਹੈ, 6 ਦਿਨ ਹੋ ਗਏ। ਹਾਂਜੀ, ਅੱਜ ਦੀ ਗੱਲ ਕੀ ਕਰਨੀ ਹੈ ਜੀ? ਸਰ ਅੱਜ ਜੋ ਹੋ ਰਿਹਾ ਕਿਉਂ ਭੱਜਿਆ? ਸਵਾਲ ਤਾਂ ਇਹ ਹੈ। ਤੁਸੀਂ ਕਹਿੰਦੇ ਪਿਛਲੇ ਸਮੇਂ 'ਚ ਹੁੰਦਾ ਸੀਗਾ ਸਰ, ਅੱਜ ਦਾ ਕੈਮਰਾ ਵੀ ਹੈ, ਤੁਸੀਂ ਵੀ ਬੈਠੇ ਹੋ, ਸਾਰੀ ਚੀਜ਼ਾਂ ਲਾਈਵ ਹੋ ਰਹੀਆਂ ਸਰ, ਆਪਾਂ ਦੇਖ ਰਹੇ ਹਾਂ। ਪਰ ਤੁਸੀਂ ਇਹ ਪੁਲਿਸ ਕਹਿੰਦੀ ਨਾ ਭੱਜਿਆ, ਅਸੀਂ ਕਹਿੰਦੇ ਫੜਿਆ, ਅਸੀਂ ਕਹਿੰਦੇ ਅਰੈਸਟ ਕੀਤਾ, ਉਹਨੂੰ ਸ਼ੋਅ ਨਹੀਂ ਕੀਤਾ ਗਿਆ। ਠੀਕ ਹੈ, ਤੁਸੀਂ ਕਹਿ ਰਹੇ ਹੋ ਫੜਿਆ ਗਿਆ। ਹੁਣੇ ਆਈਜੀ ਸਾਹਿਬ ਦੀ ਮੈਂ ਪੀਸੀ ਸੁਣ ਰਿਹਾ ਸੀਗਾ, ਉਹ ਕਹਿੰਦੇ ਸਾਡੇ ਉੱਪਰ ਸਵਾਲ ਆ ਰਹੇ ਸੀ ਪਤਾ ਨਹੀਂ ਪੁਲਿਸ ਨੇ ਫੜਿਆ। ਕਹਿੰਦੇ ਤੁਹਾਡੇ ਸਾਹਮਣੇ ਦੇਖ ਲਓ, ਵੀਡੀਓ ਫੁਟੇਜਿਸ ਆ ਰਹੀਆਂ, ਅੱਗੇ ਤੋਂ ਅੱਗੇ ਭੱਜੀ ਜਾ ਰਿਹਾ ਭੇਸ ਬਦਲ ਕੇ। ਕਹਿੰਦੇ ਅਸੀਂ ਕੀ ਕਰੀਏ, ਫੜ ਲਾਂਗੇ, ਚਲੋ ਕਾਨੂੰਨ ਦਾ ਤਾਂ ਲੰਮੇ ਹੁੰਦੇ ਆ। ਸਰੀਨ ਸਾਹਿਬ ਕਿਵੇਂ ਸਮਝੀਏ ਸਰ? ਆਲਰਾਈਟ ਸਰ, ਮੈਂ ਬਾਕੀਆਂ ਕੋਲ ਵੀ ਜਾਣਾ, ਆਈ ਟੇਕ ਦਾ ਪੁਆਇੰਟ ਸਰ, ਆਈ ਕਮ ਬੈਕ। ਸਰੀਨ ਸਾਹਿਬ ਕਿਵੇਂ ਸਮਝੀਏ, ਕਿਉਂਕਿ ਉਪਕਾਰ ਜੀ ਨੂੰ ਤਾਂ ਭਰੋਸਾ ਹੀ ਨਹੀਂ ਹੈ। ਕਹਿੰਦੇ ਪੁਲਿਸ ਨੇ ਫੜ ਲਿਆ, ਉਹ ਕਹਿੰਦੇ ਕ੍ਰਾਈਮ ਤਾਂ ਕੋਈ ਹੋਇਆ ਹੀ ਨਹੀਂ ਹੈ। ਸਰ ਫਿਰ ਹੋਇਆ ਨਹੀਂ ਤਾਂ ਸਰ ਫਿਰ ਆਪਾਂ ਭੱਜ ਕਾ ਤੋਂ ਰਹੇ ਹਾਂ? ਸਵਾਲ ਤਾਂ ਬਹੁਤ ਵੱਡਾ ਹੈ। गौरव जी, मैं समझदा कि ऑलमोस्ट भुल्लर साहब ने भी और अपने जगरूप जी ने भी और शायद ਜਿਹੜੇ ਇਹਨਾਂ ਦੇ ਉਪਕਾਰ ਸਿੰਘ ਜੀ ਨੇ ਵੀ 80 ਦਾ ਦਾਕਾ ਜਿਹੜਾ ਹੈਗਾ ਆਪਣੇ ਪਿੰਡਾਂ ਤੇ ਹੰਡਾਇਆ ਹੋਇਆ ਸਾਰਿਆਂ ਨੇ। ਔਰ ਕੋਈ ਵੀ ਪੰਜਾਬੀ ਇਹ ਨਹੀਂ ਚਾਹੇਗਾ ਕਿ 80 ਦਾ ਦਾਕਾ ਜਿਹੜਾ ਅਸੀਂ ਸਾਰਿਆਂ ਨੇ ਦੇਖਿਆ ਉਹ ਦੁਬਾਰਾ ਆਵੇ। ਔਰ ਪੰਜਾਬ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ कि अमन शांति रहे, भाईचारा कायम रहे, कोई किसी तरह का फिरकी तनाव ना हो। वो साडी सारे दी जिम्मेवारी बनती है।
ਔਰ ਅਸੀਂ ਅੱਜ ਇਹ ਗੱਲਾਂ ਕਰ ਰਹੇ ਹਾਂ ਜੀ ਕਿ ਉਹ ਫੜ ਲਿਆ ਕਰ ਲਿਆ, ਕਿੰਤੂ ਪਰੰਤੂ ਮੈਂ ਸਮਝਦਾ ਹੈਗਾ ਕਿ ਜਿੱਥੇ ਤੱਕ ਅਮਨ ਸ਼ਾਂਤੀ ਬਣਾਏ ਰੱਖਣ ਦਾ ਸਵਾਲ ਹੈ, ਜਿੱਥੇ ਆਪਸੀ ਭਾਈਚਾਰਾ ਬਣਾਏ ਰੱਖਣ ਦਾ ਸਵਾਲ ਹੈ, ਸਰਕਾਰ ਜੋ ਵੀ ਕਦਮ ਚੱਕੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਹੈ। ਲੇਕਿਨ ਉਹਦੇ ਨਾਲ ਨਾਲ ਅਸੀਂ ਸਰਕਾਰ ਕੋਲੋਂ ਇਹ ਵੀ ਉਮੀਦ ਕਰਦੇ ਹਾਂ ਕਿ ਕਿਸੇ ਨਾਲ ਕੋਈ ਨਜਾਇਜ਼ ਨਹੀਂ ਹੋਏਗੀ। ਬਿਲਕੁਲ ਕੋਈ ਬੱਚਾ ਜਿਹੜਾ ਹੈਗਾ ਵਾ ਸ਼ੱਕ ਦੇ ਆਧਾਰ ਤੇ ਜੇ ਕੀਤਾ ਹੈ, ਵੈਸੇ ਅੱਜ ਪੀਸੀ ਚ ਆਈਜੀ ਸਾਹਿਬ ਨੇ ਕਿਹਾ ਵੀ ਹੈ, ਲੇਕਿਨ ਸਾਡੀ ਵੀ ਇਹ ਮੰਗ ਹੈ ਕਿ ਕਿਸੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। ਲੇਕਿਨ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ, ਪੰਜਾਬ ਦੇ ਇੱਕ ਵਾਰੀ ਫੇਰ ਜਿਹੜਾ ਹੈਗਾ ਅਸੀਂ ਦਾ ਧਾਕਾ ਲਿਆਉਣਾ ਚਾਹੁੰਦੇ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਰ ਹੁਣ ਦੇਖੋ ਸਵਾਲ ਖੜੇ ਕਿੱਦਾਂ ਹੁੰਦੇ ਆ ਸਰ। ਅਸੀਂ ਆਪਣੇ ਸੂਬੇ ਨੂੰ, ਆਪਣੇ ਮੁਲਕ ਨੂੰ ਹਮੇਸ਼ਾ ਅੱਗੇ ਵਧਦੇ ਆ ਦੇਖਣਾ ਚਾਹੁੰਦੇ ਆ। ਹੁਣ ਅਗਰ ਤੁਸੀਂ ਬੁਲਟ ਪ੍ਰੂਫ ਜੈਕਟਸ ਰੱਖ ਰਹੇ ਹੋ, ਯੂ ਆਰ ਮੇਕਿੰਗ ਦਾ AKF ਫੋਰਸ। ਅੱਜ ਜਿਹੜੇ ਰੈਵੂਲੇਸ਼ਨਸ ਹੋਏ ਆ, ਉੱਥੇ ਬੰਦੂਕ ਚਲਾਉਣ ਦੀਆਂ ਟ੍ਰੇਨਿੰਗਾਂ ਹੋ ਰਹੀਆਂ ਆ, ਉੱਥੇ ਤੁਹਾਨੂੰ ਐਮੂਨੇਸ਼ਨ ਮਿਲਦਾ ਪਿਆ, ਪੈਸਾ ਫੋਰਨ ਤੋਂ ਫੰਡਿੰਗ ਕਰੋੜਾਂ ਰੁਪਏ ਤੁਹਾਡੇ ਕੋਲ ਆ ਰਿਹਾ ਹੈ। ਕਿਸ ਵਾਸਤੇ ਆ ਰਿਹਾ? ਤੇ ਦੇਸ਼ ਦੀ ਏਜੰਸੀਆਂ ਜਾਂਚ ਨਹੀਂ ਕਰਨਗੀਆਂ ਤੇ ਕਿਉਂ ਨਹੀਂ ਕਰਨਗੀਆਂ? ਤੇ ਜਦੋਂ ਜਾਂਚ ਕਰਕੇ ਉਹਨੂੰ ਪੁੱਛਣ ਜਾ ਰਹੇ ਆ ਤੇ ਬੰਦਾ ਭੱਜ ਰਿਹਾ। ਹੁਣ ਤੁਸੀਂ ਕਹਿੰਦੇ ਹੋ ਜੀ ਪੁਲਿਸ ਗਲਤ ਕਰ ਰਹੀ ਹੈ ਜਾਂ ਪੁਲਿਸ ਇਹ ਕਰ ਰਹੀ ਹੈ। ਸਰ ਕਾਈਂਡਲੀ ਟੇਕ ਮਾਈ ਕੁਐਸਚਨ। ਸਵਾਲ ਇਹ ਹੈ ਸਰ, ਅਗਰ ਅਸੀਂ ਵਿਸ਼ਵਾਸ ਕਰੀਏ ਤੇ ਕਿਸ ਤੇ ਕਰੀਏ ਸਰ? ਸਵਾਲ ਤਾਂ ਇਹ ਹੈ, ਬੰਦੇ ਫਿਰ ਦੋਨੋਂ ਹੋਣ ਨਾ ਸਰ, ਦੋਨੋਂ ਪੱਖ ਹੋਣਗੇ, ਦੋਨੋਂ ਦੇ ਸਵਾਲ ਸੁਣ ਲਾਂਗੇ। ਇੱਕ ਪੱਖ ਤਾਂ ਸਰ ਫਿਰ ਹੈ ਹੀ ਨਹੀਂ ਨਾ। ਅਗਰ ਉਹ ਹੁੰਦਾ, ਖੜਦਾ, ਕਹਿੰਦਾ ਤੇ ਸੁਣਦੇ ਤਾਂ ਤੇ ਖਾਂਦੇ ਵੀ। ਪਰ ਅੱਜ ਅਗਰ ਪੁਲਿਸ ਕਰ ਰਹੀ ਹੈ, ਲਾਅ ਅਬਾਈਡਿੰਗ ਏਜੰਸੀ ਹੈ, ਉਹਨਾਂ ਤੇ ਤਾਂ ਯਕੀਨ ਕਰਾਂਗੇ ਨਾ ਸਰ, ਜਿਹੜੇ ਕਾਨੂੰਨ ਨੂੰ ਅੱਗੇ ਲੈ ਕੇ ਜਾ ਰਹੇ। ਗੌਰਵ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਗੌਰਵ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜਿੱਥੇ ਤੱਕ ਅੰਮ੍ਰਿਤਪਾਲ ਦਾ ਸਵਾਲ ਹੈਗਾ, ਦੇਖੋ ਪੰਜਾਬ ਦੇ ਨੌਜਵਾਨਾਂ ਨੂੰ ਕਿੱਦਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਸੀਗੀ। ਆਪਾਂ ਸਾਰੇ ਤੁਹਾਡੇ ਡਿਬੇਟਸ ਵੀ ਹੋਈਆਂ ਔਰ ਤੁਹਾਡੇ ਚੈਨਲਸ ਔਰ ਬਾਕੀ ਚੈਨਲਸ ਨੇ ਵੀ ਦਿਖਾਇਆ ਕਿ ਜਿਹੜਾ ਸਿਰ ਦੇਣ ਨੂੰ ਤਿਆਰ ਹੈ ਮੇਰੇ ਨਾਲ ਉਹੀ ਆ ਕੇ ਖੜੇ, ਬਾਕੀ ਕੋਈ ਨਾ ਆਵੇ। ਸਹੀ ਹੈ ਗਲਤ ਹੈ ਉਹ ਇੱਕ ਆਪਾਂ ਅਲੱਗ ਤਰੀਕੇ ਨਾਲ ਦੇਖ ਲੈਂਦੇ ਆ। ਬਿਲਕੁਲ ਅੱਜ ਤੇ ਆਪ ਭਗੌੜਾ ਹੋਇਆ ਪਿਆ। ਕਿੱਥੇ ਗਏ ਉਹ ਸਿਰ ਦੇਣ ਵਾਲੇ? ਕਿੱਥੇ ਮੈਂ ਆ ਗਿਆ ਜੀ, ਮੈਂ ਮੇਰੇ ਨਾਲ ਖੜ ਜਾਓ ਜੀ, ਇਹ ਕਰ ਜਾਓ। ਜਿਹੜਾ ਆਪ ਹੀ ਭਗੌੜਾ ਹੈ ਉਹ ਤੇ ਇਹ ਸਮਝ ਲਓ ਕਿ ਸ਼ੇਰ ਦਾ ਬਾਣੇ ਦੇ ਵਿੱਚ ਗਿੱਦੜ ਸੀਗਾ ਜਿਹੜਾ ਐਕਸਪੋਜ਼ ਹੋ ਗਿਆ। ਔਰ ਜਿਸ ਤਰੀਕੇ ਦੇ ਨਾਲ ਉਸਨੇ ਅਜਨਾਲਾ ਦੇ ਵਿੱਚ ਤਸ਼ੱਦਦ ਕੀਤੀ, ਉਹਦੇ ਨਾਲ ਪੰਜਾਬ ਦੇ ਇੱਕ ਵਾਰੀ ਜ਼ਰੂਰ ਸਾਰੇ ਪੰਜਾਬੀ ਜਿਹੜੇ ਹੈਗੇ ਸੀਗੇ ਇੱਕ ਵਾਰੀ ਜ਼ਰੂਰ ਸਹਿਮੇ ਕਿ ਕਿਆ ਅਸੀਂ 80 ਦੇ ਦਸ਼ਕ ਵੱਲ ਤਾਂ ਨਹੀਂ ਜਾ ਰਹੇ। ਜਿਸ ਤਰੀਕੇ ਦੇ ਨਾਲ ਪੁਲਿਸ ਦੇ ਉੱਤੇ ਜਿਹੜਾ ਹੈਗਾ ਤਲਵਾਰਾਂ ਚਲਾਈਆਂ ਗਈਆਂ, ਲਾਠੀਆਂ ਚਲਾਈਆਂ ਗਈਆਂ, ਸਾਡੇ ਪੁਲਿਸ ਦੇ ਕਰਮੀ ਇੰਜਰਡ ਹੋਏ। ਅਸੀਂ ਤੇ ਕਹਿੰਦੇ ਆ ਕਿ ਇਹਦੇ ਤੇ ਪਹਿਲਾਂ ਹੀ ਐਕਸ਼ਨ ਕਰ ਲੈਣਾ ਚਾਹੀਦਾ ਸੀਗਾ। ਇਹ ਸਥਿਤੀ ਅੱਜ ਦੀ ਪੈਦਾ ਹੀ ਨਹੀਂ ਹੁੰਦੀ। ਲੇਕਿਨ ਠੀਕ ਹੈ, ਜੇ ਹੁਣ ਅੱਜ ਸਰਕਾਰ ਜਿਹੜੀ ਹੈ ਅਮਨ ਸ਼ਾਂਤੀ ਬਣਾਉਣ ਵਾਸਤੇ ਕੋਈ ਕਦਮ ਚੱਕੇਗੀ ਤੇ ਮੈਂ ਸਮਝਦਾ ਸਾਰੇ ਪੰਜਾਬੀਆਂ ਨੂੰ ਉਹਦੇ ਵਾਸਤੇ ਖੜਨਾ ਚਾਹੀਦਾ ਹੈ ਔਰ ਸਰਕਾਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਕਿਸੇ ਬੇਗੁਨਾਹ ਜਿਹੜਾ ਹੈਗਾ ਇਹਦੇ ਇਸ ਅਮਨ ਸ਼ਾਂਤੀ ਕਾਇਮ ਰੱਖਣ ਦੇ ਵਿੱਚ ਕੋਈ ਕਿਸੇ ਬੇਗੁਨਾਹ ਦੇ ਉੱਤੇ ਨਾ ਕੋਈ ਅਸੀਂ ਆ ਜਾਏ। ਸਾਨੂੰ ਕੌਸ਼ਸਲੀ ਚੱਲਣਾ ਪਏਗਾ। ਬਿਲਕੁਲ ਠੀਕ ਗੱਲ ਹੈ ਰਾਣਾ ਚਾਲ ਸਾਹਿਬ। ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਹੁਤ ਦਰੁਸਤ ਤੁਸੀਂ ਕਿਹਾ, ਕਿਉਂਕਿ ਕੋਈ ਬੇਗੁਨਾਹ ਜਿਹੜਾ ਹੈ ਨਾ ਸਰ, ਉਸ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਉਸ ਦੇ ਉੱਪਰ ਤਸ਼ੱਦਦ ਨਹੀਂ ਹੋਣੀ ਚਾਹੀਦੀ। 100% ਐਗਰੀ ਸਰ, ਇਹ ਤਾਂ ਹੋਣਾ ਵੀ ਚਾਹੀਦਾ, ਗੱਲ ਵੀ ਠੀਕ ਹੈਗੀ ਹੈ, ਕਿਉਂਕਿ ਕਾਨੂੰਨ ਹੈਗਾ ਆਪਣੇ ਦੇਸ਼ ਦੇ ਵਿੱਚ ਤੇ ਕਾਨੂੰਨ ਆਪਣਾ ਕੰਮ ਕਰਦਾ ਤੇ ਉਹਨੂੰ ਆਪਣਾ ਕੋਰਸ ਲੈਣਾ ਚਾਹੀਦਾ। ਚਾਲ ਸਾਹਿਬ ਕਿਵੇਂ ਸਮਝੀਏ? ਕਿਉਂਕਿ ਦੇਖੋ ਅਸੀਂ ਸਰਕਾਰ ਨੂੰ ਵੀ ਬੁਲਾਇਆ, ਸਰਕਾਰ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਬੁਲਾਇਆ ਸੀਗਾ ਤੇ ਰੋਜ਼ ਬੁਲਾਣੇ ਨਹੀਂ ਆਉਂਦੇ, ਉਹਨਾਂ ਦੀ ਮਰਜ਼ੀ ਹੈ। ਸਾਡਾ ਫਰਜ਼ ਹੈ, ਕਿਉਂਕਿ ਸਾਡਾ ਪਲੇਟਫਾਰਮ ਪੰਜਾਬ ਦਾ ਪਲੇਟਫਾਰਮ ਹੈ, ਸਾਰੀ ਪਾਰਟੀਆਂ ਨੂੰ ਇਨਵਾਈਟ ਕਰਨਾ ਆਪਣੇ ਵਿਚਾਰ ਰੱਖਣ ਦੇ ਲਈ। ਜਿਹੜੇ ਆਉਂਦੇ ਨੇ ਉਹ ਵੀ ਜੀ ਆਏ ਨੂੰ, ਜਿਹੜੇ ਨਹੀਂ ਆਉਂਦੇ ਇਹ ਉਹਨਾਂ ਦੀ ਮਰਜ਼ੀ ਹੈ। ਤੇ ਚਾਲ ਸਾਹਿਬ ਆਪਾਂ ਕਿਸ ਤਰੀਕੇ ਨਾਲ ਸਮਝੀਏ? 6 ਦਿਨ ਹੋ ਗਏ, ਅੰਮ੍ਰਿਤਪਾਲ ਐਬਸਕੌਂਡਿੰਗ ਹੈ, ਹੀ ਇਜ਼ ਔਨ ਦਾ ਰਨ, ਹੀ ਇਜ਼ ਐਸਕੇਪਿੰਗ। ਅੱਜ ਆਪਣੇ ਪੰਜਾਬ ਦੇ ਸ਼ਾਹਕੋਟ ਤੋਂ ਸ਼ਾਹਬਾਜ਼ ਪਹੁੰਚ ਗਿਆ। ਹੁਣ ਸ਼ਾਹਬਾਜ਼ ਤੋਂ ਪਤਾ ਨਹੀਂ ਇਹਨੇ ਕਿੱਥੇ ਕਿੱਥੇ ਜਾਣਾ ਹੈ, ਕਿਹੜੇ ਰਸਤੇ ਜਾਂਦਾ। 4 ਥਿਊਰੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਵੀ ਰਹੀਆਂ, ਕਿਤੇ ਨਾ ਕਿਤੇ ਹੀ ਇਜ਼ ਟ੍ਰਾਈਂਗ ਟੂ ਐਸਕੇਪ ਇੰਡੀਆ ਆਈ ਗੈਸ। ਕਿਵੇਂ ਦੇਖੀਏ ਸਰ? ਦੇਖੋ, ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਰੂਲਿੰਗ ਗਵਰਨਮੈਂਟ ਦਾ ਕੋਈ ਨੁਮਾਇੰਦਾ ਨਹੀਂ ਹੁੰਦਾ, ਇਹਦਾ ਮਤਲਬ ਇਹ ਉਹਨਾਂ ਕੋਲ ਇਸ ਗੱਲ ਦਾ ਜਵਾਬ ਹੈ ਨਹੀਂ। ਜੋ ਅੱਜ ਪੰਜਾਬ ਦਾ ਮਾਹੌਲ ਬਣਿਆ ਉਹਦਾ ਉਹਨਾਂ ਕੋਲ ਜਵਾਬ ਹੈ ਨਹੀਂ, ਤਾਂ ਹੀ ਉਹ ਆ ਕੇ ਕੱਲ ਦਾ ਕੁਝ ਪਰਚੀ ਕਰਨੇ ਦਿੰਦੇ ਨਹੀਂ। ਜਿਸ ਤਰ੍ਹਾਂ ਤੁਸੀਂ ਅੰਮ੍ਰਿਤਪਾਲ ਦੀ ਗੱਲ ਕੀਤੀ, ਮੈਂ ਅੰਮ੍ਰਿਤਪਾਲ ਖੜ ਕੇ ਆਪਦਾ ਪੱਖ ਰੱਖਦੇ ਵੀ ਆ ਕੇ ਉੱਥੇ ਪੱਖ ਰੱਖਦੇ। ਹੁਣ ਤੁਸੀਂ ਗੱਲ ਕਰ ਰਹੇ ਹੋ, ਮੈਂ ਸਮਝਦਾ ਇਟਸ ਅ ਟੋਟਲ ਫੇਲਿਅਰ ਆਫ ਗਵਰਨਮੈਂਟ ਤੇ ਪੰਜਾਬ ਪੁਲਿਸ ਦਾ। ਕਿਉਂਕਿ ਜਦੋਂ ਕਾਂਗਰਸ ਪਾਰਟੀ ਪਹਿਲੇ ਦਿਨ ਦੀ ਇਹ ਗੱਲ ਕਹਿੰਦੀ ਹੁੰਦੀ ਆ ਵੀ ਪੰਜਾਬ ਦੇ ਚ ਏਦਾਂ ਦਾ ਕੋਈ ਨਾ ਕੋਈ ਵਾਕਾ ਹੋ ਸਕਦਾ ਜਾਂ ਏਦਾਂ ਦੀ ਕੋਈ ਕਾਰਵਾਈਆਂ ਚੱਲ ਰਹੀਆਂ ਜਿਹਦੇ ਉੱਤੇ ਧਿਆਨ ਕੀਤਾ ਜਾਵੇ। ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਲੈਟਰ ਲਿਖਿਆ, ਉਦੋਂ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਕਾਂਗਰਸ ਪਾਰਟੀ ਇਸ ਗੱਲ ਤੇ ਸਵਾਲ ਨਹੀਂ ਕਰ ਸਕਦੀ ਕਿਉਂਕਿ ਤੁਸੀਂ ਤਾਂ ਖੁਦ
ਤੁਸੀਂ ਤਾਂ ਹਰਮੰਦਰ ਸਾਹਿਬ ਦੇ ਉੱਪਰ ਟੈਂਕੀ ਚੜਾਈ ਸੀ, ਇਹਨਾਂ ਦੀ ਇਦਾਂ ਦੀਆਂ ਚਿੱਠੀਆਂ ਹੁੰਦੀਆਂ ਸੀ। ਚਲੋ ਅਜਨਾਲੇ ਵਾਲੀ ਘਟਨਾ ਹੋ ਗਈ, ਕੀ ਜਦੋਂ ਅਜਨਾਲੇ ਵਾਲੀ ਘਟਨਾ ਹੋਈ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਵੀ ਅਜਨਾਲੇ ਦੇ ਇਦਾਂ ਦੀ ਘਟਨਾ ਹੋਣੀ ਆ, ਜਾਂ ਇੰਟੈਲੀਜੈਂਸ ਵਾਲਿਆਂ ਨੂੰ ਜਾਣਕਾਰੀ ਨਹੀਂ ਸੀ? ਉਹ ਬੰਦਾ 2 ਦਿਨ ਪਹਿਲਾਂ ਇਹ ਗੱਲ ਕਹਿ ਰਿਹਾ ਕਿ ਜੀ ਅਸੀਂ ਅਜਨਾਲੇ ਪਹੁੰਚਾਂਗੇ, ਅਜਨਾਲੇ ਪਹੁੰਚ ਕੇ ਏਦਾਂ ਦੀ ਅੰਜਾਮ ਦੇਵਾਂਗੇ, ਤੇ ਉਦੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਕਾਂਗਰਸ ਪਾਰਟੀ ਨੇ ਆਵਾਜ਼ ਚੱਕੀ ਕਿ ਜੀ ਫੇਲੀਅਰ ਆਫ ਲਾਅ ਐਂਡ ਆਰਡਰ ਹੈ, ਜੇ ਹੁਣੇ ਏਦਾਂ ਥਾਣੇ ਘੇਰਨ ਲੱਗ ਜਾਂ ਏਦਾਂ ਦੀਆਂ ਗਤੀਵਿਧੀਆਂ ਹੋਣ ਲੱਗ ਗਈਆਂ, ਪੰਜਾਬ ਕਿਸ ਪਾਸੇ ਜਾ ਰਿਹਾ? ਸਿਰਫ ਗੱਲ ਕੀ ਆ ਗੌਰਵ ਜੀ, ਇਟਸ ਅ ਜੁਆਇੰਟ ਆਪਰੇਸ਼ਨ ਬਿਟਵੀਨ ਸੈਂਟਰਲ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ। ਇਹ ਕਿਤੇ ਨਾ ਕਿਤੇ ਆਪਦਾ ਜਿਹੜਾ ਇੱਕ ਪੋਲਰਾਈਜੇਸ਼ਨ ਵੋਟ ਦੀ ਕੇਂਦਰ ਦੀ ਸਰਕਾਰ ਕਰਨਾ ਚਾਹੁੰਦੀ ਆ, ਤੇ ਪੰਜਾਬ ਦੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਇਹਨਾਂ ਨੂੰ ਜਲੰਧਰ ਦੀ ਇਲੈਕਸ਼ਨ ਦਿਸ ਰਹੀ ਹੈ। ਕਿਉਂਕਿ ਜਿਸ ਤਰ੍ਹਾਂ ਸਰਕਾਰ ਬਣਨ ਵੇਲੇ ਉੱਥੋਂ ਦੀ ਸੰਗਰੂਰ ਦੀ ਇਲੈਕਸ਼ਨ ਹੋਈ, ਸੰਗਰੂਰ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਵੋਟਿੰਗ ਫੇਲੀਅਰ ਹੋਇਆ। ਸੰਗਰੂਰ ਇਲੈਕਸ਼ਨ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਐਪੀਸੋਡ ਚਲਾਇਆ ਸੀ, ਇੱਕ ਸਕ੍ਰਿਪਟ ਤਿਆਰ ਕੀਤੀ ਸੀ ਮੰਤਰੀ ਨੂੰ ਫੜਨ ਫੜਾਉਣ ਦੀ, ਉਸੇ ਤਰ੍ਹਾਂ ਐਜ਼ ਸਿਮਿਲਰ ਸਕ੍ਰਿਪਟ ਤਿਆਰ ਕੀਤੀ ਗਈ ਆ। ਮੈਂ ਸਮਝਦਾ ਪੰਜਾਬ ਪੁਲਿਸ ਬੜੀ ਕਾਬਲ ਪੁਲਿਸ ਹੈ, ਸਾਨੂੰ ਇਹਨਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ। ਪਰ ਇਹ ਕਿਤੇ ਨਾ ਕਿਤੇ ਇਹਦੀ ਸਰਕਾਰਾਂ ਦੇ ਬੰਨੇ ਹੁੰਦੇ ਆ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਅੰਮ੍ਰਿਤਪਾਲ ਕਿੱਥੇ, ਉਹਦੇ ਨਾਲ ਤੇ ਗ੍ਰਿਫਤਾਰੀ ਹੋ ਗਈ। ਜੇ ਇਹਦੀ ਗ੍ਰਿਫਤਾਰੀ ਕਰਨੀ ਸੀ ਪਹਿਲੇ ਦਿਨ ਇਹਦੇ ਘਰੋਂ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ। ਇਹਨੂੰ ਤੁਸੀਂ ਗੱਲ ਕੀਤੀ, ਇਹਦੇ ਅੰਮ੍ਰਿਤਸਰ ਤੋਂ ਜਾ ਕੇ ਜਲੰਧਰ ਲਿਜਾਇਆ ਗਿਆ, ਜਲੰਧਰ ਵਿੱਚ ਸਾਰਾ ਐਪੀਸੋਡ ਕ੍ਰੀਏਟ ਕੀਤਾ ਗਿਆ। ਸਾਰਾ ਐਪੀਸੋਡ ਕ੍ਰੀਏਟ ਕਰਨ ਤੋਂ ਬਾਅਦ ਹੁਣ ਦੇਖੋ ਤੁਸੀਂ ਕੀ ਚੱਲ ਰਿਹਾ, ਫਲਾਨੀ ਥਾਂ ਦੇ ਕੱਪੜੇ ਬਦਲ ਲਏ ਉਹ ਵੀ ਪਤਾ ਲੱਗ ਗਿਆ, ਫਲਾਨ ਥਾਂ ਦੇ ਇਹਨੇ ਜੀ ਆਹ ਗੱਡੀ ਬਦਲ ਲਈ ਉਹ ਵੀ ਪਤਾ ਲੱਗ ਗਿਆ। ਪਰ ਅੰਮ੍ਰਿਤਪਾਲ ਅਜੇ ਤੱਕ ਪੁਲਿਸ ਦੀ ਗਿਰਫਤ ਤੋਂ ਬਾਹਰ ਆ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਭਗਵੰਤ ਮਾਨ ਹੋਰਾਂ ਨੂੰ, ਮੈਂ ਕਾਂਗਰਸ ਪਾਰਟੀ ਜਾਂ ਮੈਂ ਕੋਈ ਅੰਮ੍ਰਿਤਪਾਲ ਨੂੰ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਪੰਜਾਬ ਦੇ ਜੋ ਹਾਲਾਤ ਬਣੇ ਆ ਉਹ ਚੰਗੀ ਗੱਲ, ਬੜੇ ਮੰਦਭਾਗੇ ਹਾਲਾਤ ਆ ਪੰਜਾਬ ਦੇ ਕੋਈ ਜਿਹੜੇ ਚੱਲ ਰਿਹਾ। ਪਰ ਤੁਸੀਂ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਕੇਂਦਰ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਤੇ ਲਾ ਰਹੀ ਆ, ਸਿੱਖਾਂ ਤੇ ਲਾ ਰਹੀ ਆ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੁਸੀਂ ਗੱਲ ਕੀਤੀ ਕਿ ਜੀ ਅਸੀਂ ਕੈਮਰਾ ਲੈ ਕੇ ਨਾਲ ਬੈਠੇ ਆ, ਤੁਹਾਡੀ ਰਿਪੋਰਟਿੰਗ ਤੇ ਕੇਂਦਰ ਦੀ ਰਿਪੋਰਟਿੰਗ ਤੇ ਬਹੁਤ ਵੱਡਾ ਫਰਕ। ਕੇਂਦਰ ਦੇ ਵਿੱਚ ਕਿਤੇ ਅੱਜ ਕਾਂਗਰਸ ਪਾਰਟੀ ਨੇ ਅਡਾਨੀ ਦਾ ਮੁੱਦਾ ਚੁੱਕਿਆ, ਉਸ ਮੁੱਦੇ ਨੂੰ ਦਬਾਉਣ ਵਾਸਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਜੀ ਦਿਲਪਾਲ ਪਕੜਾ ਗਿਆ, ਉਹ ਯਾਰ ਜੇ ਨੂੰ ਪਹਿਲਾਂ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਪੰਜਾਬ ਦੇ ਜੈਦਾਂ ਦੇ ਹਾਲਾਤ ਬਣ ਰਹੇ ਨੇ। ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਵੇ। ਭਗਵੰਤ ਮਾਨ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਨਾਲ, ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਨੇ ਜੋ ਗੁਨਾਹ ਕੀਤਾ ਉਹਦੇ ਤੇ ਉਹ ਧਾਰਾਵਾਂ ਲੱਗਣ, ਉਹਦੇ ਤੇ ਉਹ ਧਾਰਾਵਾਂ ਲਾਉਣ, ਉਹਦੇ ਨਾਲ ਦਿਆਂ ਦੇ ਉੱਤੇ ਜਿਹੜੀਆਂ ਧਾਰਾਵਾਂ ਲੱਗਦੀਆਂ ਉਹ ਲਾਉਣ। ਪਰ ਪੰਜਾਬ ਦੇ ਨੌਜਵਾਨਾਂ ਨੂੰ ਨਜਾਇਜ਼ ਨਾ ਫਸਾਉਣ, ਉਹਨਾਂ ਦੇ ਉੱਪਰ ਨਜਾਇਜ਼ ਕਾਨੂੰਨ ਨਾ ਲਾਏ ਜਾਣ, ਜਵਾਬਾਂ ਵਰਗੇ ਹੋਰ ਕਾਨੂੰਨ, ਸਖਤ ਕਾਨੂੰਨ। ਅੰਮ੍ਰਿਤਪਾਲ ਦੇ ਮੈਂ ਕੋਈ ਹੱਕ ਦੇ ਵਿੱਚ ਗੱਲ ਨਹੀਂ ਕਰਦਾ, ਮੈਂ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਹੱਕ ਦੀ ਗੱਲ ਕਰਦਾ ਜਿਨ੍ਹਾਂ ਦੇ ਉੱਪਰ ਨਜਾਇਜ਼ ਲਾਏ ਗਏ ਆ। ਅੱਜ ਪੁਲਿਸ ਨੇ ਜਦੋਂ ਸਾਰੀਆਂ ਪਾਰਟੀਆਂ ਨੇ ਆਵਾਜ਼ ਚੱਕੀ ਕਿ ਜੀ ਇਹਨਾਂ ਨੌਜਵਾਨਾਂ ਦੇ ਉੱਪਰ ਜਾਂ ਗਲਤ ਕਾਨੂੰਨ ਲਾਏ ਜਾਣਗੇ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਨਾਲ ਦੀ ਨਾਲ ਆਈਜੀ ਹੈੱਡਕੁਆਟਰ ਦੀ ਸਤਿਆਨ ਗਿੱਲ ਸਾਹਿਬ ਨੇ ਗੱਲ ਕੀਤੀ ਕਿ ਜੀ ਅਸੀਂ ਉਹਨਾਂ ਤੋਂ ਪਰਚੇ ਵਾਪਸ ਲਵਾਂਗੇ। ਸੋ ਇਹੀ ਪਹਿਲਾ ਜਿਹੜਾ ਕੰਮ ਆ ਕੇਂਦਰ ਦੀ ਭਾਜਪਾ ਸਰਕਾਰ ਨੇ ਕੀਤਾ ਜਦੋਂ ਮੋਦੀ ਕਾਲੇ ਕਾਨੂੰਨ ਲੈ ਕੇ ਆਇਆ ਸੀ, ਚੱਕ ਕੇ ਕਿਸਾਨਾਂ ਨੂੰ ਅੰਦਰ ਸਿੱਟਿਆ, ਉਹਨਾਂ ਤੇ ਦੇਸ਼ ਧਰੋਹ ਦੇ ਪਰਚੇ ਕੀਤੇ। ਉਹੀ ਕੰਮ ਜੁਆਇੰਟ ਆਪਰੇਸ਼ਨ ਭਗਵੰਤ ਮਾਨ ਰਲ ਕੇ ਕੇਂਦਰ ਦੇ ਨਾਲ ਕਰ ਰਿਹਾ। ਅਸੀਂ ਤਾਂ ਪਹਿਲਾਂ ਕਹਿੰਦੇ ਸੀ ਇਹ ਬੀ ਟੀਮ ਆ, ਇਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਇਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਦੇ ਵਿੱਚ ਕੀ ਗਤੀਵਿਧੀਆਂ ਹੋ ਰਹੀਆਂ। ਜਦੋਂ ਸੂਰੀ ਤੇ ਅਟੈਕ ਹੋਇਆ ਸੀ ਉਸ ਵੇਲੇ ਵੀ ਆਵਾਜ਼ ਚੱਕੀ ਸੀ ਕਿ ਜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਆ। ਉਦੋਂ ਇਹਨਾਂ ਨੇ ਕੀ ਗੱਲ ਕੀਤੀ ਕਿ ਜੀ ਲਾਅ ਐਂਡ ਆਰਡਰ ਬਹੁਤ ਵਧੀਆ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਸੂਬਾ 1 ਨੰਬਰ ਤੇ ਆ। ਜਿਸ ਤਰ੍ਹਾਂ ਦਿੱਲੀ ਦੇ ਲੋਕ ਆ ਕੇ ਅੱਜ ਪੰਜਾਬ ਨੂੰ ਚਲਾ ਰਹੇ ਆ, ਦਿੱਲੀ ਦੇ ਲੋਕ ਵਿਧਾਨ ਸਭਾ ਦੇ ਵਿੱਚ ਕੈਮਰਿਆਂ ਨੂੰ ਪਾਸੇ ਕਰ ਰਹੇ ਆ, ਕਿੱਥੇ ਪੈਨਿੰਗ ਹੋਣੀ ਚਾਹੀਦੀ ਹੈ ਕੈਮਰਿਆਂ ਦੀ, ਉਸੇ ਤਰ੍ਹਾਂ ਦਿੱਲੀ ਦਾ ਰਾਜ ਪੰਜਾਬ ਦੇ ਉੱਪਰ ਹੋ ਗਿਆ। ਛੋਟੀ ਦਿੱਲੀ ਦਾ ਕੇਜਰੀਵਾਲ ਦਾ ਰਾਜ, ਭਾਜਪਾ ਦੀ ਬੀ ਟੀਮ ਦਾ ਰਾਜ। ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੀਆਂ ਪਾਰਟੀਆਂ ਨੂੰ ਤੇ ਪੰਜਾਬ ਦੇ ਚਾਹਣ ਵਾਲਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਇਸ ਵੇਲੇ ਸਾਰੀ ਸਿੱਖ ਕਮਿਊਨਿਟੀ ਨੂੰ ਇਕਮੁੱਠ ਹੋਣ ਦੀ ਲੋੜ ਹੈ। ਜਿਸ ਨੇ ਗੁਨਾਹ ਕੀਤੀ ਉਹਨੂੰ ਸਜ਼ਾ ਦਿਓ, ਪਰ ਜਿਨ੍ਹਾਂ ਦੇ ਬੱਚੇ ਤੁਸੀਂ ਚੱਕ ਕੇ 19,000 ਕਿਲੋਮੀਟਰ ਤੇ ਲੈ ਗਏ, ਥੋੜੇ ਦਿਨ ਪਹਿਲਾਂ ਜਾ ਕੇ ਅਮਿਤ ਸ਼ਾਹ ਨੂੰ ਮਿਲ ਕੇ ਆਉਂਦੇ ਆ, ਜਿੱਥੇ ਲੈ ਕੇ ਗਏ 19,000 ਕਿਲੋਮੀਟਰ ਦੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਆਉਂਦੇ ਆ, ਉਹਨਾਂ ਦੀਆਂ ਪੇਪਰ ਦੇ ਵਿੱਚ ਖਬਰਾਂ ਲੱਗਦੀਆਂ, ਉਹਦੇ ਨੈਸ਼ਨਲ ਇੰਟਰਨੈਸ਼ਨਲ ਪੇਪਰ ਦੇ ਵਿੱਚ ਜਿਹਦੀ ਭਗਵੰਤ ਮਾਨ ਉੱਥੇ ਮਿਲ ਕੇ ਆ ਤਾਮਿਲਨਾਡੂ ਉਧਰ ਮੁੱਖ ਮੰਤਰੀਆਂ ਨੂੰ। ਉਹ ਇਹ ਸਾਰਾ ਪ੍ਰੀ ਪਲਾਨ ਕੰਮ। ਸਭ ਤੋਂ ਵੱਡੀ ਗੱਲ
ਜਿਹੜੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਇਨਸਾਫ ਦਿਵਾਉਣ ਦੀ ਗੱਲ ਸੀ, ਕਿਤੇ ਨਾ ਕਿਤੇ ਉਸ ਇਕੱਠ ਨੂੰ ਦਬਾਉਣ ਦੀ ਗੱਲ ਵੀ ਸੀ। ਇਹ ਆਪਰੇਸ਼ਨ ਉਦੋਂ ਸ਼ੁਰੂ ਕੀਤਾ ਗਿਆ। ਅੱਜ ਦੇਖੋ ਕਿੰਨੇ ਦਿਨ ਹੋ ਗਏ, ਇਹ ਆਪਰੇਸ਼ਨ सक्सेसफुल नहीं होया। ठीक है कि 80,000 सर मैं पॉइंट लेके आया। ऑलराइट सर, पुलिस साहब किवें देखिए, क्योंकि देखो 6 दिन हो गए, वी आर कॉन्स्टेंटली एंड कंटिन्यूइंगली डिस्कसिंग दिस। ਬੰਦਾ ਭੱਜੀ ਜਾ ਰਿਹਾ ਭੱਜੀ ਜਾ ਰਿਹਾ। ਇੱਕ ਤਾਂ ਸਵਾਲ ਹੋ ਗਿਆ ਭਾਈ ਜਾਣਾ ਕਿੱਥੇ ਆ ਭੱਜ ਕੇ, ਦੂਜਾ ਇਹ ਹੈ ਕਿ ਏਜੰਸੀਆਂ ਕਦੋਂ ਫੜਨਗੀਆਂ, ਤੀਸਰਾ ਸਵਾਲ ਇਹ ਹੈ ਕਿ ਅਗਰ ਤੂੰ ਗੁਨਾਹ ਨਹੀਂ ਕੀਤਾ ਤਾਂ ਯੂ ਸ਼ੁੱਡ ਸਟਾਪ ਐਂਡ ਫੇਸ ਦ ਲਾਅ। ਗੱਲ ਇਹ ਹੈ ਗੌਰਵ ਜੀ, ਇਹ ਜਿਹੜਾ ਸਾਰਾ ਨਜ਼ਰ ਆ ਰਿਹਾ ਨਾ, ਇਹ ਤੇ ਕਿਸੇ ਬਾਲੀਵੁੱਡ ਜਾਂ ਹਾਲੀਵੁੱਡ ਦੀ ਫਿਲਮ ਦੀ ਸਕ੍ਰਿਪਟ ਲਿਖੀ ਹੁੰਦੀ ਹੈ, ਉਹ ਸਕ੍ਰਿਪਟ ਲਿਖੀ ਹੋਈ ਨਜ਼ਰ ਆ ਰਹੀ ਹੈ। ਔਰ ਇਹ ਕੇਂਦਰ ਸਰਕਾਰ ਔਰ ਜਿਹੜੀ ਪੰਜਾਬ ਦੀ ਸਰਕਾਰ ਹੈ, ਇਹਨਾਂ ਨੇ ਮਿਲ ਕੇ ਸਕ੍ਰਿਪਟ ਲਿਖੀ ਹੈ। ਪੰਜਾਬ ਦੇ ਹਾਲਾਤ ਜਿਹੜੇ ਨੇ, ਇਹ ਦੱਸੋ ਕਿ ਨੈਸ਼ਨਲ ਮੀਡੀਆ ਆ ਕੇ ਸਪੈਸ਼ਲ ਉਹਦੀਆਂ ਪਹਿਲਾਂ ਇੰਟਰਵਿਊਜ਼ ਕਰਦਾ ਹੈ, ਪਹਿਲਾਂ ਅਜਨਾਲਾ ਦਾ ਪ੍ਰੋਗਰਾਮ ਹੁੰਦਾ ਹੈ। ਅੱਜ ਤੋਂ ਹਫ਼ਤਾ ਪਹਿਲਾਂ ਤੱਕ ਉੱਤੇ ਇੱਕ ਸਿੰਗਲ ਕੋਈ FIR ਨਹੀਂ ਹੁੰਦੀ, ਤੇ ਲੇਕਿਨ ਅੱਜ ਝੜੀ ਲੱਗ ਗਈ FIR ਦੀ ਵੀ ਆਹ ਵੀ ਕੇਸ, ਆਹ ਵੀ ਕੇਸ, ਆਹ ਵੀ ਕੇਸ, ਆਹ ਵੀ ਕੇਸ। NSA ਤੱਕ ਗੱਲ ਪਹੁੰਚ ਗਈ ਹੈ, ਚਾਹੇ ਉਹ ਖੇਤਾਂ 'ਚ ਬੰਦਾ ਫੜਿਆ ਹੋਵੇ ਚਾਹੇ ਕਿਤੇ ਫੜਿਆ ਹੋਵੇ, ਉਹਨਾਂ ਤੇ NSA ਲਾ ਦਿੱਤੀ ਗਈ। ਮਤਲਬ ਇਹਦੇ ਵਿੱਚ ਮੈਨੂੰ ਇਹ ਦੱਸੋ ਵੀ ਭਗਵੰਤ ਮਾਨ ਦੀ ਸਰਕਾਰ ਤੇ ਫੇਲੀਅਰ ਸੀਗੀ, ਕਿਉਂਕਿ ਅਜਨਾਲਾ ਤੋਂ ਬਾਅਦ ਆਪਾਂ ਨਜ਼ਰ ਆ ਰਿਹਾ ਸੀ, ਔਰ ਅਸੀਂ ਵੀ ਇਸ ਚੀਜ਼ ਦਾ ਮੁੱਦਾ ਚੱਕਿਆ ਸੀਗਾ ਵੀ ਇਹਦੇ ਲਈ ਅੰਮ੍ਰਿਤਪਾਲ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਅੱਜ ਵੀ ਕਹਿੰਦੇ ਆ ਜਿਹੜਾ ਅਜਨਾਲਾ 'ਚ ਗਲਤ ਹੋਇਆ ਉਹ ਚੀਜ਼ ਦੀ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਕਾਰਵਾਈ ਦਾ ਤਰੀਕਾ ਕੀ ਹੈ? ਤੁਸੀਂ ਇੱਕ ਛੋਟੀ ਸਰਜਰੀ ਕਰਕੇ ਅਗਰ ਕੋਈ ਆਪਰੇਸ਼ਨ ਕਰ ਸਕਦੇ ਹੋ, ਉਹਦੇ ਲਈ ਸਾਰਾ ਢਿੱਡ ਕਿਉਂ ਪਾੜਨਾ? ਤੁਸੀਂ ਅਗਰ ਉਹਦਾ ਲੈਪਰੋਸਕੋਪੀ ਨਾਲ ਕੰਮ ਕਰ ਸਕਦੇ ਹੋ ਤੇ ਉਹਦੇ ਲਈ ਸਾਰੀ ਚੀਜ਼ ਫੜ ਕਰਨ ਦੀ ਕੀ ਲੋੜ ਪਈ ਹੈ? ਜਿਸ ਤਰੀਕੇ ਨਾਲ 8 ਜ਼ਿਲ੍ਹਿਆਂ ਦੀ ਪੁਲਿਸ ਉੱਥੇ ਆਈ, ਇਹ ਲੱਗਦਾ ਹੈ ਜਾਪਦਾ, ਜਿਹੜਾ ਮੇਰਾ ਆਪਣਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਦੇ ਕਿਸੇ ਬੰਦੇ ਕੋਲੋਂ ਗੋਲੀ ਚੱਲੇ, ਪੁਲਿਸ ਦੇਖ ਕੇ ਤੇ ਪੁਲਿਸ ਮੁਕਾਬਲਾ ਹੁੰਦਾ, 8-10 ਲੋਕਾਂ ਨੂੰ ਮਾਰਿਆ ਜਾਂਦਾ, ਕੋਈ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਂਦਾ। ਦੇਖੋ ਇਹ ਅੱਤਵਾਦੀ ਮਾਰਤੇ, ਇਹ ਖਾਲਿਸਤਾਨੀ ਸੀ, ਉਹ ਮਾਰਤੇ ਅਸੀਂ, ਲੇਕਿਨ ਉਹ ਜਿਹਾ ਮਾਹੌਲ ਕ੍ਰੀਏਟ ਨਹੀਂ ਹੋਇਆ। ਲੋਕਾਂ ਨੇ ਸਰੈਂਡਰ ਕਰਤਾ, ਕੋਈ ਗੋਲੀ ਨਹੀਂ ਚੱਲੀ, ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ। ਲੇਕਿਨ ਅੱਜ ਹਾਲਾਤ ਇਹ ਨੇ ਪੰਜਾਬ ਦੇ, 57 ਲਾ ਕੇ 10 ਦਿਨ ਦਾ ਰਿਮਾਂਡ ਮੰਗਿਆ ਜਾ ਰਿਹਾ। 57 ਉਹ ਹੈ ਜਿਹਦੇ ਵਿੱਚ ਥਾਣੇ ਤੋਂ ਜਿਹੜੀ ਹੈ ਤੁਹਾਡੀ ਜ਼ਮਾਨਤ ਹੋ ਜਾਂਦੀ ਹੈ, ਔਰ ਧਾਰਦਰ ਨੌਜਵਾਨਾਂ ਨੂੰ ਗੁਰਦੁਆਰਿਆਂ ਵਿੱਚ ਚੱਕ ਕੇ, ਘਰਾਂ ਚੋਂ ਚੱਕ ਕੇ ਇਕੱਠੇ ਕੀਤਾ ਜਾ ਰਿਹਾ ਹੈ। ਇਹ ਤਰੀਕਾ ਹੈ? ਇਹ ਕਿੱਥੋਂ ਦਾ ਇਨਸਾਫ ਹੈ? ਤੁਸੀਂ ਆਮ ਨੌਜਵਾਨ ਨੂੰ ਫੜ ਰਹੇ ਹੋ। ਆ ਸੁਖਚੈਨ ਜੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਛੱਡ ਦਾਂਗੇ। ਵੈਰੀਫਾਈ ਕਰਨ ਨੂੰ ਤੁਹਾਨੂੰ ਅੱਜ 4-4 ਦਿਨ ਲੱਗਦੇ, 5 ਦਿਨ ਲੱਗਦੇ ਨੇ। ਤੁਸੀਂ ਕਿਸੇ ਨੂੰ ਫੜਿਆ, ਉਹ ਤੋਂ ਅਸਲਾ ਕੋਈ ਬਰਾਮਦ ਨਹੀਂ ਹੋਇਆ, ਉਹ ਤੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ, ਉਹ ਇੱਕ ਨੌਜਵਾਨ ਹੈ, ਠੀਕ ਹੈ, ਚਾਹੇ ਨਸ਼ਾ ਛੱਡਣ ਦੇ ਚੱਕਰ 'ਚ ਲੱਗਿਆ, ਚਾਹੇ ਉਹ ਵੈਸੇ ਇੱਕ ਉਸ ਧਾਰਾ ਦੇ ਵਿੱਚ ਜਿਹੜਾ ਚਲਾ ਗਿਆ, ਕੋਈ ਅਟੈਂਡ ਕਰਨ ਚਲਾ ਗਿਆ, ਤੁਸੀਂ ਉਹ ਫੋਟੋਆਂ ਮਲਾਮ ਲਾ ਕੇ ਲੋਕਾਂ ਨੂੰ ਚੱਕੀ ਜਾ ਰਹੇ ਹੋ। ਤੁਸੀਂ ਅਗਰ ਆਇਡੈਂਟੀਫਾਈ ਕਰ ਲਿਆ ਉਹਨੂੰ ਛੱਡ ਦਿਓ, ਉਹਨੂੰ ਵਾਰਨਿੰਗ ਦਿਓ। ਤੁਸੀਂ ਅਗਰ ਕੱਲ ਨੂੰ ਜ਼ਰੂਰਤ ਪੈਂਦੀ ਹੈ ਦੁਬਾਰਾ ਚੱਕ ਲਓ ਉਹਨੂੰ। ਲੇਕਿਨ ਅੱਜ ਜੇਲ੍ਹਾਂ ਭਰੀਆਂ ਜਾ ਰਹੀਆਂ ਨੇ, ਇਹ ਮਾਹੌਲ ਉਹੀ ਕ੍ਰੀਏਟ ਕੀਤਾ ਜਾ ਰਿਹਾ ਜਿਹੜਾ ਬਾਰ-ਬਾਰ ਗੱਲ ਕਹਿੰਦੇ ਅਸੀਂ ਗੈਂਗਸਟਰ ਅਸੀਂ ਪੈਦਾ ਕਰਦੇ ਹਾਂ। ਅੱਜ ਮੈਂ ਕਹੂੰਗਾ ਵੀ ਅੱਤਵਾਦੀ ਵੀ ਅਸੀਂ ਪੈਦਾ ਕਰਦੇ ਹਾਂ। ਉਸੇ ਰਾਹ ਨੂੰ ਸਾਰਾ ਰਸਤਾ ਜਾ ਰਿਹਾ। ਇਹੀ ਨੌਜਵਾਨਾਂ ਨੂੰ ਚੱਕ ਕੇ ਤਸੀਹੇ ਦੇਵਾਂਗੇ, ਜੇਲ੍ਹਾਂ ਧੱਕਾਂਗੇ, ਜਦੋਂ ਜੇਲ੍ਹਾਂ ਤੋਂ ਬਾਹਰ ਆਉਣਗੇ ਫਿਰ ਉਹ ਹਥਿਆਰ ਚੱਕਣਗੇ, ਫਿਰ ਇਹੀ ਪੁਲਿਸ ਉਹਨਾਂ ਦੇ ਮੁਕਾਬਲੇ ਕਰੂਗੀ। ਇਹ ਅਸੀਂ ਭੁਗਤ ਚੁੱਕੇ ਹਾਂ। ਕਰੀਮ ਸਾਹਿਬ ਨੇ ਬਿਲਕੁਲ ਠੀਕ ਕਿਹਾ, ਅਸੀਂ ਆਪਣੇ ਪਿੰਡਾਂ ਦੇ ਹੰਡਾਇਆ ਹੋਇਆ ਏਰੀਆ ਟਾਈਮ ਸੀਗਾ। ਅਸੀਂ ਉਹ ਇੱਕ ਪਲ ਜਿਹੜਾ ਆਪਣੇ ਤਲਾਂ ਦੇ ਜਿਹੜਾ ਆਪਾਂ ਸਾਰਾ ਦੌਰ ਉਹ ਦਿੱਕਤਾਂ ਜਿਹੜੀਆਂ ਸੀਗੀਆਂ ਸਾਰੀਆਂ ਦਿੱਕਤਾਂ ਝੱਲੀਆਂ ਨੇ। ਤੁਸੀਂ ਕਹਿੰਦੇ ਆਪਣੇ ਪਿੰਡਾਂ ਤੇ ਹੰਡਾਇਆ ਆਪਾਂ, ਪਰ ਅੱਜ ਆਪਾਂ ਅਵੋਇਡ ਕਰਨਾ ਨਾ ਸਰ, ਬਚਾਣਾ ਹੈ। ਆਪਾਂ ਬਚਾਉਣ ਵਾਲੇ ਪਾਸੇ ਤੁਰੇ ਆ, ਆਪਾਂ ਨੌਬਤ ਹੀ ਨਹੀਂ ਆਉਂਦੇ ਸਾਰੇ ਨੂੰ ਬਚਾਈਏ। ਉਹਦੇ ਟਾਈਮ ਵੀ ਦੇਖੇ ਨੇ, ਅਸੀਂ ਉਹਦੇ ਟਾਈਮ ਵੀ ਦੇਖੇ ਨੇ ਕਿ ਤੁਹਾਡੇ ਸਾਹਮਣੇ ਮਾਰਕੀਟ ਤੋਂ ਬੰਦਾ ਚੱਕ ਲਿਆ ਹੋਵੇ ਤੇ ਅਗਲੇ ਨੇ ਸਵੇਰੇ ਉਹਦਾ ਮੁਕਾਬਲਾ ਬਣਾ ਦਿੱਤਾ ਹੋਈ, ਉਹਨੂੰ ਅਸੀਂ ਐਨਕਾਊਂਟਰ 'ਚ ਮਾਰਤਾ, ਉੱਥੇ ਮੁਕਾਬਲਾ ਹੋ ਗਿਆ। ਇਹਦੇ ਮਾਹੌਲ ਵੀ ਦੇਖੇ ਨੇ। ਲੇਕਿਨ ਅੱਜ ਉਹੀ ਚੀਜ਼ ਉਸੇ ਰਾਹ ਉੱਤੇ ਸਰਦਾਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਉਹ ਚੱਲ ਪਈ ਹੈ, ਉਸੇ ਰਾਹ ਉੱਤੇ ਜਿਹੜਾ ਹੈਗਾ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਹੈ। ਉਹੀ ਜਿਹੜੀ ਹਿਸਟਰੀ ਸੀ ਉਹ ਰਿਪੀਟ ਕੀਤੀ ਜਾ ਰਹੀ ਹੈ। ਇਹ ਹਾਲਾਤ ਪੈਦਾ ਕਰਦੇ ਆ ਕਿ ਡਰ ਦਾ ਮਾਹੌਲ। ਪੰਜਾਬ ਦੇ ਜਿਹੜੀ ਇਨਵੈਸਟਮੈਂਟ ਦੀ ਗੱਲ ਕਰਦੇ ਸੀ, ਇਨਵੈਸਟਮੈਂਟ ਕਰਾਂਗੇ, ਇਹ ਇਨਵੈਸਟਮੈਂਟ ਹੈ ਕਿ ਤੁਸੀਂ ਨੌਜਵਾਨਾਂ ਦਾ ਅੱਜ ਕਤਲੇਆਮ ਕਰੋ ਜਾਂ ਨੌਜਵਾਨਾਂ ਨੂੰ ਚਾਹੀਦਾ ਕਿ ਜੇਲ੍ਹਾਂ ਢੱਕੋ ਤੁਸੀਂ, ਤੇ ਉਸ ਤੋਂ ਬਾਅਦ ਕਹੋ ਵੀ ਜੀ 5 ਦਿਨ ਦਾ ਜਿਹੜਾ ਐਂਟਰੈਂਸ ਦੀ ਬੰਦ ਕਰਕੇ ਵੀ ਇਨਵੈਸਟਮੈਂਟ ਹੋਣੀ ਹੈ। ਤੁਹਾਨੂੰ ਦੱਸ ਦਈਏ 3 ਜ਼ਿਲ੍ਹਿਆਂ ਦੇ ਵਿੱਚ, ਚਾਹੇ ਉਹ ਲੁਧਿਆਣਾ ਹੈ, ਚਾਹੇ ਜਲੰਧਰ ਹੈ, ਚਾਹੇ ਤੁਹਾਡਾ ਅੰਮ੍ਰਿਤਸਰ ਹੈ, ਅਗਲੇ 2-3 ਮਹੀਨਿਆਂ ਦੀ ਸਾਰੀਆਂ ਬੁਕਿੰਗ ਜਿਹੜੀਆਂ ਕੈਂਸਲ ਹੋ ਗਈਆਂ। ਕੋਈ ਆਉਣਾ ਨਹੀਂ ਚਾਹੁੰਦਾ, 에ਅਰਲਾਈਨ ਕੈਂਸਲ ਹੋ ਗਈਆਂ, ਟੈਕਸੀ ਦੀ ਬੁਕਿੰਗ ਕੈਂਸਲ ਹੋ ਗਈ। ਸਰ ਆਪਾਂ ਅੰਮ੍ਰਿਤਪਾਲ ਦੇ ਰਹਿਣਾ ਸਰ, ਗੱਲ ਪਤਾ ਕੀ ਹੈ, ਅੱਜ ਅਗਰ ਉਹ ਭੱਜ ਰਿਹਾ ਨਾ, ਸਵਾਲ ਇਹ ਖੜੀ ਹੋ ਰਿਹਾ ਕਿ ਆਖਿਰ ਕੀ ਹੋ ਰਿਹਾ। ਇਹ ਅੰਮ੍ਰਿਤਪਾਲ ਨਾਲ ਲਿੰਕਡ ਹੈ, ਇਹ ਪੰਜਾਬ ਨਾਲ ਲਿੰਕਡ ਹੈ, ਇਕੱਲਾ ਅੰਮ੍ਰਿਤਪਾਲ ਦਾ ਮਾਮਲਾ ਨਹੀਂ ਹੈ, ਇਹਦਾ ਪੰਜਾਬ ਵੀ ਲਿੰਕ ਹੈ। 360 ਡਿਗਰੀ ਆਪਾਂ ਦੇਖੀਏ ਅੱਜ ਗੌਰਵ ਜੀ, ਅਸੀਂ ਕਦੀ ਪੰਜਾਬ ਦਾ ਕੰਟਰੋਲ ਇਹਨਾਂ ਤੋਂ ਬਾਹਰ ਹੈ, ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਨਹੀਂ ਕੰਟਰੋਲ ਕੀਤੀ ਜਾ ਰਹੀ।
ਤੁਸੀਂ ਜਿਹੜਾ ਇੱਕ ਗੈਂਗਸਟਰ ਹੈ ਉਹਦੀਆਂ ਇੰਟਰਵਿਊਜ਼ ਦਿਖਾਉਂਦੇ ਜੇਲ੍ਹਾਂ ਚੋਂ, ਦੂਜੇ ਪਾਸੇ ਤੁਸੀਂ ਇੱਕ ਬੰਦਾ ਜਿਹੜਾ ਜਨਾਬ ਦੇ ਅਟੈਕ ਕੀਤਾ ਉਹਦੀਆਂ ਇੰਟਰਵਿਊਜ਼ ਦੀ ਮੀਡੀਆ ਵਿੱਚ ਕਰਵਾਉਂਦੇ ਹੋ, ਤੁਸੀਂ ਉੱਥੋਂ ਹੀ ਤੁਸੀਂ ਸਾਰਾ ਏਜੰਡਾ ਫਿਕਸ ਕਰਦੇ ਹੋ। ਅਸੀਂ ਬਿਲਕੁਲ ਵੀ, ਮੈਂ ਨਹੀਂ ਕਹਿੰਦਾ ਕਿ ਮੈਂ ਅਮਰਤਾ ਦੇ ਹੱਕ ਚ ਜਨਾਬ ਕੀਤਾ, ਲੇਕਿਨ ਅਸੀਂ ਉਸ ਚੀਜ਼ ਦੇ ਹੱਕ ਚ ਵੀ ਨਹੀਂ ਜਿਹੜੀ ਸਰਕਾਰ MSA ਲਾ ਰਹੀ ਹੈ, ਅਸੀਂ ਉਸ ਚੀਜ਼ ਦੇ ਹੱਕ ਚ ਵੀ ਨਹੀਂ ਜਿਹੜੇ ਲੋਕਾਂ ਦੇ ਨਿਆਣਿਆਂ ਨੂੰ ਚੱਕ ਚੱਕ ਕੇ ਜੇਲ੍ਹਾਂ ਟੱਕਿਆ ਜਾ ਰਿਹਾ। ਆਲਰਾਈਟ ਸਰ, ਸੇਖੋ ਸਾਹਿਬ ਕਿਵੇਂ ਦੇਖੀਏ, ਤੁਸੀਂ ਸਿਆਸੀ ਮਾਹਰ ਹੋ, ਕੀ ਲੱਗ ਰਿਹਾ ਸਿਆਸਤ ਹੋ ਰਹੀ ਹੈ ਇਸ ਦੇ ਉੱਪਰ? ਤੇ ਮੈਂ ਕਹਿਣਾ ਵੀ ਜਿਸ ਕਿਸਮ ਦੀ ਡਰਟ ਸ਼ਿਟ ਸਿਆਸਤ ਇਸ ਮੁੱਦੇ ਦੇ ਉੱਤੇ ਹੋ ਰਹੀ ਆ, ਮਸਲਾ ਬੜਾ ਗੰਭੀਰ ਵਾ, ਪਰ ਹਰ ਪਾਰਟੀ, ਹਰ ਵਿਅਕਤੀ, ਇੰਡੀਵਿਜੂਅਲ ਉਹਦਾ ਆਪਣਾ ਪਰਸਪੈਕਟਿਵ ਆ, ਤੇ ਉਹ ਪਾਰਟੀ ਨੂੰ ਜੇ ਕਰਦਾ, ਚਾਹੇ ਪੁਆਇੰਟ ਜਸਟੀਫਾਈ ਕਰਦਾ, ਚਾਹੇ ਦੂਸਰਿਆਂ ਚੋਂ ਨੁਕਸ ਕੱਢਦਾ। ਸਾਨੂੰ ਤਾਂ ਹੈਰਾਨੀ ਹੁੰਦੀ ਆ ਕਿ ਸਾਰੇ ਕਲੇਮ ਕਰਦੇ ਆ ਵੀ ਅਸੀਂ ਜਿਹੜੀਆਂ ਹੈਗਾ ਪਿਛਲਾ ਸਮਾਂ ਵੇਖਿਆ, ਪਰ ਅਸੀਂ ਇਹ ਤੋਂ ਸਬਕ ਨਹੀਂ ਸਿੱਖਿਆ ਲੱਗਦਾ ਕਿ ਜਿਹੜਾ ਉਹ ਸਬਕ ਸੀ ਦੋ ਪੈਮਾਨੇ ਰੱਖਦੇ ਆ, ਜਾਂ ਤਾਂ ਸਟੇਟ ਦਾ ਟੈਰਰਿਜ਼ਮ ਵੀ ਉਹਨਾਂ ਤਕੜਾ ਸੀ ਜਿੰਨਾ ਟੈਰਰਿਸਟ ਦਾ ਟੈਰਰਿਜ਼ਮ ਸੀਗਾ, ਜਿੰਨੇ ਉਹਨਾਂ ਨੂੰ ਉਸ ਸਮੇਂ 'ਚ ਜਿਹੜੇ ਪਾਸਿਓਂ ਭੁਗਤਿਆ, 4-4, 5-5 ਜੀ ਵੀ ਜਿਹੜੇ ਆ ਉਹ ਸਟੇਟ ਟੈਰਰਿਜ਼ਮ ਦੇ ਵਿੱਚ ਮਰੇ ਆ, ਤੇ ਜਿਹੜਾ ਅੱਤਵਾਦੀਆਂ ਦਾ ਟੈਰਰਿਜ਼ਮ ਵੀ ਉਹ ਚੋਂ ਮਰੇ ਆ। ਪੰਜਾਬ ਅਜੇ ਉਹ ਤੋਂ ਉੱਠਿਆ ਨਹੀਂ ਸੀਗਾ, ਥੋੜਾ ਅੱਗੇ ਚੱਲਿਆ ਸੀ, ਇਹ ਫਿਰ ਵਰਤਾਰਾ ਸ਼ੁਰੂ ਹੋ ਗਿਆ। ਇਹ ਵਰਤਾਰੇ ਦਾ ਜਿਹੜਾ ਕਾਰਨ ਹੈਗਾ, ਪਿਛਲੇ ਸਾਲਾਂ 30 ਸਾਲਾਂ ਤੋਂ ਰਾਜ ਕਰਨ ਵਾਲੀਆਂ ਧਿਰਾਂ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਆ। ਜੋ ਮੰਨਣ ਨਾ ਮੰਨਣ ਗੱਲ ਦੂਸਰੀ ਆ, ਕਿਉਂਕਿ ਜਿਹੜੀ ਸਰਕਾਰ ਹੁੰਦੀ ਆ, ਤਾਕਤ ਹੁੰਦੀ, ਜ਼ਿੰਮੇਵਾਰੀ ਉਹਦੀ ਬਣਦੀ ਆ। ਔਰ ਇਹ ਜਿਹੜੀ ਨਵਾਂ ਜਿਹੜਾ ਵਰਤਾਰਾ ਜਿਸ ਤਰੀਕੇ ਨਾਲ ਸ਼ੁਰੂ ਹੋਇਆ ਸੀਗਾ, ਲੋਕਾਂ ਨੂੰ ਪੁਰਾਣਾ ਡਰ ਸਤਾਉਂਦਾ। ਪੰਜਾਬ ਦੀ ਅੱਧੀ ਆਬਾਦੀ ਉਹ ਹੈਗੀ ਆ ਕਿ ਜਿਨ੍ਹਾਂ ਨੇ ਉਹ ਸਾਰਾ ਸਮਾਂ ਜਿਹੜਾ ਵਾ ਉਹ ਆਪਣੇ ਪਿੰਡੇ ਤੇ ਹਟਾਇਆ, ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ। ਮਾਝੇ ਦੇ ਵਿੱਚ, ਸਾਰੇ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਪਿੰਡ 'ਚ ਕੋਈ ਪਰਿਵਾਰ ਹੋਊਗਾ ਕਿ ਜਿਹਨੂੰ ਉਸ ਸਮੇਂ ਦਾ ਸੇਕ ਨਾ ਲੱਗਾ ਹੋਊਗਾ। ਅਸੀਂ ਇਹ ਵੀ ਦੇਖਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਮੁੰਡੇ ਮੈਂ ਜੁਆਇਨ ਕੀਤਾ ਸੀਗਾ, ਜਾਂ ਉਹ ਮਾਰੇ ਗਏ ਸੀ, ਚਾਹੇ ਪੁਲਿਸ ਵੱਲੋਂ, ਚਾਹੇ ਉਹ ਆਪਣੀ ਖਹਿਬਾਜ਼ੀ ਵਧੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਅਸੀਂ ਇੱਕ ਸਟੱਡੀ ਕੀਤੀ ਸੀਗੀ। ਉਹ ਵੀ ਕਹਿੰਦੇ ਸੀ ਵੀ ਠੀਕ ਆ, ਸਾਡਾ ਉਤੋਂ ਸਮੇਂ ਤੋਂ ਛੁਟਕਾਰਾ ਹੋਣਾ ਚਾਹੁੰਦਾ। ਇਹ ਜਿਹੜਾ ਇੰਸਟੈਂਸ ਆਇਆ ਵਾ, ਜਿਹਨੂੰ ਆਪਾਂ ਅੰਮ੍ਰਿਤਪਾਲ ਐਪੀਸੋਡ ਕਹਿੰਦੇ ਆ, ਇਹ ਜਿਸ ਮੌਕੇ ਦੇ ਉੱਤੇ ਪੰਜਾਬ ਦੇ ਵਿੱਚ ਆ ਰਿਹਾ ਵਾ, ਤੇ ਉਹਨੇ ਸਾਰਿਆਂ ਨੂੰ ਅਲਰਟ ਕੀਤਾ ਕਿ ਇਹ ਵਰਤਾਰਾ ਕੀ ਹੋ ਰਿਹਾ। ਔਰ ਜਿਸ ਤਰੀਕੇ ਦਾ ਘਟਨਾਕ੍ਰਮ ਹੋਇਆ ਵਾ, ਜਿਸ ਤਰੀਕੇ ਨਾਲ ਸਾਡੀ ਇੱਥੇ ਮੇਰੇ ਖਿਆਲ ਬੜੇ ਰਿਸਪੈਕਟੇਬਲ ਜਿਹੜੇ ਪੋਲੀਟੀਕਲ ਨੁਮਾਇੰਦੇ ਉੱਥੇ ਖੜੇ ਆ, ਮੈਨੂੰ ਲੱਗਦਾ ਹੈ ਕਿ ਜੇ ਅਸੀਂ ਪੰਜਾਬ ਦੇ ਹਿਤੈਸ਼ੀ ਆ, ਤੇ ਸਾਨੂੰ ਇੱਕ ਕੰਸੈਂਸਸ ਕਰਨਾ ਪਊਗਾ। ਕਿਸੇ ਦਾ ਕੋਈ ਫਰੀडम ਫਾਈਟਰ ਹੋ ਸਕਦਾ, ਕਿਸੇ ਦਾ ਕੋਈ ਟੈਰਰਿਸਟ ਹੋ ਸਕਦਾ, ਜਾਂ ਕਿਸੇ ਦਾ ਕੋਈ ਜਿਹੜਾ ਹੈਗਾ ਗੈਂਗਸਟਰ ਹੋ ਸਕਦਾ, ਪਰ ਅਲਟੀਮੇਟਲੀ ਜਿਹੜਾ ਹੈਗਾ ਵਾ, ਪੰਜਾਬ ਨਾਲ ਜੇ ਆਪਾਂ ਸੰਬੰਧੀ ਆ ਜਾਂ ਪੰਜਾਬ ਬਾਰੇ ਕੰਸਰਨਡ ਹੈਗੇ ਆ, ਸਾਨੂੰ ਇੱਕ ਲੈਵਲ ਦੇ ਉੱਤੇ ਕੰਸੈਂਸਸ ਤਿਆਰ ਕਰਨਾ ਪਊਗਾ। ਕੋਈ ਵੀ ਘਟਨਾ ਵਾਪਰਦੀ ਆ, ਜਦੋਂ ਇਦਾਂ ਦੇ ਹਾਲਾਤ ਬਣਦੇ ਆ, ਉਹ ਕੋਈ ਵਿਚਾਰਾ ਕਈ ਵਾਰੀ ਇਨੋਸੈਂਟ ਵੀ ਵਿੱਚ ਦਾ ਜਾਂਦਾ ਵਾ, ਕਈ ਵਾਰੀ ਕੋਈ ਟਾਰਗੇਟਡ ਵੀ ਹੁੰਦਾ, ਉਹ ਪਾਸਾ ਦੂਸਰਾ। ਹੁਣ ਗੱਲ ਰਹੀ ਕਿ ਕਿਸ ਤਰੀਕੇ ਨਾਲ ਅੰਮ੍ਰਿਤਪਾਲ ਦਾ ਫਿਨੋਮਨਾ ਆਇਆ, ਕਿੱਦਾਂ ਥੋੜੇ ਸਮੇਂ 'ਚ ਲਾਰਜਰ ਦੈਨ ਸਾਈਜ਼ ਹੋ ਗਿਆ, ਕਿੱਦਾਂ ਉਹ ਇੱਕ ਨੌਨ ਸਟੇਟ ਐਕਟਰ ਬਣ ਕੇ ਉਹਨੇ ਸਟੇਟ ਨੂੰ ਜਿਹੜਾ ਹੈਗਾ ਸੀ ਕੰਟੈਸਟ ਕੀਤਾ। ਜਿਸ ਤਰੀਕੇ ਦੀ ਅਜਨਾਲੇ ਦੀ ਮੈਂ ਤਾਂ ਇਹ ਕਹੂੰਗਾ, ਮੈਂ ਕਿਸੇ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਪਰ ਮੇਰੀ ਆਪਣੀ ਸਮਝ ਹੈਗੀ ਆ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਪੁਲਿਸ ਦਾ ਰਵੱਈਆ ਰਿਹਾ, ਮੈਨੂੰ ਲੱਗਦਾ ਕਿ ਪੁਲਿਸ ਨੇ ਪਿਛਲੇ ਸਮੇਂ ਤੋਂ ਕੁਝ ਸਿੱਖਿਆ। ਜੇ ਕੋਈ ਵੱਡਾ ਇਨਸੀਡੈਂਟ ਹੋ ਜਾਂਦਾ, ਜਾਂ ਵਾਇਲੈਂਸ ਹੋ ਜਾਂਦੀ, ਜਾਂ ਕਾਊਂਟਰ ਵਾਇਲੇਸ਼ਨ ਹੁੰਦੀ, ਤੇ ਮੈਨੂੰ ਲੱਗਦਾ ਸੀ ਵੀ ਹਾਲਾਤ ਕਿਸੇ ਹੋਰ ਪਾਸੇ ਵੱਲ ਜਾਣੇ ਸੀ। ਚੰਗੀ ਗੱਲ ਮੈਨੂੰ ਇਹ ਲੱਗਦੀ ਆ ਕਿ ਇਸ ਇਸ਼ੂ ਦੇ ਉੱਤੇ ਸੈਂਟਰ ਤੇ ਸਟੇਟ ਦੇ ਵਿੱਚ ਕੋਆਰਡੀਨੇਸ਼ਨ ਹੈਗੀ ਆ, ਜਿਹੜੀ 70s ਦੇ ਵਿੱਚ 80 ਚ ਨਹੀਂ ਸੀ ਹੁੰਦੀ। ਚਾਹੇ ਵੱਖਰੀਆਂ ਧਿਰਾਂ ਰਾਜ ਕਰਦੀਆਂ ਸੀ, ਚਾਹੇ ਉਸ ਸਮੇਂ ਦੀ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸੀ, ਵੱਡੇ ਹੱਦ ਤੱਕ ਜਿਹੜੇ ਸੀਗੇ ਉਹ ਜ਼ਿੰਮੇਵਾਰ ਸੀ। ਖਾਸ ਕਰਕੇ ਜਿਹੜੇ ਦੋਨੋਂ ਹੈ ਨਹੀਂ, ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ, ਜਿਹੜੀ ਖੁੰਦਕ ਸੀਗੀ, ਔਰ ਅਲਟੀਮੇਟਲੀ ਸਾਨੂੰ ਇਸ ਪਾਸੇ ਵੱਲ ਧੱਕਿਆ ਗਿਆ, ਜਿਹਦੇ ਤੋਂ ਅਸੀਂ ਇਹ ਜਿਹੜਾ ਸੀ ਸਾਰਾ ਕੁਝ ਵਰਤਾਰਾ ਦੇਖਿਆ। ਹੁਣ ਇਹ ਦੇਖੋ ਕਿ ਜਿਹੜੀ ਪੁਲਿਸ ਦੀ ਆਪਾਂ ਮੰਨ ਲੈ ਕੇ ਚੱਲੀਏ, ਮੈਂ ਕਹਿੰਦਾ ਵੀ ਇਸ ਸਮੇਂ ਦੇ ਇੰਡੀਅਨ ਸਟੇਟ ਜਾਂ ਪੰਜਾਬ ਸਟੇਟ ਬਹੁਤ ਪਾਵਰਫੁਲ ਹੋਈ ਆ। ਆਲ ਜਿਹੜੀ ਹੈਗੀ ਆ ਓਮਨੀ ਪ੍ਰੈਜ਼ੈਂਟ ਹੈਗੀ ਆ, ਓਮਨੀ ਪੋਟੈਂਟ ਹੈਗੀ ਆ, ਰਿਸੋਰਸਸ ਬਹੁਤ ਆ, ਕਮਿਊਨੀਕੇਸ਼ਨ ਆ, ਐਕਸੈਸ ਆ, ਸੜਕਾਂ ਆ, ਪੁਲਿਸ ਆ, ਪੈਰਾਮਿਲਟਰੀ ਫੋਰਸਸ ਆ, ਸਭ ਕੁਝ ਹੈਗਾ। ਜੇ ਅੰਮ੍ਰਿਤਪਾਲ ਨੂੰ ਇਹ ਲੌਂਗ ਲੈਟਸ ਸੀ ਦੈਟ ਸਟ੍ਰੈਟਜੀ ਦੇ ਤੌਰ ਤੇ ਮੈਂ ਨਹੀਂ ਹੁੰਦਾ ਠੀਕ ਹੋਵਾਂ, ਜੇ ਅੰਮ੍ਰਿਤਪਾਲ ਅਰੈਸਟ ਹੋ ਜਾਂਦਾ ਤੇ ਅੰਮ੍ਰਿਤਪਾਲ ਦਾ ਇਮੇਜ ਹੋਰ ਹੋਣਾ ਸੀਗਾ। ਜਿਸ ਤਰੀਕੇ ਨਾਲ ਲੰਬਾ ਰੋਪ ਦੇ ਕੇ ਮੈਨੂੰ ਇਹ ਲੱਗਦਾ ਹੈ ਕਿ ਸਟ੍ਰੈਟਜੀ ਦਾ ਜੇ ਅਰੈਸਟ ਹੋ ਜਾਂਦਾ, ਜੇ ਬੜਾ ਵੱਡਾ ਹੁੰਦਾ ਨਾ ਸਰ, ਕਹਿੰਦੇ ਜੇ ਪਰ ਸਰ ਮੈਨੂੰ ਅਲਾਉ ਕਰਨਾ, ਲੋਕਾਂ ਦੇ ਮਨਾਂ ਦੇ ਵਿੱਚ ਖਾਸ ਕਰਕੇ ਇਸ ਕਿਸਮ ਦੇ ਜਿਹੜੇ ਇਮੇਜ ਬਣਦੇ ਹੁੰਦੇ ਆ, ਐਤੁੱਲਾ ਖਮੇਨੀ ਅਬੋਲਿਸ਼ ਕੀਤਾ ਜਾਵੇ। ਉਪਕਾਰ ਜੀ, ਮੈਂ ਇਹ ਗੱਲ ਪਲੀਜ਼ ਚਾਹੁੰਦਾ ਵਾਂ, ਉਪਕਾਰ ਜੀ को मैं सवाल लेके आ रहा हूं सर। ठीक है जगरूप जी, ओके जगरूप जी ओके, जगरूप जी ओके प्लीज, ऑलराइट
ਉਪਕਾਰ ਜੀ ਸਵਾਲ ਇਹ ਖੜਾ ਹੋ ਗਿਆ, ਉਹਨਾਂ ਨੇ ਕਿਹਾ ਜੇ ਉਹ ਅਰੈਸਟ ਹੋ ਜਾਂਦਾ, ਜੇ ਹੀ ਤਾਂ ਬੜਾ ਵੱਡਾ ਸਰ, ਜੇ ਹੋ ਜਾਂਦਾ ਤੇ ਕਿਉਂ ਨਹੀਂ ਹੋਇਆ ਸਰ? ਸਵਾਲ ਤਾਂ ਇਹੀ ਆ। ਇਹ ਸਾਰਿਆਂ ਨੂੰ ਕੰਮ ਲਾਤਾ, ਕਦੀ ਰੇੜੀ ਤੇ ਬਹਿ ਜਾਂਦਾ, ਕਦੀ ਮੋਟਰਸਾਈਕਲ ਤੇ ਬਹਿ ਜਾਂਦਾ, ਫਿਰ ਕਹਿੰਦੇ ਉਹਨੇ ਕਿਸ਼ਤੇ 'ਚ ਪਾਰ ਕਰਨਾ ਸੀਗਾ। ਕੀ ਕਰ ਰਿਹਾ? ਇਹ ਤੁਸੀਂ ਕਹਿ ਰਹੇ ਹੋ, ਇਹ ਗੌਰਵ ਜੀ ਤੁਸੀਂ ਸਰ ਮੈਂ ਨਹੀਂ ਕਹਿ ਰਿਹਾ ਸਰ, ਪੁਲਿਸ ਕਹਿ ਰਹੀ ਹੈ ਸਰ, ਸਰ ਆਮ ਨੋਟ ਸੇਇੰਗ ਸਰ, ਪੁਲਿਸ ਇਜ਼ ਸੇਇੰਗ ਸਰ, ਆਪਣੀ ਪੁਲਿਸ ਕਹਿ ਰਹੀ ਹੈ, ਮੈਂ ਨਹੀਂ ਦੇਖਿਆ। ਸੁਣੋ, ਜੇ ਕੁਐਸਚਨ ਕੀਤਾ ਤੇ ਆਨਸਰ ਦੇਣ ਜੋ ਜਿਹੜਾ ਰੇਡੀ ਤੇ ਟਾਈਮ ਹੈ ਸਰ। ਹਾਂ ਮੈਂ ਨਹੀਂ ਕਹਿ ਰਿਹਾ, ਪੁਲਿਸ ਕਹਿ ਰਹੀ ਹੈ, ਠੀਕ ਹੈ। ਕਰ ਸਕਦੇ ਆ ਵੀ ਉਹ ਅੰਮ੍ਰਿਤਪਾਲ ਸਿੰਘ ਆ, ਅੰਮ੍ਰਿਤਪਾਲ ਸਿੰਘ ਨੂੰ ਇੱਕ ਮੋਹਰਾ ਬਣਾ ਕੇ ਤੇ ਉਹ ਕਮਿਊਨਿਟੀ ਸਾਰਾ ਬਦਨਾਮ ਕਰਨਾ ਚਾਹੁੰਦੇ ਆ, ਕਿਉਂਕਿ ਮਤਲਬ ਅੰਮ੍ਰਿਤ ਛਕਾਉਣਾ ਬੜੀ ਮਾੜੀ ਗੱਲ ਆ। ਸ਼ਿਵ ਸੈਨਾ ਵਾਲੇ ਬੁਲਟ ਪ੍ਰੂਫ ਜੈਕਟਾਂ ਉਹਨਾਂ ਨੂੰ ਤੁਸੀਂ ਆਪ ਪਰ ਜੇ ਉੱਥੇ ਸਿੱਧੂ ਮੂਸੇ ਵਾਲੇ ਨੂੰ ਰੇਡ ਦਿੱਤਾ ਗਿਆ ਸੀ, ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ 'ਚ ਇੰਟਰਵਿਊ ਕਰਾਈਆਂ ਜਾ ਸਕਦੀਆਂ ਨੇ, ਜੋ ਕੁਝ ਪਿੱਛੇ ਵਾਪਰ ਰਿਹਾ ਹੈ। ਜੇ ਕਿਸੇ ਸਿੱਖ ਨੇ, ਕਿਸੇ ਅੰਮ੍ਰਿਤ ਪ੍ਰਚਾਰ ਕਰ ਰਹੇ ਸਿੰਘ ਨੇ ਬੁਲਟ ਪ੍ਰੂਫ ਜੈਕਟਾਂ ਖਰੀਦ ਲਈਆਂ ਨੇ, ਉਹ ਬੜਾ ਵੱਡਾ ਗੁਨਾਹ ਹੋ ਗਿਆ ਹੈ। ਅਸੀਂ ਮਤਲਬ ਹਮੇਸ਼ਾ ਹੀ ਸਿੱਖਾਂ ਦੀ ਇਮੇਜ ਇਸ ਤਰੀਕੇ ਨਾਲ ਜਦੋਂ ਵੀ ਵੋਟਾਂ ਆਉਂਦੀਆਂ ਸਾਰੇ ਦੇਸ਼ ਵਿੱਚ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਕੇ ਤੇ ਉਹ ਲਾਹਾ ਲੈਂਦੇ ਆ, ਬਹੁਤ ਗਿਣਤੀ ਦੀਆਂ ਵੋਟਾਂ ਲੈਣ ਦਾ ਨਿਚੋੜ ਸਾਰਾ ਇਹ ਹੈ। ਜਿੰਨਾ ਵੀ ਡਰਾਮਾ ਕੀਤਾ ਜਾ ਰਿਹਾ ਜਾਂ ਪਹਿਲਾਂ ਕੀਤਾ ਗਿਆ ਆ, ਇਹਨੂੰ ਬੜੇ ਛੋਟੇ ਤਰੀਕੇ ਨਾਲ, ਕਿੱਥੇ ਤੁਸੀਂ ਉਹ ਡਿਬਰੂਗੜ੍ਹ ਜੇਲ੍ਹ ਆਮ ਜੇ ਬੰਦਿਆਂ ਨੂੰ ਮਤਲਬ ਅੰਗਰੇਜ਼ਾਂ ਵਾਲੇ ਕਾਲੇ ਪਾਣੀ 'ਚ ਭੇਜ ਦਿੰਦੇ ਸਨ, ਇਹ ਮਤਲਬ ਵੇਖੋ ਤਾਂ ਸਹੀ ਸਰ ਵੀ ਵਰਤਾਰਾ ਕਰਕੇ ਹੋ ਕੀ ਰਿਹਾ ਹੈ। ਨਹੀਂ ਸਰ ਫਿਰ ਕੀ ਕਰੀਏ? ਇੱਥੇ ਲੌਜ ਕਰ ਦਈਏ, ਤੁਹਾਨੂੰ ਕੀ ਲੱਗਦਾ? ਇੱਥੇ ਤੇ ਜੇਲ੍ਹਾਂ 'ਚ ਰੱਖ ਦਈਏ? ਇੱਥੇ ਤਾਂ ਆਪਾਂ ਥੋੜੇ ਦਿਨ ਪਹਿਲੇ ਹੀ ਗੈਂਗ ਵਾਰ ਦੇਖੀ ਆ, ਸਾਰਿਆਂ ਨੂੰ ਇੱਥੇ ਹੀ ਪਾ ਦਈਏ, ਫਿਰ ਮੁੜ ਤੋਂ ਗੈਂਗ ਵਾਰ ਹੋ ਜਾਏ, ਫਿਰ ਕੀ ਕਹੋਗੇ? ਆਹ ਤਾਂ ਸੰਭਾਲਿਆ ਨਹੀਂ ਜਾਂਦਾ। ਹੁਣ ਅਗਰ ਪ੍ਰੀਵੈਂਟਿਵ ਕੰਮ ਹੋ ਰਿਹਾ, ਆਪਾਂ ਜੇਲ੍ਹਾਂ ਵਿੱਚ ਡੱਕੇ ਨਾ ਕਰੋ ਤਾਂ ਕਿ ਜਾ ਕੇ ਜੇ ਤੁਹਾਨੂੰ ਅਲਾਉ ਕਰਦੇ ਆ ਤੇ ਉਹ ਇੰਟਰਵਿਊ ਲਓ, ਵੇਖੋ ਵੀ ਉਹ ਬੰਦੇ ਇੰਨੇ ਜੋਗੇ ਹੈਗੇ ਜਿਨ੍ਹਾਂ ਨੂੰ ਤੁਸੀਂ ਐਨਐਸਏ ਲਾਗ ਦੇ ਵਿੱਚ ਠੋਕਤਾ ਆ। ਸਰ ਤੁਸੀਂ ਉੱਥੇ ਲੌਜਿਕ ਦੀ ਗੱਲ ਕਰ ਰਹੇ ਹੋ ਨਾ ਸਰ, ਸਵਾਲ ਤਾਂ ਹੀ ਖੜਾ ਹੋ ਰਿਹਾ। ਹੁਣ ਇੱਕ ਬੰਦਾ ਅਗਰ ਆ ਕੇ ਅਗਰ ਸਰੈਂਡਰ ਕਰਦੇ, ਉਹਦੇ ਘਰ ਦੇ ਕਹਿੰਦੇ ਸਰੈਂਡਰ ਕਰਦੇ, ਤਾਂ ਗੱਲ ਹੀ ਖਤਮ ਹੋ ਜਾਣੀ ਆ। ਸਰੀਨ ਸਾਹਿਬ ਹੁਣ ਇਹਦੇ ਵਿੱਚ ਕੀ ਦਿੱਕਤ ਹੈ? ਜੇ ਆਪਣੇ ਜੇਲ੍ਹਾਂ ਦੇ ਵਿੱਚ ਸਾਰਿਆਂ ਨੂੰ ਰੱਖ ਦਿੰਦੇ ਆ, ਕੱਲ ਨੂੰ ਜੇਲ੍ਹ ਵਾਰ ਹੋ ਜਾਂਦੀ ਹੈ, ਉੱਥੇ ਗੈਂਗ ਵਾਰ ਹੁੰਦੀ ਹੈ, ਤਾਂ ਪ੍ਰੋਬਲਮ ਹੋ ਜਾਂਦੀ ਹੈ, ਤਾਂ ਕੋਈ ਸਮਝਦਾ ਨਹੀਂ। ਹੁਣ ਅਗਰ ਦੂਰ ਪ੍ਰੀਵੈਂਟਿਵ ਮੈਜਰਸ ਲੈ ਕੇ ਰੱਖਿਆ ਤਾਂ ਪ੍ਰੋਬਲਮ ਹੋ ਗਈ। ਫਿਰ ਕਰਨਾ ਕੀ ਹੈ ਸਰ? ਇਹ ਕਰਨਾ ਕੀ ਹੈ ਫਿਰ? ਚਾਹ ਕੀ ਰਹੇ ਹੋ? ਚਾਹ ਕੀ ਰਹੇ ਹੋ ਤੁਸੀਂ ਦੱਸੋ ਪਹਿਲੇ, ਚਾਹ ਕੀ ਰਹੇ ਹੋ ਸਰ? ਅਮਨ ਚੈਨ ਸ਼ਾਂਤੀ ਅਸੀਂ ਕੀ ਚਾਹੁੰਦੇ ਹਾਂ? ਅਸੀਂ ਚਾਹ ਰਹੇ ਹਾਂ ਸਰ, ਸਾਰੇ ਇਹੀ ਚਾਹ ਰਹੇ, ਤੁਹਾਡੇ ਕੋਸ਼ਾਂ ਵੀ ਚਾਹ ਰਹੇ ਆ, ਬੰਦਾ ਤਾਂ ਇਹ ਭੱਜ ਰਿਹਾ, ਉਹਦੀ ਅਰੈਸਟ ਦਿਖਾਈ ਜਾਵੇ। ਅਸੀਂ ਇਹ ਚਾਹ ਰਹੇ ਹਾਂ ਉਹਦੀ ਅਰੈਸਟ ਦਿਖਾਈ ਜਾਵੇ। ਅਰੈਸਟ ਤਾਂ ਹੋਏਗਾ ਨਾ ਜੋ ਇੱਕ ਜਗ੍ਹਾ ਟਿੱਕੇ ਬੈਠੇਗਾ, ਰੋਜ਼ ਨਵਾਂ ਰੰਗ ਰੂਪ ਬਦਲ ਲੈਂਦਾ ਹੈ। ਹੁਣ ਮੈਂ ਕੀ ਕਹਾਂ ਸਰ? ਸਰੀਨ ਸਾਹਿਬ ਕਿਤੇ ਕੋਈ ਗੱਲ ਨਹੀਂ, ਰੰਗ ਰੂਪ ਦੇ ਵਿੱਚ ਤੁਸੀਂ ਅਮਰਪਾਲ ਸਿੰਘ ਦੇਖਿਆ ਸਰ ਪੁਲਿਸ ਤੁਸੀਂ ਸੁਣਨੇ ਸਰ, ਸੁਣੀ ਨਹੀਂ ਤੁਸੀਂ ਸਾਰੇ ਆਈਜੀ ਸਾਹਿਬ ਸੁਖਚੈਨ ਸਿੰਘ ਉਹਨਾਂ ਦੀ ਗਿੱਲ ਸਾਹਿਬ ਦੀ ਤੁਸੀਂ ਸਰ ਸੁਣਿਆ ਨਹੀਂ ਪ੍ਰੋਪਰ ਉਹਨਾਂ ਦਾ ਵਰਜਨ। ਸਰੀਨ ਸਾਹਿਬ ਟੈਕਲ ਤਾਂ ਕਰਨਾ ਹੀ ਹੈ ਨਾ। ਗੌਰਵ ਜੀ ਜਿਹੜੇ ਚਾਰ ਬੰਦੇ ਫੜੇ ਜਿਨ੍ਹਾਂ ਨੇ ਕਿਹਾ ਵੀ ਬਰੀਜਾ ਤੋਂ ਭਜਾਇਆ ਸੀ, ਉਹਨਾਂ ਦੀ ਕੋਈ ਸਟੇਟਮੈਂਟ ਕਿਉਂ ਨਹੀਂ ਦਵਾਈ? ਉੱਥੋਂ ਹੀ ਕਲੀਅਰ ਹੋ ਜਾਣਾ ਸੀ। ਅਦਾਲਤ ਚ ਆ ਜਾਏਗੀ ਸਰ ਸਟੇਟਮੈਂਟ, ਕੋਈ ਗੱਲ ਨਹੀਂ ਸਰ ਅਦਾਲਤਾਂ ਹੈਗੀਆਂ ਸਰ, ਥੋੜਾ ਪੁਲਿਸ ਨੂੰ ਕੋਈ ਇਨ ਆਰ ਕੋਰਟ ਸਰ ਜੁਡੀਸ਼ੀਅਲ ਪ੍ਰੋਸੈਸ ਚ ਬਿਲੀਵ ਕਰਨਾ ਚਾਹੀਦਾ। ਅਦਾਲਤਾਂ ਦੇ ਵਿੱਚ ਇਹੀ ਕੰਮ ਹੀ ਹੁੰਦਾ ਸਰ ਸਾਰਾ ਦਿਨ, ਜਿਵੇਂ ਥੋੜਾ ਨਾ ਸਾਰਾ ਦਿਨ ਕੈਮਰੇ ਅੱਗੇ ਹਰ ਚੀਜ਼ ਹੋ ਜਾਏਗੀ, ਫੜ ਲਿਆ ਨਾ ਕਰ ਦੇਣਗੇ। ਆਲਰਾਈਟ ਸਰ ਸਰੀਨ ਸਾਹਿਬ ਹਾਂਜੀ ਠੀਕ ਹੈ ਜੀ ਗੌਰਵ ਜੀ। ਸਰ ਭਰੋਸਾ ਤਾਂ ਰੱਖਣਾ ਪੈਣਾ ਨਾ ਆਪਣੇ ਕਾਨੂੰਨ ਤੇ, ਆਪਣੀ ਸਿਕਿਉਰਿਟੀ ਏਜੰਸੀਜ਼ ਤੇ। ਆਪਾਂ ਕਹਿੰਦੇ ਇੱਥੇ ਕਿਉਂ ਨਹੀਂ ਰੱਖਿਆ, ਉੱਥੇ ਰੱਖਤਾ, ਘਰੋਂ ਕਿਉਂ ਨਹੀਂ ਚੁੱਕਿਆ, ਬਾਹਰੋਂ ਚੁੱਕ ਲਿਆ। ਸਰ ਇਫ ਐਂਡ ਬਟ ਕਿੰਤੂ ਪਰੰਤੂ ਹੀ ਬਹੁਤ ਜ਼ਿਆਦਾ ਹੈਗੇ ਆ। ਗੌਰਵ ਜੀ ਮੈਂ ਸਮਝਦਾ ਹਾਂਜੀ ਬੜਾ ਕੁਝ ਵਾਪਰਿਆ ਜੀ। ਜਿਹੜਾ ਇਸ ਸਮੇਂ ਦਾ ਦੌਰ ਚੱਲ ਰਿਹਾ, ਅੱਜ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜੋ ਇਹ ਅੰਮ੍ਰਿਤਪਾਲ ਦਾ ਐਪੀਸੋਡ ਸ਼ੁਰੂ ਹੋਇਆ ਹੈਗਾ ਅਰੈਸਟ ਦਾ, ਉਹ ਸਾਰਾ ਸਾਨੂੰ ਸਾਰਿਆਂ ਨੂੰ ਫੋਰਸਿਸ ਦੇ ਨਾਲ ਖੜਨਾ ਚਾਹੀਦਾ ਹੈ, ਕਿਉਂਕਿ ਜਿਹੜੇ ਵੀ ਲੋਕ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਸਾਡਾ ਸੌਫਟ ਕਾਰਨਰ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ, ਔਰ ਮੈਂ ਸਮਝਦਾ ਕਿਸੇ ਦਾ ਹੋਏਗਾ ਵੀ ਨਹੀਂ। ਸਾਰੇ ਪੰਜਾਬੀ ਜਿਹੜੇ ਹੈਗੇ ਨੇ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣਾ ਚਾਹੁੰਦੇ। ਬਿਲਕੁਲ। ਦੂਜੀ ਚੀਜ਼ ਜਿਹੜੀ ਹੈਗੀ ਹੈ, ਦੇਖੋ ਐਸ ਕੋਈ ਦੁਰਾਏ ਨਹੀਂ, ਜਿੰਨੇ ਵੀ ਮੇਰੇ ਸਾਥੀ ਪੈਨਲਿਸਟ ਬੈਠੇ ਨੇ ਅੱਜ ਤੱਕ ਅਸੀਂ ਦੱਬ ਕੇ ਇਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੰਡਿਆ, ਉਹਦੀ ਫੇਲਿਅਰਸ ਨੂੰ ਉਜਾਗਰ ਕੀਤਾ, ਉਹਨੂੰ ਕ੍ਰਿਟਿਸਾਈਜ਼ ਕੀਤਾ ਹੈਗਾ। ਰਾਜਨੀਤੀ ਕਰਨ ਵਾਸਤੇ, ਰਾਜਨੀਤਿਕ ਸਟੇਟਮੈਂਟਾਂ ਵਾਸਤੇ ਬਹੁਤ ਸਾਰੇ ਸਮੇਂ ਆਉਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਔਰ ਅਸੀਂ ਕਰਦੇ ਵੀ ਹਾਂ। ਔਰ ਅਸੀਂ ਹੁਣ ਤੱਕ ਮਾਨ ਸਰਕਾਰ ਨੂੰ ਟੋਟਲੀ ਕੰਡੈਮ ਕਰਦੇ ਆਏ ਹਾਂ, ਕਿਉਂਕਿ ਉਹ ਟੋਟਲ ਇੱਕ ਫੇਲਡ ਸਰਕਾਰ ਹੈਗੀ ਹੈ। ਲੇਕਿਨ ਸਵਾਲ ਇਹ ਹੈ ਕਿ ਇਹ ਜਿਹੜਾ ਆ ਟਾਈਮ ਹੈਗਾ, ਇਹ ਬੜਾ ਨਾਜ਼ੁਕ ਦੌਰ ਹੈਗਾ, ਰਾਈਟ। ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸ਼ਾਂਤੀ ਨੂੰ ਢਾਹ ਲੱਗ ਰਹੀ ਸੀ, ਔਰ ਇਵਨ ਅਕਾਲੀ ਦਲ ਦੇ ਮਜੀਠੀਆ ਸਾਹਿਬ ਨਾਲ ਔਰ
ਆਪਾਂ ਸਾਰਿਆਂ ਨੇ ਸੁਣਿਆ ਕਿ ਮਜੀਠੀਆ ਸਾਹਿਬ ਔਰ ਅੰਮ੍ਰਿਤਪਾਲ ਦੀ ਕੀ ਤੂੰ ਮੈਂ ਪਬਲਿਕਲੀ ਸਾਹਮਣੇ ਹੋਈ ਹੈ। ਆਪਾਂ ਸਾਰਿਆਂ ਨੇ ਦੇਖਿਆ ਕਿ ਬਾਜਵਾ ਸਾਹਿਬ ਦੀ ਸਟੇਟਮੈਂਟਸ ਅੰਮ੍ਰਿਤਪਾਲ ਵਾਸਤੇ ਕੀ ਸੀਗੀਆਂ। ਆਪਾਂ ਸਾਰਿਆਂ ਨੇ ਦੇਖਿਆ ਕਿ ਸਾਰੇ ਪੰਜਾਬੀ ਤੋਂ ਚਿੰਤਿਤ ਸੀਗੇ। ਲੇਕਿਨ ਅੱਜ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਹੋ ਰਹੀ ਹੈ, ਮੈਂ ਚਾਹੁੰਦਾ ਕਿ ਉਸ ਵਿਸ਼ੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਬਿਲਕੁਲ ਐਸਾ ਕੋਈ ਦੋਰਾ ਹੀ ਨਹੀਂ ਕਿ ਸਾਡਾ ਸਾਰਿਆਂ ਦਾ ਪ੍ਰਯਾਸ ਹੋਣਾ ਚਾਹੀਦਾ। ਸਰਕਾਰ ਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਕੋਈ ਬੇਗੁਨਾਹ ਜਿਹੜਾ ਹੈਗਾ ਵੈ ਸਿਰਫ ਸ਼ੱਕ ਦੇ ਆਧਾਰ ਦੇ ਉੱਤੇ ਉਹ ਕਿਤੇ ਉਹਨਾਂ ਨਾਲ ਕੋਈ ਤਸ਼ੱਦਦ ਨਾ ਹੋ ਜਾਏ, ਕੋਈ ਉਹਦੇ ਤੇ ਕਠੋਰਤਾ ਨਾ ਆ ਜਾਏ। ਲੇਕਿਨ ਜਿਹੜੇ ਬੰਦੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸੀਗੇ, ਪੰਜਾਬ ਨੂੰ ਇੱਕ ਵਾਰੀ ਫਿਰ 80 ਦਸ਼ਕ ਲੈ ਕੇ ਜਾਣਾ ਚਾਹੁੰਦੇ ਸੀਗੇ, ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਭੰਗ ਕਰਨਾ ਚਾਹੁੰਦੇ ਸੀਗੇ, ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਮਰਜ਼ੀ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੇ ਆਪਾਂ ਐਨਐਸਏ ਉਹਨਾਂ ਤੇ ਲਾਤਾ। ਇੱਕ ਸਵਾਲ ਲਿਓ ਜਰਾ, ਇੱਕ ਕਿਰਪਾ ਸਵਾਲ ਲੈਣਾ। ਹੁਣ ਦੇਖੋ ਪੁਰਾਣੇ ਦੌਰ ਦੀ ਗੱਲ ਕਰ ਰਹੇ ਆਪਾਂ ਕਿ ਪੁਰਾਣੇ ਦੌਰ 'ਚ ਇਹ ਹੁੰਦਾ ਸੀਗਾ, ਪਤਾ ਹੀ ਨਹੀਂ ਚੱਲਦਾ ਸੀ ਕਿੱਥੇ ਫੜ ਕੇ ਕਿੱਥੇ ਪਾ ਦਿੰਦੇ ਸੀਗੇ, ਬੱਚੇ ਆਉਂਦੇ ਹੀ ਨਹੀਂ ਸੀਗੇ। ਵੀ ਆਰ ਰੀਅਲੀ ਵੈਰੀ ਕੰਸਰਨਡ ਸਰ। ਮਾੜਾ ਹੁੰਦਾ ਸੀਗਾ, ਮਾੜਾ ਹੋਇਆ। ਅੱਜ ਭੁੱਲਰ ਸਾਹਿਬ ਨੇ ਕਿਹਾ, ਚਹਿਲ ਸਾਹਿਬ ਸਾਰਿਆਂ ਨੇ ਕਿਹਾ ਬਹੁਤ ਗਲਤ ਹੋਇਆ। ਬਟ ਸਰ ਅੱਜ ਹਰ ਦਿਨ ਸ਼ਾਮ ਨੂੰ ਕਿਸੇ ਵੀ ਟਾਈਮ ਪੁਲਿਸ ਵੱਲੋਂ ਸਟੇਟਮੈਂਟ ਆ ਰਹੀ ਹੈ, ਸਾਰੇ ਪੱਤਰਕਾਰ ਬੈਠੇ ਆ, ਸਵਾਲ ਪੁੱਛ ਰਹੇ ਆ ਨਾ ਸਰ, ਕਟਹਿਰੇ 'ਚ ਖੜਾ ਕਰ ਰਹੇ ਨਾ ਆਪਣੇ ਬੰਦਿਆਂ ਨੂੰ ਹੀ। ਦੱਸੋ ਕਿੰਨਾ ਨੂੰ ਫੜਿਆ, ਕਿਹੜੇ ਚਾਰजेस 'ਚ ਫੜਿਆ, ਕਿਉਂ ਫੜਿਆ, ਕਦੋਂ ਛੱਡੋਗੇ? ਸਰ ਸਵਾਲ ਪੁੱਛਦੇ ਆ ਨਾ ਸਰ ਆਪਾਂ ਸਾਰੇ। ਸਰ ਤੁਸੀਂ ਠੀਕ ਗੱਲ ਕਰ ਤੇ ਆਪਾਂ ਨੂੰ ਭਰੋਸਾ ਕਿਸੇ ਦਾ ਕਰਨਾ ਪਊਗਾ ਨਾ ਸਰ। ਆਪਣੀ ਏਜੰਸੀ ਤੇ ਭਰੋਸਾ ਨਹੀਂ ਕਰਾਂਗੇ ਤਾਂ ਕਿਵੇਂ ਚੱਲੂ ਸਰ? ਨਹੀਂ ਮੈਂ ਬਿਲਕੁਲ ਠੀਕ, ਮੈਂ ਤੁਹਾਨੂੰ ਇਹੀ ਗੱਲ ਤਾਂ ਮੈਂ ਕਹਿ ਰਿਹਾ ਕਿ ਰਾਜਨੀਤੀ ਕਰਨ ਵਾਸਤੇ, ਅਸੀਂ ਪੋਲੀਟੀਕਲ ਸਕੋਰਸ ਕਰਨ ਵਾਸਤੇ ਬਹੁਤ ਸਾਰੇ ਮੌਕੇ ਆਉਂਦੇ ਨੇ, ਅਸੀਂ ਕੀਤੇ ਨੇ। ਅਸੀਂ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਕਟਕਰੇ 'ਚ ਖੜਾ ਕੀਤਾ, ਉਹਨੂੰ ਐਕਸਪੋਜ਼ ਕੀਤਾ, ਉਹਦੀ ਫੇਲਿਅਰਸ ਨੂੰ। ਰਾਈਟ। ਲੇਕਿਨ ਆ ਜਿਹੜਾ ਸਮਾਂ ਜਿਸ ਵੇਲੇ ਪੰਜਾਬ ਦੀ ਅਮਨ ਔਰ ਸ਼ਾਂਤੀ ਦਾ ਸਮਾਂ ਹੈਗਾ, ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਫੋਰਸਿਸ ਦੇ ਨਾਲ ਖੜਨਾ ਚਾਹੀਦਾ ਤਾਂ ਕਿ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ। ਔਰ ਲੇਕਿਨ ਮੈਂ ਫਿਰ ਬਾਰ ਕਹਿ ਰਿਹਾ, ਕੋਈ ਵੀ ਨਿਰਦੋਸ਼ ਜਿਹੜਾ ਹੈਗਾ ਵੈ, ਪੁਲਿਸ ਨੂੰ ਕੋਸ਼ਿਸ਼ ਰਹਿਣਾ ਪਏਗਾ ਕਿ ਕਿਸੇ ਨਿਰਦੋਸ਼ ਦੇ ਉੱਤੇ ਕੋਈ ਜਾਤੀ ਨਾ ਹੋ ਜਾਏ। ਬਿਲਕੁਲ ਠੀਕ ਗੱਲ ਹੈ। ਔਰ ਮੈਂ ਉਮੀਦ ਕਰਦਾ ਕਿ ਫੋਰਸਿਸ ਜਿਹੜੀ ਜਿਸ ਤਰੀਕੇ ਨਾਲ ਕੰਮ ਕਰ ਰਹੀਆਂ ਨੇ, ਉਹ ਇਸ ਗੱਲ ਦਾ ਜਿਵੇਂ ਅੱਜ ਜਿਵੇਂ ਤੁਸੀਂ ਗੱਲ ਕੀਤੀ, ਉਸ ਵੇਲੇ ਦੇ ਟਾਈਮ ਦੇ ਵਿੱਚ ਹੁਣ ਦੇ ਟਾਈਮ 'ਚ ਬਹੁਤ ਫਰਕ ਆ ਗਿਆ। ਹੁਣ ਤੇ ਮੀਡੀਆ ਇੰਨਾ ਹੋ ਗਿਆ, ਸੋਸ਼ਲ ਮੀਡੀਆ ਇੰਨਾ ਹੋ ਗਿਆ, ਹਰ ਚੀਜ਼ ਦਾ ਐਕਸਪੋਜ਼ਰ ਇੰਨਾ ਹੋ ਗਿਆ ਕਿ ਡੇ ਟੂ ਡੇ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ ਸਾਰੀਆਂ ਸਾਹਮਣੇ ਆ ਜਾਂਦੀਆਂ ਨੇ। ਸਰ ਸਾਰੀਆਂ ਆ ਜਾਂਦੀਆਂ, ਦੇਖੋ ਤੁਹਾਡੇ ਸਾਹਮਣੇ ਹੀ ਹੈ। ਅੱਗੇ ਚੱਕ, ਹਾਂ ਗੌਰਵ ਜੀ ਠੀਕ ਕਹਿ ਰਹੇ ਸੀਗਾ, ਕਿਸੇ ਨੂੰ ਚੱਕ ਕੇ ਲੈ ਗਏ, ਚਾਹੇ ਅੱਤਵਾਦੀ ਚੱਕ ਕੇ ਲੈ ਗਏ ਤਾਂ ਨਹੀਂ ਸੀ ਪਤਾ ਲੱਗਦਾ ਕਿੱਥੇ ਲੈ ਗਏ, ਜੇ ਪੁਲਿਸ ਕਿਸੇ ਨੂੰ ਲੈ ਗਈ ਉਹਦਾ ਪਤਾ ਨਹੀਂ ਸੀ ਲੱਗਦਾ ਕਿੱਥੇ ਲੈ ਗਏ। ਅੱਜ ਹਰ ਚੀਜ਼ ਜਿਹੜੀ ਹੈਗੀ ਹੈ ਪਬਲਿਕ ਡੋਮੇਨ 'ਚ ਹੈਗੀ ਹੈ। ਐਗਜ਼ੈਕਟਲੀ। ਸੋ ਮੈਂ ਸਮਝਦਾ ਹੈਗਾ ਕਿ ਇਸ ਵਿਸ਼ੇ ਦੇ ਉੱਤੇ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੇ ਲੋਕ ਅਮਨ ਸ਼ਾਂਤੀ ਦਾ ਭੰਗ ਕਰਨਾ ਚਾਹੁੰਦੇ ਸੀ, ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ, ਉਹਨਾਂ ਦੇ ਖਿਲਾਫ ਸਾਰੇ ਪੰਜਾਬੀਆਂ ਨੂੰ ਡਟ ਕੇ ਖੜਨਾ ਚਾਹੀਦਾ। ਚਹਿਲ ਸਾਹਿਬ ਸਵਾਲ ਇਹ ਹੈ, ਦੇਖੋ ਜਿਵੇਂ ਸਰੀਨ ਸਾਹਿਬ ਨੇ ਕਿਹਾ, ਬੜੀ ਵਾਜਿਬ ਗੱਲ ਕਹੀ ਉਹਨਾਂ ਨੇ, ਲਾਅ ਏਜੰਸੀਜ਼, ਲਾਅ ਇਨਫੋਰਸਿੰਗ ਏਜੰਸੀਜ਼ ਕੰਮ ਕਰ ਰਹੀਆਂ ਨੇ, ਠੀਕ ਹੈ, ਵੀ ਹੈਵ ਟੂ ਬਿਲੀਵ them, ਕਿਉਂਕਿ ਉਸ ਤੋਂ ਇਲਾਵਾ ਵੀ ਡੋਂਟ ਹੈਵ ਐਨੀ ਅਦਰ ਆਪਸ਼ਨ। ਪਹਿਲੀ ਗੱਲ, ਅੰਮ੍ਰਿਤਪਾਲ ਦੇ ਘਰ ਗਈਆਂ ਪੁਲਿਸ ਫੋਰਸਿਸ, ਉੱਥੇ ਜਾ ਕੇ ਘਰਦਿਆਂ ਨਾਲ ਵੀ ਗੱਲਬਾਤ ਕੀਤੀ। ਉਹ ਕਹਿੰਦੇ ਅਸੀਂ ਗੱਲਬਾਤ ਕਰਕੇ ਪੂਰੇ ਤਰੀਕੇ ਨਾਲ ਪ੍ਰੋਟੋਕਾਲ ਨੂੰ ਫੋਲੋ ਕਰਕੇ ਅਸੀਂ ਆਏ ਹਾਂ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ, ਸਾਰਾ ਪ੍ਰੋਟੋਕਾਲ ਤੇ ਕਾਨੂੰਨ ਦੀ ਪਾਲਣਾ ਹੋ ਰਹੀ ਹੈ। ਤੇ ਸਰ ਇਹੀ ਅਸੀਂ ਚਾਹ ਰਹੇ ਹਾਂ ਕਿ ਕਾਨੂੰਨ ਦੀ ਪਾਲਣਾ ਹੋਵੇ, ਕਿਸੇ ਨਿਰਦੋਸ਼ ਆਪਣੇ ਬੱਚੇ ਤੇ ਆਪਣੇ ਪੰਜਾਬੀ ਨੌਜਵਾਨ ਦੇ ਉੱਪਰ ਤਸ਼ੱਦਦ ਨਾ ਹੋਵੇ, ਕਿਸੇ ਦੇ ਉੱਪਰ ਗਲਤ ਕਾਰਵਾਈ ਨਾ ਹੋਵੇ। ਅਸੀਂ ਤਾਂ ਕਹਿ ਰਹੇ ਹਾਂ ਸਰ, ਇਸੇ ਕਰਕੇ ਸਾਰੀ ਟੀਮਾਂ ਲਿਵਿੰਗ ਇੰਡੀਆ ਨਿਊਜ਼ ਵੀ ਸਾਰਾ ਦਿਨ ਆਪਣੇ ਸਾਰੇ ਰਿਪੋਰਟਰਾਂ ਨੂੰ ਲਾਈਵ ਰੱਖਦਾ ਕਿ ਇਹ ਅਗਰ ਫੋਰਸਿਸ ਕਿੱਥੇ ਵੀ ਉਰਾ ਪਰਾਂ ਹੋਣਗੇ ਨਾ ਤਾਂ ਕੈਮਰੇ 'ਚ ਰਿਕਾਰਡ ਕਰਕੇ ਇੱਥੇ ਦਿਖਾ ਦਾਂਗੇ। ਸਰ ਚਹਿਲ ਸਾਹਿਬ, ਦੇਖੋ ਮੈਂ ਇਸ ਚੀਜ਼ ਦੇ ਉੱਪਰ ਬਿਲਕੁਲ ਗੌਰਵ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ। ਖਾਸ ਕਰ ਕੁਝ ਚੈਨਲ ਤੇ ਇਦਾਂ ਦੇ ਹੈਗੇ ਆ ਜਿਹੜੇ ਉਸ ਚੀਜ਼ ਨੂੰ ਟਾਈਮ ਟੂ ਟਾਈਮ ਵਾਚ ਆਊਟ ਕਰ ਰਹੇ ਆ, ਬੜੀ ਗੰਭੀਰਤਾ ਨਾਲ ਇਸ ਮਸਲੇ ਨੂੰ ਲੈ ਰਹੇ ਆ ਕਿ ਕਿਸੇ ਦੇ ਨਾਲ ਧੱਕਾ ਨਾ ਹੋਵੇ। ਜੇ ਕੋਈ ਇਦਾਂ ਦੀ ਵੀਡੀਓ ਆਉਂਦੀ ਹੈ ਤੁਸੀਂ ਉਸ ਚੀਜ਼ ਨੂੰ ਲਾਈਵ ਚਲਾ ਦਿਓ। ਪਰ ਕੁਝ ਇਦਾਂ ਦਾ ਮੀਡੀਆ ਹੈ, ਮੈਂ ਤੁਹਾਡੇ ਮਾਧਿਅਮ ਦੇ ਨਾਲ ਕਹਿਣਾ ਵੀ ਚਾਹੁੰਦਾ, ਪਰ ਮੈਂ ਨਹੀਂ ਕਰਨਾ ਚਾਹੂੰਗਾ ਨਾ ਲੈ ਕੇ, ਇਹਨਾਂ ਦਾ ਕੰਮ ਨਹੀਂ ਹੈ ਸਵੇਰ ਤੋਂ ਰਾਤ ਜਾਂਦੇ ਆ ਪੰਜਾਬ ਦੇ। ਠੀਕ ਹੈ, ਅੱਜ ਬੜਾ ਗੰਭੀਰਤਾ ਵਾਲਾ ਮੁੱਦਾ, ਪਰ ਤੁਸੀਂ ਇਸ ਚੀਜ਼ ਨੂੰ ਪਹਿਲਾਂ ਉਸ ਚੀਜ਼ ਨੂੰ ਕੋਜਲ ਦਿੱਤਾ ਅੰਮ੍ਰਿਤਪਾਲ ਨੂੰ। ਅੰਮ੍ਰਿਤਪਾਲ ਨੇ ਤੁਸੀਂ ਇੰਟਰਵਿਊ ਕੀਤੀਆਂ, ਅੰਮ੍ਰਿਤਪਾਲ ਨੂੰ ਤੁਸੀਂ ਵਧਾ ਚੜਾ ਕੇ ਲੋਕਾਂ ਦੇ ਪੇਸ਼ ਕੀਤਾ, ਰਿਸ਼ਤਾ ਬਣਾ ਕੇ ਪੇਸ਼ ਕੀਤਾ। ਅੱਜ ਜਦੋਂ ਉਹਦੇ ਨਾਲ ਹੋਰ ਬੱਚਿਆਂ ਦੇ ਉੱਪਰ ਸਕੰਜਾ ਕੱਢਿਆ ਜਾ ਰਿਹਾ ਜਾਂ ਹੋਰ ਗੱਲਾਂ ਕਰ ਰਹੀਆਂ, ਉਹਨਾਂ ਬਾਰੇ ਤੁਸੀਂ ਆਵਾਜ਼ ਨਹੀਂ ਚੱਕ ਰਹੇ। ਉਹ ਜੋ ਪੰਜਾਬ ਦੇ ਵਿੱਚ ਹੋਇਆ, ਪਹਿਲਾਂ ਵੀ ਮੈਂ ਗੱਲ ਕੀਤੀ ਆ ਕਿ ਅੰਮ੍ਰਿਤਪਾਲ ਨੇ ਜਦੋਂ ਪੰਜਾਬ ਦੇ ਵਿੱਚ ਕੁੜੀ ਦੇ
ਵੇਲੇ ਕਤਲ ਹੋਇਆ, ਅੰਮ੍ਰਿਤਪਾਲ ਦੇ ਬਿਆਨ ਆਏ, ਅਸੀਂ ਉਦੋਂ ਵੀ ਇਹ ਗੱਲ ਕੀਤੀ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਆ, ਅੰਮ੍ਰਿਤਪਾਲ ਦੇ ਉੱਪਰ ਕੁਝ ਨਾ ਕੁਝ ਸਕੰਜਾ ਕੱਸਿਆ ਜਾਵੇ ਇਸ ਚੀਜ਼ ਨੂੰ ਲੈ ਕੇ, ਤਾਂ ਜੋ ਇਦਾਂ ਦੀਆਂ ਗਤੀਵਿਧੀਆਂ ਨਾ ਹੋਣ। ਪਰ ਸਰਕਾਰ ਤੇ ਮੇਰਾ ਸਵਾਲ ਇਹ ਹੈ ਵੀ ਉਦੋਂ ਬਹੁਤ ਵੱਡਾ ਇੰਟੈਲੀਜੈਂਸ ਦਾ ਫੇਲੀਅਰ ਸੀ। ਉਦੋਂ ਇਹ ਲੋਕ ਕਹਿ ਰਹੇ ਸੀ ਕਿ ਜੇ ਸਿਆਸਤ ਕਰ ਰਹੇ, ਮੈਂ ਖਰੀਦ ਸਾਹਿਬ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ, ਅੱਜ ਇਹ ਗੱਲ ਕਰ ਰਹੇ ਆ ਕਿ ਜੀ ਦੂਜੇ ਸਿਆਸਤ ਨਾ ਕਰਨ, ਬਿਕਾਜ਼ ਇਹ ਤਾਂ ਇਹ ਗੱਲ ਕਰ ਰਹੇ ਵਰਤਮਾਨ ਦੇ ਹੱਕ 'ਚ ਬੋਲ ਰਹੇ ਆ ਕਿਉਂਕਿ ਇਹਨਾਂ ਦਾ ਜੁਆਇੰਟ ਆਪਰੇਸ਼ਨ ਹੈ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ। ਪੰਜਾਬ ਦੇ ਵਿੱਚ ਏਦਾਂ ਆ ਕੀ ਆ ਗਿਆ ਸੀ, ਮਾਹੌਲ ਬਣ ਗਿਆ ਸੀ ਪੰਜਾਬ ਦੇ ਵਿੱਚ 80,000 ਬੰਦਾ ਲਿਆ ਕੇ ਕੇਂਦਰ ਦੀਆਂ ਏਜੰਸੀਆਂ ਲਿਆ ਕੇ ਪੰਜਾਬ ਦੇ ਚੱਲ ਸਾਹਿਬ ਮੈਂ ਜਵਾਬ ਲੈਣਾ ਮਿੰਟ ਬਾਅਦ ਕਿਹਾ ਜਾ ਰਿਹਾ ਠੀਕ ਹੈ ਵੀ ਜੀ ਉੱਥੇ ਪਹੁੰਚ ਗਿਆ, ਉੱਥੇ ਚੱਲ ਸਾਹਿਬ ਮੈਂ ਤੁਹਾਡੀ ਗੱਲ ਦਾ ਜਵਾਬ ਲੈਣਾ ਸਰ ਮੇਰੇ ਗੱਲ ਕਰਦੇ ਆ ਤੁਹਾਡੇ ਸਵਾਲ ਦਾ ਜਵਾਬ ਲੈਣਾ ਸਰ। ਗੌਰਵ ਜੀ ਹਾਂਜੀ ਗੌਰਵ ਜੀ ਹਾਂਜੀ ਪਲੀਜ਼ ਇੱਕ ਮਿੰਟ। ਹਾਂਜੀ ਫਿਰ ਦੂਸਰੀ ਗੱਲ ਇਹ ਆ, ਅੱਜ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜੀ ਅਸੀਂ ਕਿਸੇ ਦੇ ਨਾਲ ਤਸ਼ੱਦਦ ਨਹੀਂ ਹੋਣ ਦੇਵਾਂਗੇ, ਕਿਸੇ ਦੇ ਨਾਲ ਧੱਕਾ ਨਾ ਹੋਵੇ। ਨਵੀਂਵਾਦ ਚ ਗੱਲ ਕਰ ਰਹੇ, ਜਿਹੜੇ ਬੱਚੇ ਅੱਜ ਜੇਲ੍ਹ ਦੇ ਵਿੱਚ ਧੱਕੇ ਗਏ ਉਹਨਾਂ ਦਾ ਤਾਂ ਕਿਤੇ ਨਾ ਕਿਤੇ ਇੱਕ ਕੁਐਸਚਨ ਮਾਰਕ ਉਹਨਾਂ ਦੇ ਲੱਗ ਗਿਆ ਨਾ, ਉਹਨਾਂ ਦੇ ਫਿਊਚਰ ਨੂੰ ਲੈ ਕੇ। ਬਹੁਤ ਸਾਰੇ ਏਦਾਂ ਦੇ ਕੱਲ ਮੈਂ ਦੇਖੇ ਪੁਲਿਸ ਨੇ ਏਦਾਂ ਦੇ ਬੰਦੇ ਚੱਕੇ ਵੀ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜੇ ਕਿ ਉੱਥੇ ਮੱਥਾ ਟੇਕਣ ਆਏ ਸੀ, ਉਹ ਏਦਾਂ ਦੇ ਬੱਚੇ ਆਏ, ਇੱਕ ਤੁਹਾਡੇ 2 ਪੱਤਰਕਾਰ ਚੱਕ ਲਏ, ਉਹ ਪੱਤਰਕਾਰਾਂ ਨੂੰ ਚੱਕ ਕੇ ਮਾਰਿਆ ਚਲਾ ਕੇ ਗੱਡੀ ਦੇ ਵਿੱਚ। ਸਰ ਮੈਂ ਜਵਾਬ ਲਵਾਂ, ਸਮਾਂ ਖਤਮ ਹੋਣਾ, ਭੁੱਲਰ ਸਾਹਿਬ ਕੋਲ ਵੀ ਜਾਣਾ, ਬਾਕੀ ਕੋਲ ਵੀ ਜਾਣਾ, ਰਾਈਟ ਸਰ। ਕਵਰੇਜ ਕਰਨ ਵਾਸਤੇ ਆਇਆ ਸੀ। ਅੱਜ 2 ਪੱਤਰਕਾਰ ਜਿਹੜੇ ਇਹ ਗੱਲ ਕਰ ਰਹੇ ਆ ਕਿ ਕਮਿਊਨਿਟੀ ਨੂੰ ਬਦਨਾਮ ਨਾ ਕੀਤਾ ਜਾਵੇ, ਸੈਂਟਰ ਲੈਵਲ ਦੇ ਉੱਪਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ, ਉਹਨਾਂ ਨੂੰ ਬੈਨ ਕਰਤਾ, ਉਹਨਾਂ ਦੇ ਚੈਨਲ ਬੰਦ ਕਰ ਦਿੱਤੇ। ਸਰੀਨ ਸਾਹਿਬ ਜਵਾਬ ਦੇਣਾ ਚਾਹ ਰਹੇ ਆ, ਆਲਰਾਈਟ ਚੈਲ ਸਾਹਿਬ ਪਲੀਜ਼, ਮੈਂ ਭੁੱਲਰ ਸਾਹਿਬ ਕੋਲ ਵੀ ਜਾਣਾ। ਸਰੀਨ ਸਾਹਿਬ ਚੈਲ ਸਾਹਿਬ ਮੇਰਾ ਸਿਰਫ ਇੱਕ ਪ੍ਰਸ਼ਨ ਹੈ ਕਿ ਆਪਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਹੀਂ ਚਾਹੁੰਦੇ? ਕਿਆ ਪੰਜਾਬ ਦਾ ਭਾਈਚਾਰਾ ਬਣਿਆ ਰਹੇ ਆਪਾਂ ਇਹ ਨਹੀਂ ਚਾਹੁੰਦੇ? ਮੈਂ ਕੋਈ ਪੰਜਾਬ ਸਰਕਾਰ ਦਾ ਬੁਲਾਣਾ ਨਹੀਂ ਹਾਂ ਸਰ, ਪਲੀਜ਼ ਆਪਾਂ ਸ਼ਾਂਤ ਰਹੀਏ। ਸਰ वन बाय वन सर प्लीज अलाउ हिम। ਕਮਾਲ ਕਰੀ ਜਾ ਰਹੇ ਹੋ ਚੈਲ ਸਾਹਿਬ। ਅੱਜ ਤੋਂ 4 ਦਿਨ ਪਹਿਲਾਂ ਬਾਜਵਾ ਸਾਹਿਬ ਕੀ ਬੋਲਦੇ ਪਏ ਸੀਗੇ, ਤੁਹਾਡੇ ਰਾਜਾ ਵੜਿੰਗ ਕੀ ਬੋਲਦੇ ਪਏ ਸੀਗੇ, ਫਿਰ ਗੱਲ ਵਿੱਚ ਨਹੀਂ ਬੋਲੀ ਦਾ ਚੈਲ ਸਾਹਿਬ। ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਜੋ ਬੋਲੇ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ। ਪਲੀਜ਼ ਮੇਰਾ ਇਹ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਪਾਰਟੀਆਂ ਇਸ ਸਰਕਾਰ ਨੂੰ ਦਬ ਕੇ ਹੁਣ ਤੱਕ ਨੰਗਾ ਕਰਦੇ ਆਏ ਆ, ਅੱਗੇ ਵੀ ਕਰਾਂਗੇ। ਮੈਂ ਇਸ ਐਪੀਸੋਡ ਦੇ ਉੱਤੇ ਕੋਈ ਸਰਕਾਰ ਦਾ ਪੱਖ ਨਹੀਂ ਰੱਖ ਰਿਹਾ, ਪੰਜਾਬ ਸਰਕਾਰ ਦਾ। ਆਈ ਐਮ ਨਾਟ ਸਪੋਜ਼ਡ ਟੂ, ਆਈ ਐਮ ਦ ਮੋਸਟ ਵੋਕਲ ਕ੍ਰਿਟਿਕ ਆਫ ਦਿਸ ਗਵਰਨਮੈਂਟ। ਵਾਲੇ ਸਾਹਿਬ ਐਸੇ ਗਵਾਹ ਨੇ ਬਿਲਕੁਲ। ਲੇਕਿਨ ਸਵਾਲ ਇਹ ਹੈਗਾ ਕਿ ਇਹ ਜਿਹੜਾ ਪਾਰਟਿਕੂਲਰਲੀ ਅੰਮ੍ਰਿਤਪਾਲ ਦਾ ਐਪੀਸੋਡ ਚੱਲ ਰਿਹਾ, ਇਹਦੇ ਦੇ ਉੱਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ। ਕਿਆ ਤੁਸੀਂ ਕਹਿੰਦੇ ਜੀ ਮੈਂ ਅੰਮ੍ਰਿਤ ਛਕਾ ਰਿਹਾ, ਮੈਂ ਉਹ ਕਰ ਰਿਹਾ, ਕਿ ਬੁਲਟ ਪ੍ਰੂਫ ਜੈਕਟ ਪਾ ਕੇ ਅੰਮ੍ਰਿਤ ਛਕਾਣ ਜਾਣਾ ਪਏਗਾ? ਕਿਆ ਨਜਾਇਜ਼ ਅਸਲਾ ਰੱਖ ਕੇ ਅੰਮ੍ਰਿਤ ਛਕਾਣ ਦੀ ਲੋੜ ਹੈਗੀ ਹੈ? ਡਰੱਗਸ ਦੀ ਛੁਡਾਉਣ ਦੀ ਲੋੜ ਹੈਗੀ ਹੈ? ਆਪਾਂ ਮਾਮਲੇ ਦੀ ਗੰਭੀਰਤਾ ਨੂੰ ਸਮਝੀਏ। ਆਪਾਂ ਸਾਰਿਆਂ ਨੇ ਚੈਲ ਸਾਹਿਬ, ਸ਼ਾਇਦ ਤੁਸੀਂ ਆਈ ਡੋਨਟ ਨੋ ਯੂਅਰ ਏਜ, ਸ਼ਾਇਦ ਤੁਸੀਂ 80 ਦਾ ਦਸ਼ਕ ਨਹੀਂ ਨਿਭਾਇਆ ਹੋਏਗਾ। ਭੁੱਲਰ ਸਾਹਿਬ ਮੇਰੇ ਸਾਥੀ ਸਨ ਉਸ ਵੇਲੇ। ਆਪਣੇ ਜਦੋਂ ਜੇਲ੍ਹਾਂ 'ਚ ਬੈਠੇ ਲਾਰਸ ਪਰਸ਼ੋਈ ਵਰਗੇ। ਸਰ ਪਲੀਜ਼ ਉਹਨਾਂ ਨੂੰ ਕੰਪਲੀਟ ਕਰ ਲਓ ਸਰ ਜੋ ਗੱਲ ਕਰ ਰਹੇ ਪਲੀਜ਼। ਮੇਰਾ ਇਹ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ 80 ਦਾ ਦਸ਼ਕ ਦੇਖਿਆ ਹੋਇਆ, ਉਹ ਚ ਬੇਗੁਨਾਹ ਮਰੇ ਨੇ, ਦੋਨੋਂ ਪਾਸੋਂ ਮਰੇ ਨੇ। ਬਿਲਕੁਲ, ਆਪਾਂ ਇੱਕ ਪਾਸੇ ਦੀ ਨਹੀਂ ਗੱਲ ਕਰਦੇ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਸਮਾਂ ਖਤਮ ਹੋ ਰਿਹਾ, ਠੀਕ ਹੈ ਮੈਂ ਇੱਕ ਮਿੰਟ ਮੈਂ ਗੱਲ ਕੰਪਲੀਟ ਕਰ। ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ, ਜਿਸ ਤਰ੍ਹਾਂ ਦੇ ਅੰਮ੍ਰਿਤਪਾਲ ਹਾਲਾਤ ਖੜੇ ਕਰਨਾ ਚਾਹੁੰਦਾ ਸੀਗਾ, ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ ਉਹਦੇ ਚ ਨਜਾਇਜ਼ ਵੀ ਹੋਏਗੀ। ਇਸ ਕਰਕੇ ਸਾਨੂੰ ਇਸ ਵੇਲੇ ਸਾਰੇ ਪੰਜਾਬੀਆਂ ਨੂੰ ਚਾਹੀਦਾ, ਆਪਾਂ ਨੂੰ ਬਹੁਤ ਕੋਸ਼ਿਸ਼ ਚੱਲਣਾ ਸਰ। ਅੰਮ੍ਰਿਤਪਾਲ ਵਰਗੇ ਐਪੀਸੋਡ ਜਿਹੜੇ ਬੰਦੇ ਨੇ, ਉਹਨਾਂ ਨਾਲ ਕੋਈ ਸਿੰਪਥੀ ਨਹੀਂ ਰੱਖਣੀ ਚਾਹੀਦੀ, ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਕੋਈ ਸਿੰਪਥੀ ਨਹੀਂ ਰੱਖਣੀ ਚਾਹੀਦੀ। ਚੈਲ ਸਾਹਿਬ ਤੁਹਾਡੇ ਕੋਲ ਤੁਸੀਂ ਸਿੰਪਥੀ ਰੱਖ ਰਹੇ ਹੋ। ਪੁਲਿਸ ਸਾਹਿਬ ਇੱਕ ਪੁਆਇੰਟ ਲੈ ਕੇ ਆਓ, ਪੁਲਿਸ ਸਾਹਿਬ ਆ ਰਹੇ ਪਲੀਜ਼। ਚੈਲ ਸਾਹਿਬ ਇੱਕ ਪੁਆਇੰਟ ਗੌਰਵ ਜੀ, ਪੁਲਿਸ ਸਾਹਿਬ ਤੁਹਾਡਾ ਮਿਊਟ ਹੈ, ਵੈਸੇ ਵੀ ਤੁਸੀਂ ਔਨ ਕਰ ਰਹੇ ਹੋ, ਤੁਹਾਡੇ ਕੋਲ ਹੀ ਆ ਰਿਹਾ ਇਸ ਤੋਂ ਬਾਅਦ, ਠੀਕ ਹੈ। ਚੈਲ ਸਾਹਿਬ ਕੁਇਕਲੀ ਦੱਸੋ। ਚੈਲ ਸਾਹਿਬ ਹਾਂ, ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਜਿਹੜਾ ਬੰਦਾ, ਮੈਂ ਅੰਮ੍ਰਿਤਪਾਲ ਦੇ ਹੱਕ 'ਚ ਬਿਲਕੁਲ ਨਹੀਂ, ਮੈਂ ਅੰਮ੍ਰਿਤਪਾਲ ਦੇ, ਮੈਂ ਪਹਿਲੇ ਦਿਨੋਂ ਸਾਡੀ ਪਾਰਟੀ ਇਸ ਚੀਜ਼ ਉੱਪਰ ਸਟੈਂਡ ਸੀ ਕਿ ਇਦਾਂ ਦੇ ਬੰਦੇ ਆ ਜਾਂ ਇਦਾਂ ਦੇ ਐਲੀਮੈਂਟਸ ਆ, ਇਹਨਾਂ ਖਿਲਾਫ ਸਟੈਂਡ ਲਿਆ ਜਾਵੇ। ਪਰ ਤੁਸੀਂ ਹਰੇਕ ਬੰਦੇ ਨੇ ਚੱਕ ਕੇ ਖਾਲਿਸਤਾਨੀ ਬਣਾ ਦਿੰਦੇ ਹੋ। ਕੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਬੰਦੇ ਪੁੱਲਰ ਸਾਹਿਬ, ਠੀਕ ਹੈ ਪੁੱਲਰ ਸਾਹਿਬ, ਆਲਰਾਈਟ ਸਰ ਪਲੀਜ਼, ਮੈਂ ਜਵਾਬ ਲੈ ਲੂੰਗਾ। ਪੁੱਲਰ ਸਾਹਿਬ ਇੱਕ ਸਟੈਂਡ ਤਾਂ ਲੈਣਾ ਪੈਣਾ ਨਾ ਸਰ। ਪੁੱਲਰ ਸਾਹਿਬ ਅਨम्यूट करो कृपा। पुलर साहब अनम्यूट करो। पुलर साहब नॉट गेटिंग योर वॉइस। पुलर साहब अनम्यूट करो। हाँ जी आ गई सर, आ गई। हाँ गौरव जी, ਸਰੀਨ ਸਾਹਿਬ ਮੇਰੇ ਵੱਡੇ ਭਰਾ ਨੇ, ਮੈਂ ਇਹਨਾਂ ਦੀ ਗੱਲ ਸੁਣ ਰਿਹਾ ਸੀਗਾ ਜੀ।
ਮੈਂ ਕਹਿੰਦਾ ਸਾਰੀਆਂ ਗੱਲਾਂ ਠੀਕ ਨੇ। ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ। ਪੰਜਾਬ ਦਾ ਮਾਹੌਲ ਠੀਕ ਹੋਣਾ ਚਾਹੀਦਾ। ਅਸੀਂ ਉਸ ਗੰਦੇ ਦੌਰ 'ਚੋਂ, ਉਸ ਕਾਲੇ ਦੌਰ 'ਚੋਂ ਨਿਕਲੇ ਹੋਏ ਆ। ਬਿਲਕੁਲ ਅਸੀਂ ਭੁਗਤਿਆ। ਸਾਡੇ ਸੱਜੇ ਖੱਬੇ ਦੇ ਲੋਕਾਂ ਨੂੰ ਚਾਹੇ ਪੁਲਿਸ ਨੇ ਮਾਰਿਆ, ਚਾਹੇ ਦੂਜੇ ਲੋਕਾਂ ਨੇ ਮਾਰਿਆ, ਸਾਡੇ ਲੋਕਾਂ ਸਾਥੀਆਂ ਨੂੰ ਮਾਰਿਆ ਗਿਆ ਉਸ ਟਾਈਮ। ਕਤਲੇਆਮ ਹੋਇਆ, ਮੈਂ ਉਹ ਵੀ ਮੰਨ ਲਿਆ। ਅੰਮ੍ਰਿਤਪਾਲ ਦੇ 6-7 ਮਹੀਨੇ ਪਹਿਲਾਂ ਆਇਆ, ਜਿਹੜੇ ਅਖੌਤੀ ਤੌਰ ਤੇ ਸ਼ਿਵ ਸੈਨਾ ਦੇ ਲੀਡਰ ਬਣੇ ਫਿਰਦੇ ਨੇ, ਇਹ ਰੋਜ਼ ਅੱਜ ਬੋਲਦੇ ਨੇ ਇੱਕ ਫਿਰਕੇ ਵਾਸਤੇ। ਉਹਨਾਂ ਤੇ ਐਮਐਸਸੀ ਨਹੀਂ ਹੋਈ ਫਿਰਦੀ। ਉਹ ਕੀ ਕਰ ਰਹੇ ਨੇ? ਉਹਨਾਂ ਨੂੰ ਤੁਸੀਂ ਬੁਲਬੁਲ ਜੈਕਟਾਂ ਪਾਉਂਦੇ ਹੋ, ਸਿਕਿਉਰਟੀਆਂ ਤੁਸੀਂ ਦਿੰਦੇ ਹੋ, ਅੱਗੇ ਪਿੱਛੇ 10 ਗੱਡੀਆਂ ਉਹਨਾਂ ਤੁਸੀਂ ਲਾਉਂਦੇ ਹੋ, 50,000 ਗਨਮੈਨ ਤੁਸੀਂ ਦਿੱਤੇ ਹੋਏ, ਕਮਾਂਡੋ ਦਿੱਤੇ ਹੋਏ ਨੇ। ਕਿਉਂ ਇਹ ਦੋ ਤਰ੍ਹਾਂ ਕੰਮ? ਕਿਉਂ ਇੱਕ ਬੰਦੇ 4-5 ਬੰਦੇ ਪੰਜਾਬ ਦੇ ਵਿੱਚ ਰੋਜ਼ ਅੱਗ ਗੁਲਦੇ ਆ, ਰੋਜ਼ ਇੱਕ ਫਿਰਕੇ ਵਾਸਤੇ ਗੰਦ ਬੋਲਦੇ ਆ। ਠੀਕ ਹੈ, ਧੀਆਂ ਭੈਣਾਂ ਦੀ ਇੱਜ਼ਤ। ਮੈਂ ਜਵਾਬ ਦੇਣਾ ਸਰ, ਹੁਣ ਜਵਾਬ ਦੇਣਾ, ਸਮਾਂ ਖਤਮ ਹੋ ਜਾਏਗਾ, ਜਵਾਬ ਨਹੀਂ ਆਏਗਾ ਸਰ। ਫਿਰ ਸਰੀਨ ਸਾਹਿਬ, ਕਾਂਗਰਸ ਤੇ ਅਕਾਲੀ ਦਲ ਦਾ ਸਰ ਸਵਾਲ ਹੈ। ਸਰੀਨ ਸਾਹਿਬ, ਮੈਨੂੰ ਇਹ ਦੱਸਣ ਵੀ ਉਹ ਗਨਮੈਨ ਬੀਜੇਪੀ ਨੇ ਨਹੀਂ ਦਿੱਤੇ ਹੋਏ ਭਾਈ ਸਾਹਿਬ। ਤੁਸੀਂ ਤੁਹਾਨੂੰ ਅੱਜ ਆਮ ਆਦਮੀ ਪਾਰਟੀ ਨੇ ਲੱਭਿਆ, ਤਾਂ ਤੁਸੀਂ ਮੇਰੇ ਵੱਲ ਜਿੰਨੇ ਵੀ ਦਿੱਤੇ ਆ ਉਹਨਾਂ ਬਾਰੇ ਕਦੀ ਕੋਈ ਬਿਆਨ ਦਿੱਤਾ? ਤੁਸੀਂ ਖੋਤੀ ਇਹਨਾਂ ਲੀਡਰਾਂ ਬਾਰੇ ਜਿਹੜੇ ਰੋਜ਼ ਤੇ ਬਿਆਨ ਨੇ ਸੂਰੀ ਔਖੇ ਦਾ ਨਤੀਜਾ ਸੀ। ਕੀ ਸੂਰੀ ਬਾਰੇ ਕੋਈ ਇੱਕ ਵੀ ਬਿਆਨ ਦਿੱਤਾ? ਕੀ ਤੁਸੀਂ ਉਹਨਾਂ ਦੇ ਸਿਕਿਉਰਿਟੀ ਹਟਾਉਣ ਦੀ ਗੱਲ ਕੀਤੀ? ਗਵਰਨਰ ਤੁਹਾਡਾ ਹੈ, ਹੋਮ ਮਿਨਿਸਟਰੀ ਤੁਹਾਡੀ ਹੈ, ਤੁਸੀਂ ਉਹਨਾਂ ਨੂੰ ਚੱਕ ਕੇ ਐਮਐਸਏ ਅੰਦਰ ਕਿਉਂ ਨਹੀਂ ਖੋਲਦੇ? ਤੁਸੀਂ ਕਿਉਂ ਨਹੀਂ ਉਹਨਾਂ ਅੰਦਰ ਕਰਦੇ? ਤੁਸੀਂ ਹੁਣ ਭੁੱਲਰ ਸਾਹਿਬ ਠੀਕ ਹੈ, ਭੁੱਲਰ ਸਾਹਿਬ ਸਮਾਂ ਖਤਮ ਹੋ ਰਿਹਾ, ਸਰੀਨ ਸਾਹਿਬ ਦਾ ਜਵਾਬ ਲੈ ਲਈਏ। ਬਿਲਕੁਲ ਭੁੱਲਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੋ। ਬਿਹਤਰ ਹੁੰਦਾ ਇੱਥੇ ਬੋਲਣ ਤੋਂ ਪਹਿਲਾਂ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆਂਦੇ ਕਿ ਉਹਨਾਂ ਨੂੰ ਸਿਕਿਉਰਿਟੀ ਕਿਹਨੇ ਦਿੱਤੀ ਸੀਗੀ। ਬਿਹਤਰ ਹੁੰਦਾ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਪੁੱਛਿਆਂਦੇ ਕਿ ਉਹਨਾਂ ਨੂੰ ਸਿਕਿਉਰਿਟੀ ਕਿਹਨੇ ਦਿੱਤੀ ਸੀਗੀ। ਕਿਉਂਕਿ ਤੁਹਾਡੀ ਸਰਕਾਰ ਸੀ, ਅਸੀਂ ਪਾਰਟੀ ਹੁਣ ਸੁਣ ਲਓ ਵੀ ਸਿੱਖੋ, ਹੁਣ ਸੁਣਨਾ ਵੀ ਸਿੱਖੋ, ਹੁਣ ਸੁਣਨਾ ਵੀ ਸਿੱਖੋ। ਮੈਂ ਸੁਣਨਾ ਵੀ ਸਿੱਖੋ, ਮੈਂ ਕੁਝ ਨਹੀਂ ਬੋਲਿਆ। ਭੁੱਲਰ ਸਾਹਿਬ ਜਵਾਬ ਲੈ ਲਿਆ, ਭੁੱਲਰ ਸਾਹਿਬ ਜਵਾਬ ਲੈ ਲਿਆ। ਸੁਣਨਾ ਸਿੱਖਲਾ ਭੁੱਲਰ ਸਾਹਿਬ ਗੱਲ ਅੰਮ੍ਰਿਤਪਾਲ ਤੇ ਹੈ। ਅੱਜ ਅੰਮ੍ਰਿਤਪਾਲ ਪੇਸ ਬਦਲ ਕੇ ਅੱਗੇ ਚੱਲਦੇ ਜਾ ਰਿਹਾ ਸਰ। ਆਏ ਖਤਮ ਹੋ ਗਿਆ ਸਰ। ਅੱਜ ਅੰਮ੍ਰਿਤਪਾਲ ਪੇਸ ਬਦਲ ਕੇ ਇੱਕ ਸੂਬੇ ਤੋਂ, ਇੱਕ ਸ਼ਹਿਰ ਤੋਂ ਦੂਜੇ ਸੂਬੇ ਸ਼ਹਿਰ 'ਚ ਜਾ ਰਿਹਾ, ਤੀਜੇ 'ਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਕੀ ਮੁਲਕ ਬਦਲਣ ਦੀ ਕੋਸ਼ਿਸ਼ 'ਚ ਹੈ? ਮੁਲਕ ਤੋਂ ਫਰਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਹੈ? ਆਖਿਰ ਕਿਉਂ? ਸਵਾਲ ਬਹੁਤ ਹੀ ਵੱਡਾ ਹੈ। ਕੀ ਲੁਕੋ ਕੇ ਰੱਖਿਆ ਉਹਨੇ? ਕਿਹੜੇ ਚਾਰजेस ਹੈ ਉਸਦੇ ਉੱਪਰ? ਫੇਸ ਕਿਉਂ ਨਹੀਂ ਕਰ ਰਿਹਾ? ਸਵਾਲ ਬਹੁਤ ਵੱਡੇ ਨੇ, ਕਿਉਂਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ। ਇਹੀ ਸਵਾਲ ਸੀਗਾ। ਇਜਾਜ਼ਤ ਦਿਓ, ਧੰਨਵਾਦ। और 6 दिन तो ਇੱਕੋ ਸਵਾਲ ਬਰਕਰਾਰ ਹੈ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ? ਜੇਕਰ ਭੱਜ ਰਿਹਾ ਤੇ ਕਿਉਂ ਭੱਜ ਰਿਹਾ, ਕਿਵੇਂ ਭੱਜ ਰਿਹਾ, ਔਰ ਖਾਸ ਤੌਰ ਤੇ ਕਿੱਥੇ ਭੱਜ ਰਿਹਾ? ਇੱਕ ਵੱਡੀਆਂ ਜਿਹੜੀਆਂ ਗੱਲਾਂ ਨੇ। ਔਰ ਇਸ ਸਮੇਂ ਸ਼ਾਹਬਾਦ ਤੇ ਉਸ ਘਰ ਦੇ ਵਿੱਚ ਬਾਹਰ ਖੜਾ, ਉਸ ਘਰ ਦੇ ਜਿੱਥੇ ਸ਼ਾਹਬਾਦ 19 ਤੇ 20 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਤੇ ਪੱਪਲਪ੍ਰੀਤ ਸਿੰਘ ਜਿਹੜਾ ਉਹ ਰੁਕਿਆ ਸੀ। ਇਸ ਘਰ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਸ ਸਮੇਂ ਅੰਧੇਰਾ ਹੋ ਰਿਹਾ ਹੈ, ਕਿਉਂਕਿ ਦੋਨੋਂ ਵਿਅਕਤੀਆਂ ਨੂੰ ਜਿਹੜਾ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਔਰ ਦੂਸਰੀ ਜਗ੍ਹਾ ਤੇ ਸੀਸੀਟੀਵੀ ਅੰਡਰ ਕੰਸਟਰਕਸ਼ਨ ਬਿਲਡਿੰਗ ਦਮਨ ਜਿਹੜੀ ਹੈ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ ਕਿ ਅੰਡਰ ਕੰਸਟਰਕਸ਼ਨ ਬਿਲਡਿੰਗ ਹੈ, ਉੱਪਰ ਘਰ ਬਣਦਾ ਪਿਆ ਹੈ, ਨੀਚੇ ਜਿਹੜਾ ਫਰਸਟ ਫਰੇਮ ਅਗਰ ਆਪਾਂ ਦੇਖੀਏ ਜਿਹੜਾ ਫਰਸਟ ਫਲੋਰ ਹੈ, ਮੰਜੇ ਪਏ ਹੋਏ ਹੈ, ਬਾਹਰ ਜਿਹੜਾ ਨਿਚਲਾ ਘਰ ਜਿਹੜਾ ਫਲੋਰ ਬਣਿਆ ਹੋਇਆ ਹੈ, ਉੱਪਰ ਸਾਰਾ ਜਿਹੜਾ ਉਹ ਉਸਾਰੀ ਉੱਤੇ ਹੋ ਰਹੀ ਹੈ, ਕੰਸਟਰਕਸ਼ਨ ਵੀ ਸ਼ਾਇਦ ਚੱਲਦੀ ਪਈ ਹੈ। ਇਸ ਘਰ ਦੇ ਵਿੱਚ ਜਿਹੜਾ ਹੈਗਾ ਰੁਕਿਆ ਸੀਗਾ ਅੰਮ੍ਰਿਤਪਾਲ। ਆ ਪਹਿਲੀ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ, ਪਿੱਛੇ ਮੋਢੇ ਤੇ ਬੈਗ ਟੰਗਿਆ ਹੋਇਆ, ਕਹਿੰਦੇ ਪੱਪਲਪ੍ਰੀਤ ਹੈ। ਦੂਜੀ ਤਸਵੀਰ ਹੱਥ 'ਚ ਝੋਲਾ ਲੈ ਕੇ ਜਾਂਦਾ ਹੋਇਆ, ਸਪੋਰਟ ਸ਼ੂਜ਼ ਪਾ ਕੇ, ਕਮੀਜ਼ ਬਾਹਰ ਹੈ ਤੇ ਜੀਨ ਦੀ ਪੈਂਟ ਪਾਈ ਹੈ, ਜੋ ਦਿਖਾਈ ਦੇ ਰਿਹਾ ਛਾਤਾ ਧੁੱਪ ਦੇ ਵਿੱਚ ਲੈ ਕੇ ਜਾ ਰਿਹਾ, ਇਹ ਅੰਮ੍ਰਿਤਪਾਲ ਹੈ ਐਸ ਪਰ ਪੁਲਿਸ ਸੋਰਸਸ, ਪੁਲਿਸ ਦੇ ਵੱਲੋਂ ਜੋ ਕਿਹਾ ਜਾ ਰਿਹਾ। ਸੋ ਇਹ ਇਸ ਵੇਲੇ ਦੇ ਸੂਰਤ ਹਾਲ ਸੀਗੇ ਜਿਹੜੇ ਤੁਹਾਨੂੰ ਦੱਸਣੇ ਲਾਜ਼ਮੀ ਸੀਗੇ, ਪਰ ਕਿਸ ਤਰੀਕੇ ਦੇ ਨਾਲ ਸਮਝੀ ਆਖਿਰ ਹੋ ਕੀ ਰਿਹਾ ਹੈ। ਉਪਕਾਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ। ਉਪਕਾਰ ਜੀ, ਜੇ ਤੁਹਾਨੂੰ ਮੇਰੀ ਆਵਾਜ਼ ਮਿਲ ਪਾ ਰਹੀ ਹੈ ਥੋੜਾ ਜਿਹਾ, ਕਿਉਂਕਿ ਤੁਹਾਡੀ ਜਥੇਬੰਦੀ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਚੱਲਦੀਆਂ ਨੇ ਤੇ ਕਿਤੇ ਨਾ ਕਿਤੇ ਇਕੱਠੇ ਵੀ ਹੋ। ਪੰਜਾਬ ਦੇ ਲੋਕਾਂ ਨੂੰ ਜੇ ਥੋੜਾ ਜਿਹਾ ਆਪਾਂ ਸਮਝਾ ਸਕੀਏ ਸਰ, ਵਾਟ ਐਗਜ਼ੈਕਟਲੀ ਇਜ਼ ਹੈਪਨਿੰਗ। ਇਸ ਤਰ੍ਹਾਂ ਦੀ ਇੱਕ ਤੇ ਪੁਲਿਸ ਨੇ ਜਿਹੜਾ ਪੁਲਿਸ ਦਾਵਾ ਕਰ ਰਹੀ ਆ, ਉਹਦੇ ਆਪਣੇ ਦਾਅਵਿਆਂ 'ਚ ਹੀ ਸ਼ੰਕੇ ਨੇ। ਇਹ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬਰੀਜ਼ਾ ਗੱਡੀ ਦੇ ਵਿੱਚੋਂ 4 ਜਾਣਿਆਂ ਨੇ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। 4 ਅਰੈਸਟ ਕੀਤੇ ਵੀ ਵਿਖਾਏ ਗਏ ਆ, ਪਰ ਉਹਨਾਂ 4 ਚੋਂ ਕਿਸੇ ਦੀ ਵੀ ਸਟੇਟਮੈਂਟ ਨਹੀਂ ਸਾਹਮਣੇ ਲਿਆਂਦੀ ਗਈ। ਕੋਈ ਸਾਹਮਣੇ ਉਹਨਾਂ ਕੋਲ ਪਛਾਉਂਦੇ ਉਹ ਦੱਸਦੇ ਵੀ ਵਾਕਿਆ ਹੀ ਅਸੀਂ ਭਜਾਇਆ। ਸੋ ਇਹ ਇੱਕ ਬੜਾ ਵੱਡਾ ਸ਼ੰਕਾ ਇਹ ਵੀ ਕ੍ਰੀਏਟ ਕਰਦੀ ਆ
ਔਰ ਇਹ ਸਾਨੂੰ ਖਦਸ਼ਾ ਆ ਕਿ ਪਪਲਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ, ਕਿਉਂਕਿ ਦੋਨੋਂ ਖਾਲਸਾ ਵਿੰਗ ਚ ਐਕਟਿਵ ਸਨ ਔਰ ਉਹ ਪਹਿਲੇ ਦਿਨ ਹੀ ਅਰੈਸਟ ਹੋ ਗਏ ਸਨ, ਫੜ ਲਏ ਗਏ ਸਨ। ਜਾਣ ਬੁੱਝ ਕੇ ਇਹਨਾਂ ਨੂੰ ਕੋਈ ਡਰਿਆ ਸਾਨੂੰ ਕਿ ਕੋਈ ਇਸ ਤਰ੍ਹਾਂ ਦਾ ਕਿਤੇ ਨੁਕਸਾਨ ਨਾ ਕਰਦੇ ਪੁਲਿਸ, ਜਿਵੇਂ ਕਿ ਪਿਛਲੇ ਸਮਿਆਂ 'ਚ ਹੁੰਦਾ ਆਇਆ। ਜਸਵੰਤ ਸਿੰਘ ਖਾਲੜਾ ਦੇ ਬਾਰੇ ਅੱਜ ਤੱਕ ਕਦੀ ਕਿਸੇ ਨੇ ਕੋਈ ਦੱਸਿਆ ਨਹੀਂ ਸੀ ਕਿ ਉਹ ਕਿੱਥੇ ਗਿਆ। ਇਹ ਖਦਸ਼ਾ ਆ ਸਾਰੀ ਕੌਮ ਨੂੰ ਹੀ, ਸਾਰੇ ਉਹਦੇ ਸਮਰਥਕਾਂ ਨੂੰ। ਔਰ ਜਿਹੜੀ ਇਹ ਰੇੜੀ ਦੇ ਉੱਤੇ ਜਾਂਦਾ ਵਿਖਾਇਆ ਜਾ ਰਿਹਾ ਹੈ, ਉਹ ਕਿੰਨਾ ਮਤਲਬ ਇੱਕ ਆਮ ਅਨਪੜ੍ਹ ਬੰਦਾ ਵੀ ਅੰਦਾਜ਼ਾ ਲਾ ਲਿਆ ਕਿ ਇੰਨੀ ਪੁਲਿਸ ਦਾ ਘੇਰਾ ਪਿਆ ਹੋਇਆ ਆ, ਇੱਕ ਆਦਮੀ ਰੇੜੀ ਤੇ ਇਕੱਲਾ ਸੜਕ ਦੇ ਉੱਤੇ ਉਹ ਦਿਸ ਰਿਹਾ ਤੇ ਪੁਲਿਸ ਨੂੰ ਨਹੀਂ ਪਤਾ ਲੱਗਦਾ, ਉਹਨੂੰ ਸ਼ੱਕ ਨਹੀਂ ਪੈਂਦਾ ਵੀ ਕੋਈ ਬੰਦਾ ਜਾ ਰਿਹਾ ਹੈ। ਐਕਚੁਅਲੀ ਗੱਲ ਇਹ ਹੈ ਕਿ 1984 ਦੇ ਵਿੱਚ ਜਿਸ ਤਰੀਕੇ ਨਾਲ ਸਿੱਖ ਕਮਿਊਨਿਟੀ ਨੂੰ ਸਾਰੇ ਭਾਰਤ ਵਿੱਚ ਬਦਨਾਮ ਕਰ ਦਿੱਤਾ ਗਿਆ ਸੀ ਤੇ ਵੋਟਾਂ ਲੈਣ ਦੇ ਲਈ, ਅੱਜ ਫੇਰ ਹੁਣ 2024 ਚ ਵੋਟਾਂ ਦਾ ਵੇਲਾ ਆਇਆ ਆ ਔਰ ਬੜੇ ਗਲਤ ਤਰੀਕੇ ਨਾਲ ਇੱਕ ਆਮ ਜਿਹੇ ਬੰਦੇ, ਕੋਈ ਪੱਠੇ ਵਾਢਿਆ, ਕੋਈ ਉਹਦੇ ਨਾਲ ਸਿਕਿਉਰਿਟੀ ਉਹਦੀ ਦੇ ਲਈ ਖੜਾ ਸੀ, ਉਹ ਸਾਰਿਆਂ ਦੇ ਉੱਤੇ NSA ਲਾ ਦਿੱਤੀ ਗਈ ਆ। ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੋਇਆ, ਕੋਈ ਐਕਟੀਵਿਟੀ ਨਹੀਂ ਹੋਈ। ਸਰ ਸਵਾਲ ਲਈਓ, ਸਵਾਲ ਲਈਓ ਸਰ, ਕ੍ਰਾਈਮ ਹੋਇਆ ਨਹੀਂ, ਕੋਈ ਐਕਟੀਵਿਟੀ ਹੋਈ ਨਹੀਂ। ਸਰ ਸਵਾਲ ਲਓ ਸਰ ਕਿਰਪਾ ਕਰਕੇ, ਕੋਈ ਕ੍ਰਾਈਮ ਨਹੀਂ ਹੋਇਆ, ਐਕਟੀਵਿਟੀ ਨਹੀਂ ਹੋਈ, ਫਿਰ ਆਪਾਂ ਡਰ ਕਾਤੋਂ ਰਹੇ ਹਾਂ ਸਰ? ਪਹਿਲਾ ਸਵਾਲ। ਦੂਜਾ, ਜੇ ਉਹ ਕੰਮ ਚੰਗੇ ਕਰਦਾ ਸੀਗਾ ਤਾਂ ਫਿਰ ਖੜ ਜਾਂਦਾ ਨਾ, ਚੰਗੇ ਕੰਮ ਕਰਨ ਵਾਲੇ ਬੰਦੇ ਨੂੰ ਤਾਂ ਫਿਰ ਉਹਨਾਂ ਚੰਗੇ ਕੰਮਾਂ ਤੇ ਪਹਿਰਾ ਦੇਣਾ ਚਾਹੀਦਾ ਸੀ ਨਾ ਸਰ। ਇਸ ਤਰੀਕੇ ਦੇ ਨਾਲ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਦੁੰਦ ਮਾਰ ਕੇ ਭੱਜ ਰਿਹਾ ਹੈ, ਫਿਰ ਆਹ ਕਾਤੋਂ ਕਿਉਂ ਭੱਜ ਰਿਹਾ ਸਰ? ਜਦੋਂ ਪੁਲਿਸ ਗਲਤ ਤਰੀਕਾ ਅਖਤਿਆਰ ਕਰ ਰਹੀ ਹੈ, ਕਿਹੜਾ ਗਲਤ ਤਰੀਕਾ ਸਰ? ਸਿਖਰ ਦੁਪਹਿਰੇ ਚਿੱਟੇ ਦਿਨ ਅਗਰ ਪੁਲਿਸ ਜਾ ਰਹੀ ਹੈ, ਗਲਤ ਤਰੀਕਾ ਕੀ ਹੋਇਆ ਸਰ? ਘਰ ਵਿੱਚੋਂ ਕਿਉਂ ਨਹੀਂ ਅਰੈਸਟ ਕਰ ਲਿਆ ਗਿਆ? ਸਰ ਤਰੀਕੇ ਦੇ ਨਾਲ ਪੁਲਿਸ ਨੇ ਪਹਿਲੇ ਸਵਾਲ ਲੈ ਲਓ ਫਿਰ ਦੱਸ ਦਿਓ, ਪਹਿਲੇ ਸਵਾਲ ਲੈ ਲਓ ਫਿਰ ਦੱਸ ਦਿਓ, ਮੈਂ ਬਾਕੀ ਪਹਿਲੇ इसको भी जाना है। सर पुलिस अगर सवेरे आ रही है, दिन दिहाड़ी आ रही है, राती जाके नहीं चुक रही है, एक गल है। पुलिस सवेरे आ रही है, सवेरे आके ਤੁਹਾਨੂੰ अगर रोक रही है, डिटेन करने ਲਈ ਕਹਿ ਰਹੀ ਹੈ, ਗੱਲ ਸੁਣੇ ਬਿਨਾਂ ਹੀ ਆਪਾਂ ਭਜਲੇ ਪਹਿਲੇ ਸੁਣ ਤਾਂ ਲੈਂਦੇ। ਸਰ ਘਰ ਦਾ ਕੀ ਮਤਲਬ ਹੈ ਸਰ? ਇਹ ਤਾਂ ਪੁਲਿਸ ਨੇ ਦੇਖਣਾ, ਉਹਨੇ ਕਿੱਥੇ ਕਰਨਾ ਸਰ? ਇਟ ਇਜ਼ ਅਪ ਟੂ ਦਾ ਏਜੰਸੀਜ਼ ਜਿਹੜੀਆਂ ਲਾਅ ਐਂਡ ਆਰਡਰ ਲੈ ਕੇ ਚੱਲਦੀਆਂ, ਕਿਵੇਂ ਉਹਨਾਂ ਨੇ ਮੇਨਟੇਨ ਕਰਨਾ। ਘਰ ਦੀ ਕਿਹੜੀ ਗੱਲ ਹੈ? ਘਰ ਹੋਵੇ ਬਾਹਰ ਹੋਵੇ, ਸੀਗਾ ਤਾਂ ਪੰਜਾਬ ਨਾ। ਪ੍ਰੋਬਲਮ ਕੀ ਹੈ? ਪਿਛਲੇ ਸਮਿਆਂ 'ਚ ਬੜਾ ਕੁਝ ਬਚਿਆ। ਪਿਛਲੇ ਸਮਾਂ ਛੱਡੋ, ਅੱਜ ਦੀ ਗੱਲ ਕਰੋ ਸਰ। ਸਰ ਪਿਛਲਾ ਸਮਾਂ ਛੱਡੋ, ਅੱਜ ਦੀ ਗੱਲ ਕਰੋ। ਅੱਜ ਦੀ ਗੱਲ ਹੋ ਰਹੀ ਹੈ, 6 ਦਿਨ ਹੋ ਗਏ। ਹਾਂਜੀ, ਅੱਜ ਦੀ ਗੱਲ ਕੀ ਕਰਨੀ ਹੈ ਜੀ? ਸਰ ਅੱਜ ਜੋ ਹੋ ਰਿਹਾ ਕਿਉਂ ਭੱਜਿਆ? ਸਵਾਲ ਤਾਂ ਇਹ ਹੈ। ਤੁਸੀਂ ਕਹਿੰਦੇ ਪਿਛਲੇ ਸਮੇਂ 'ਚ ਹੁੰਦਾ ਸੀਗਾ। ਸਰ ਅੱਜ ਦਾ ਕੈਮਰਾ ਵੀ ਹੈ, ਤੁਸੀਂ ਵੀ ਬੈਠੇ ਹੋ, ਸਾਰੀ ਚੀਜ਼ਾਂ ਲਾਈਵ ਹੋ ਰਹੀਆਂ ਸਰ, ਆਪਾਂ ਦੇਖ ਰਹੇ ਹਾਂ। ਪਰ ਤੁਸੀਂ, ਇਹ ਪੁਲਿਸ ਕਹਿੰਦੀ ਨਾ ਭੱਜਿਆ, ਅਸੀਂ ਕਹਿੰਦੇ ਫੜਿਆ, ਅਸੀਂ ਕਹਿੰਦੇ ਅਰੈਸਟ ਕੀਤਾ, ਉਹਨੂੰ ਸ਼ੋਅ ਨਹੀਂ ਕੀਤਾ ਗਿਆ। ਠੀਕ ਹੈ, ਇਹ ਤੁਸੀਂ ਕਹਿ ਰਹੇ ਹੋ ਫੜਿਆ ਗਿਆ। ਹੁਣੇ ਆਈਜੀ ਸਾਹਿਬ ਦੀ ਮੈਂ ਪੀਸੀ ਸੁਣ ਰਿਹਾ ਸੀਗਾ, ਉਹ ਕਹਿੰਦੇ ਸਾਡੇ ਉੱਪਰ ਸਵਾਲ ਆ ਰਹੇ ਸੀ ਕਿ ਪੁਲਿਸ ਨੇ ਫੜਿਆ। ਕਹਿੰਦੇ ਤੁਹਾਡੇ ਸਾਹਮਣੇ ਦੇਖ ਲਓ, ਵੀਡੀਓ ਫੁਟੇਜਿਸ ਆ ਰਹੀਆਂ, ਅੱਗੇ ਤੋਂ ਅੱਗੇ ਭੱਜੀ ਜਾ ਰਿਹਾ ਭੇਸ ਬਦਲ ਕੇ। ਕਹਿੰਦੇ ਅਸੀਂ ਕੀ ਕਰੀਏ, ਫੜ ਲਾਂਗੇ, ਚਲੋ ਕਾਨੂੰਨ ਦੇ ਹੱਥ ਲੰਮੇ ਹੁੰਦੇ ਆ। ਸਰੀਨ ਸਾਹਿਬ ਕਿਵੇਂ ਸਮਝੀਏ? ਸਰ ਆਲਰਾਈਟ ਸਰ, ਬਾਕੀਆਂ ਕੋਲ ਵੀ ਜਾਣਾ, ਆਈ ਟੇਕ ਦਾ ਪੁਆਇੰਟ ਸਰ, ਆਈ ਕਮ ਬੈਕ। ਸਰੀਨ ਸਾਹਿਬ ਕਿਵੇਂ ਸਮਝੀਏ? ਕਿਉਂਕਿ ਉਕਾਰ ਜੀ ਨੂੰ ਤਾਂ ਭਰੋਸਾ ਹੀ ਨਹੀਂ ਹੈ, ਕਹਿੰਦੇ ਪੁਲਿਸ ਨੇ ਫੜ ਲਿਆ, ਉਹ ਕਹਿੰਦੇ ਕ੍ਰਾਈਮ ਤਾਂ ਕੋਈ ਹੋਇਆ ਹੀ ਨਹੀਂ ਹੈ। ਸਰ ਫਿਰ ਹੋਇਆ ਨਹੀਂ ਤਾਂ ਸਰ ਫਿਰ ਆਪਾਂ ਭੱਜ ਕਾਤੋਂ ਰਹੇ ਹਾਂ? ਸਵਾਲ ਤਾਂ ਬਹੁਤ ਵੱਡਾ ਹੈ। गौरव जी, मैं समझदा कि ऑलमोस्ट भुल्लर साहब ने भी और अपने जगरूप जी ने भी और शायद ਜਿਹੜੇ ਇਹਨਾਂ ਦੇ ਉਪਕਾਰ ਸਿੰਘ ਜੀ ਨੇ ਵੀ 80 ਦਾ ਦਾਕਾ ਜਿਹੜਾ ਹੈਗਾ ਆਪਣੇ ਪਿੰਡਾਂ ਤੇ ਹੰਡਾਇਆ ਹੋਇਆ ਸਾਰਿਆਂ ਨੇ। ਔਰ ਕੋਈ ਵੀ ਪੰਜਾਬੀ ਇਹ ਨਹੀਂ ਚਾਹੇਗਾ ਕਿ 80 ਦਾ ਦਾਕਾ ਜਿਹੜਾ ਅਸੀਂ ਸਾਰਿਆਂ ਨੇ ਦੇਖਿਆ ਉਹ ਦੁਬਾਰਾ ਆਵੇ। ਔਰ ਪੰਜਾਬ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਕਿ ਅਮਨ ਸ਼ਾਂਤੀ ਰਵੇ, ਭਾਈਚਾਰਾ ਕਾਇਮ ਰਵੇ, ਕੋਈ ਕਿਸੇ ਤਰ੍ਹਾਂ ਦਾ ਫਿਰਕੀ ਤਣਾਅ ਨਾ ਹੋਵੇ। ਠੀਕ ਹੈ, ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਅਸੀਂ ਅੱਜ ਗੱਲਾਂ ਕਰ ਰਹੇ ਹਾਂ ਜੀ ਕਿ ਉਹ ਫੜ ਲਿਆ, ਕਰ ਲਿਆ, ਕਿੰਤੂ ਪਰੰਤੂ ਮੈਂ ਸਮਝਦਾ ਹੈਗਾ ਕਿ ਜਿੱਥੇ ਤੱਕ ਅਮਨ ਸ਼ਾਂਤੀ ਬਣਾਏ ਰੱਖਣ ਦਾ ਸਵਾਲ ਹੈ, ਜਿੱਥੇ ਆਪਸੀ ਭਾਈਚਾਰਾ ਬਣਾਏ ਰੱਖਣ ਦਾ ਸਵਾਲ ਹੈ, ਸਰਕਾਰ ਜੋ ਵੀ ਕਦਮ ਚੱਕੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ। ਲੇਕਿਨ ਉਹਦੇ ਨਾਲ ਨਾਲ ਅਸੀਂ ਸਰਕਾਰ ਕੋਲੋਂ ਇਹ ਵੀ ਉਮੀਦ ਕਰਦੇ ਹਾਂ ਕਿ ਕਿਸੇ ਨਾਲ ਕੋਈ ਨਜਾਇਜ਼ ਨਹੀਂ ਹੋਏਗੀ। ਬਿਲਕੁਲ, ਕੋਈ ਬੱਚਾ ਜਿਹੜਾ ਹੈਗਾ ਵਾ ਸ਼ੱਕ ਦੇ ਆਧਾਰ ਤੇ ਜੇ ਕੀਤਾ, ਵੈਸੇ ਅੱਜ ਪੀਸੀ ਚ ਆਈਜੀ ਸਾਹਿਬ ਨੇ ਕਿਹਾ ਵੀ ਹੈ, ਲੇਕਿਨ ਸਾਡੀ ਵੀ ਇਹ ਮੰਗ ਹੈ ਕਿ ਕਿਸੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। ਲੇਕਿਨ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ, ਪੰਜਾਬ ਦੇ ਇੱਕ ਵਾਰੀ ਫੇਰ ਜਿਹੜਾ ਹੈਗਾ ਅਸੀਂ ਦਾ ਧਾਕਾ ਲਿਆਉਣਾ ਚਾਹੁੰਦੇ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਸਰ ਹੁਣ ਦੇਖੋ ਸਵਾਲ ਖੜੇ ਕਿੱਦਾਂ ਹੁੰਦੇ ਆ ਸਰ। ਅਸੀਂ ਆਪਣੇ ਸੂਬੇ ਨੂੰ, ਆਪਣੇ ਮੁਲਕ ਨੂੰ ਹਮੇਸ਼ਾ ਅੱਗੇ ਵਧਦੇ ਆ ਦੇਖਣਾ ਚਾਹੁੰਦੇ ਆ। ਹੁਣ ਅਗਰ ਤੁਸੀਂ ਬੁਲਟ ਪ੍ਰੂਫ ਜੈਕਟਸ ਰੱਖ ਰਹੇ ਹੋ, ਯੂ ਆਰ ਮੇਕਿੰਗ ਦਾ AKF ਫੋਰਸ। ਅੱਜ ਜਿਹੜੇ ਰੈਵੋਲੂਸ਼ਨਸ ਹੋਏ ਆ ਉੱਥੇ ਬੰਦੂਕ ਚਲਾਉਣ ਦੀਆਂ ਟ੍ਰੇਨਿੰਗਾਂ ਹੋ ਰਹੀਆਂ ਆ, ਉੱਥੇ ਤੁਹਾਨੂੰ ਐਮੂਨੀਸ਼ਨ ਮਿਲਦਾ ਪਿਆ ਹੈ, ਪੈਸਾ ਫੋਰਨ ਤੋਂ ਫੰਡਿੰਗ ਕਰੋੜਾਂ ਰੁਪਏ ਤੁਹਾਡੇ ਕੋਲ ਆ ਰਿਹਾ ਹੈ। ਕਿਸ ਵਾਸਤੇ ਆ ਰਿਹਾ? ਤੇ ਦੇਸ਼ ਦੀ ਏਜੰਸੀਆਂ ਜਾਂਚ ਨਹੀਂ ਕਰਨਗੀਆਂ ਤੇ ਕਿਉਂ ਨਹੀਂ ਕਰਨਗੀਆਂ? ਤੇ ਜਦੋਂ ਜਾਂਚ ਕਰਕੇ ਉਹਨੂੰ ਪੁੱਛਣ ਜਾ ਰਹੇ ਆ ਤੇ ਬੰਦਾ ਭੱਜ ਰਿਹਾ। ਹੁਣ ਤੁਸੀਂ ਕਹਿੰਦੇ ਹੋ ਜੀ ਪੁਲਿਸ ਗਲਤ ਕਰ ਰਹੀ ਹੈ ਜਾਂ ਪੁਲਿਸ ਇਹ ਕਰ ਰਹੀ ਹੈ। ਸਰ ਕਾਈਂਡਲੀ ਟੇਕ ਮਾਈ ਕੁਐਸਚਨ। ਸਵਾਲ ਇਹ ਹੈ ਸਰ, ਅਗਰ ਅਸੀਂ ਵਿਸ਼ਵਾਸ ਕਰੀਏ ਤੇ ਕਿਸ ਤੇ ਕਰੀਏ ਸਰ? ਸਵਾਲ ਤਾਂ ਇਹ ਹੈ, ਬੰਦੇ ਫਿਰ ਦੋਨੋਂ ਹੋਣ ਨਾ ਸਰ, ਦੋਨੋਂ ਪੱਖ ਹੋਣਗੇ, ਦੋਨੋਂ ਦੇ ਸਵਾਲ ਸੁਣ ਲਾਂਗੇ। ਇੱਕ ਪੱਖ ਤਾਂ ਸਰ ਫਿਰ ਹੈ ਹੀ ਨਹੀਂ ਨਾ। ਅਗਰ ਉਹ ਹੁੰਦਾ, ਖੜਦਾ, ਕਹਿੰਦਾ ਤੇ ਸੁਣਦੇ ਤਾਂ ਖਾਂਦੇ ਵੀ। ਪਰ ਅੱਜ ਅਗਰ ਪੁਲਿਸ ਕਰ ਰਹੀ ਹੈ, ਲਾਅ ਅਬਾਈਡਿੰਗ ਏਜੰਸੀ ਹੈ, ਉਹਨਾਂ ਤੇ ਤਾਂ ਯਕੀਨ ਕਰਾਂਗੇ ਨਾ ਸਰ, ਜਿਹੜੇ ਕਾਨੂੰਨ ਨੂੰ ਅੱਗੇ ਲੈ ਕੇ ਜਾ ਰਹੇ। ਗੌਰਵ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਗੌਰਵ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜਿੱਥੇ ਤੱਕ ਅੰਮ੍ਰਿਤਪਾਲ ਦਾ ਸਵਾਲ ਹੈਗਾ, ਦੇਖੋ ਪੰਜਾਬ ਦੇ ਨੌਜਵਾਨਾਂ ਨੂੰ ਕਿੱਦਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਸੀਗੀ। ਆਪਾਂ ਸਾਰੇ ਤੁਹਾਡੇ ਡਿਬੇਟਸ ਵੀ ਹੋਈਆਂ ਔਰ ਤੁਹਾਡੇ ਚੈਨਲਸ ਔਰ ਬਾਕੀ ਚੈਨਲਸ ਨੇ ਵੀ ਦਿਖਾਇਆ ਕਿ ਜਿਹੜਾ ਸਿਰ ਦੇਣ ਨੂੰ ਤਿਆਰ ਹੈ ਮੇਰੇ ਨਾਲ ਉਹੀ ਆ ਕੇ ਖੜੇ, ਬਾਕੀ ਕੋਈ ਨਾ ਆਵੇ। ਸਹੀ ਹੈ ਗਲਤ ਹੈ ਉਹ ਇੱਕ ਆਪਾਂ ਅਲੱਗ ਤਰੀਕੇ ਨਾਲ ਦੇਖ ਲੈਂਦੇ ਆ। ਬਿਲਕੁਲ ਅੱਜ ਤੇ ਆਪ ਭਗੌੜਾ ਹੋਇਆ ਪਿਆ। ਕਿੱਥੇ ਗਏ ਉਹ ਸਿਰ ਦੇਣ ਵਾਲੇ? ਕਿੱਥੇ ਮੈਂ ਆ ਗਿਆ ਜੀ, ਮੈਂ ਮੇਰੇ ਨਾਲ ਖੜ ਜਾਓ ਜੀ, ਇਹ ਕਰ ਜੋ। ਜਿਹੜਾ ਆਪ ਹੀ ਭਗੌੜਾ ਹੈ ਉਹ ਤੇ ਇਹ ਸਮਝ ਲਓ ਕਿ ਸ਼ੇਰ ਦਾ ਬਾਣੇ ਦੇ ਵਿੱਚ ਗਿੱਦੜ ਸੀਗਾ ਜਿਹੜਾ ਐਕਸਪੋਜ਼ ਹੋ ਗਿਆ। ਔਰ ਜਿਸ ਤਰੀਕੇ ਦੇ ਨਾਲ ਉਸਨੇ ਅਜਨਾਲਾ ਦੇ ਵਿੱਚ ਤਸ਼ੱਦਦ ਕੀਤੀ, ਉਹਦੇ ਨਾਲ ਪੰਜਾਬ ਦੇ ਇੱਕ ਵਾਰੀ ਜ਼ਰੂਰ ਸਾਰੇ ਪੰਜਾਬੀ ਜਿਹੜੇ ਹੈਗੇ ਸੀਗੇ ਇੱਕ ਵਾਰੀ ਜ਼ਰੂਰ ਸਹਿਮੇ ਕਿ ਕਿਆ ਅਸੀਂ 80 ਦੇ ਦਸ਼ਕ ਵੱਲ ਤਾਂ ਨਹੀਂ ਜਾ ਰਹੇ। ਜਿਸ ਤਰੀਕੇ ਦੇ ਨਾਲ ਪੁਲਿਸ ਦੇ ਉੱਤੇ ਜਿਹੜਾ ਹੈਗਾ ਤਲਵਾਰਾਂ ਚਲਾਈਆਂ ਗਈਆਂ, ਲਾਠੀਆਂ ਚਲਾਈਆਂ ਗਈਆਂ, ਸਾਡੇ ਪੁਲਿਸ ਦੇ ਕਰਮੀ ਇੰਜਰਡ ਹੋਏ। ਅਸੀਂ ਤੇ ਕਹਿੰਦੇ ਆ ਕਿ ਇਹਦੇ ਤੇ ਪਹਿਲਾਂ ਹੀ ਐਕਸ਼ਨ ਕਰ ਲੈਣਾ ਚਾਹੀਦਾ ਸੀਗਾ। ਇਹ ਸਥਿਤੀ ਅੱਜ ਦੀ ਪੈਦਾ ਹੀ ਨਹੀਂ ਹੁੰਦੀ। ਲੇਕਿਨ ਠੀਕ ਹੈ, ਜੇ ਹੁਣ ਅੱਜ ਸਰਕਾਰ ਜਿਹੜੀ ਹੈਗੀ ਅਮਨ ਸ਼ਾਂਤੀ ਬਣਾਉਣ ਵਾਸਤੇ ਕੋਈ ਕਦਮ ਚੱਕੇਗੀ ਤੇ ਮੈਂ ਸਮਝਦਾ ਸਾਰੇ ਪੰਜਾਬੀਆਂ ਨੂੰ ਉਹਦੇ ਵਾਸਤੇ ਖੜਨਾ ਚਾਹੀਦਾ ਹੈ। ਔਰ ਸਰਕਾਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਕਿਸੇ ਬੇਗੁਨਾਹ ਜਿਹੜਾ ਹੈਗਾ ਇਹਦੇ ਇਸ ਅਮਨ ਸ਼ਾਂਤੀ ਕਾਇਮ ਰੱਖਣ ਦੇ ਵਿੱਚ ਕੋਈ ਕਿਸੇ ਬੇਗੁਨਾਹ ਦੇ ਉੱਤੇ ਨਾ ਕੋਈ ਅਸੀਂ ਆ ਜਾਏ। ਸਾਨੂੰ ਕੌਸ਼ਸਲੀ ਚੱਲਣਾ ਪਏਗਾ। ਬਿਲਕੁਲ ਠੀਕ ਗੱਲ ਹੈ ਰਾਣਾ ਚਾਹਲ ਸਾਹਿਬ। ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਹੁਤ ਦਰੁਸਤ ਤੁਸੀਂ ਕਿਹਾ, ਕਿਉਂਕਿ ਕੋਈ ਬੇਗੁਨਾਹ ਜਿਹੜਾ ਹੈ ਨਾ ਸਰ ਉਸ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਉਸ ਦੇ ਉੱਪਰ ਤਸ਼ੱਦਦ ਨਹੀਂ ਹੋਣੀ ਚਾਹੀਦੀ। 100% ਐਗਰੀ ਸਰ, ਇਹ ਤਾਂ ਹੋਣਾ ਵੀ ਚਾਹੀਦਾ, ਗੱਲ ਵੀ ਠੀਕ ਹੈਗੀ ਹੈ, ਕਿਉਂਕਿ ਕਾਨੂੰਨ ਹੈਗਾ ਆਪਣੇ ਦੇਸ਼ ਦੇ ਵਿੱਚ ਤੇ ਕਾਨੂੰਨ ਆਪਣਾ ਕੰਮ ਕਰਦਾ ਤੇ ਉਹਨੂੰ ਆਪਣਾ ਕੋਰਸ ਲੈਣਾ ਚਾਹੀਦਾ। ਚਾਹਲ ਸਾਹਿਬ ਕਿਵੇਂ ਸਮਝੀਏ? ਕਿਉਂਕਿ ਦੇਖੋ ਅਸੀਂ ਸਰਕਾਰ ਨੂੰ ਵੀ ਬੁਲਾਇਆ, ਸਰਕਾਰ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਬੁਲਾਇਆ ਸੀਗਾ ਤੇ ਰੋਜ਼ ਬੁਲਾਣੇ ਨਹੀਂ ਆਉਂਦੇ, ਉਹਨਾਂ ਦੀ ਮਰਜ਼ੀ ਹੈ। ਸਾਡਾ ਫਰਜ਼ ਹੈ ਕਿਉਂਕਿ ਸਾਡਾ ਪਲੇਟਫਾਰਮ ਪੰਜਾਬ ਦਾ ਪਲੇਟਫਾਰਮ ਹੈ, ਸਾਰੀ ਪਾਰਟੀਆਂ ਨੂੰ ਇਨਵਾਈਟ ਕਰਨਾ ਆਪਣੇ ਵਿਚਾਰ ਰੱਖਣ ਦੇ ਲਈ। ਜਿਹੜੇ ਆਉਂਦੇ ਨੇ ਉਹ ਵੀ ਜੀ ਆਇਆਂ ਨੂੰ, ਜਿਹੜੇ ਨਹੀਂ ਆਉਂਦੇ ਇਹ ਉਹਨਾਂ ਦੀ ਮਰਜ਼ੀ ਹੈ। ਤੇ ਚਾਹਲ ਸਾਹਿਬ ਆਪਾਂ ਕਿਸ ਤਰੀਕੇ ਨਾਲ ਸਮਝੀਏ? 6 ਦਿਨ ਹੋ ਗਏ, ਅੰਮ੍ਰਿਤਪਾਲ ਐਬਸਕੌਂਡਿੰਗ ਹੈ, ਹੀ ਇਜ਼ ਔਨ ਦਾ ਰਨ, ਹੀ ਇਜ਼ ਐਸਕੇਪਿੰਗ। ਅੱਜ ਆਪਣੇ ਪੰਜਾਬ ਦੇ ਸ਼ਾਹਕੋਟ ਤੋਂ ਸ਼ਾਹਬਾਦ ਪਹੁੰਚ ਗਿਆ। ਹੁਣ ਸ਼ਾਹਬਾਦ ਤੋਂ ਪਤਾ ਨਹੀਂ ਇਹਨੇ ਕਿੱਥੇ ਕਿੱਥੇ ਜਾਣਾ ਹੈ, ਕਿਹੜੇ ਰਸਤੇ ਜਾਂਦਾ। 4 ਥਿਊਰੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਵੀ ਰਹੀਆਂ, ਕਿਤੇ ਨਾ ਕਿਤੇ ਹੀ ਇਜ਼ ਟ੍ਰਾਈਂਗ ਟੂ ਐਸਕੇਪ ਇੰਡੀਆ ਆਈ ਗੈਸ। ਕਿਵੇਂ ਦੇਖੀਏ ਸਰ? ਦੇਖੋ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਰੂਲਿੰਗ ਗਵਰਨਮੈਂਟ ਦਾ ਕੋਈ ਨੁਮਾਇੰਦਾ ਨਹੀਂ ਆਉਂਦਾ, ਇਹਦਾ ਮਤਲਬ ਇਹ ਉਹਨਾਂ ਕੋਲ ਇਸ ਗੱਲ ਦਾ ਜਵਾਬ ਹੈ ਨਹੀਂ। ਜੋ ਅੱਜ ਪੰਜਾਬ ਦਾ ਮਾਹੌਲ ਬਣਿਆ ਉਹਦਾ ਉਹਨਾਂ ਕੋਲ ਜਵਾਬ ਹੈ ਨਹੀਂ, ਤਾਂ ਹੀ ਉਹ ਆ ਕੇ ਗੱਲ ਦਾ ਕੁਝ ਪਰਚੀ ਕਰਨੇ ਪੈਂਦੇ ਨਹੀਂ। ਜਿਸ ਤਰ੍ਹਾਂ ਤੁਸੀਂ ਅੰਮ੍ਰਿਤਪਾਲ ਦੀ ਗੱਲ ਕੀਤੀ, ਮੈਂ ਅੰਮ੍ਰਿਤਪਾਲ ਖੜ ਕੇ ਆਪਦਾ ਪੱਖ ਰੱਖਦਾ, ਇਹ ਵੀ ਆ ਕੇ ਉੱਥੇ ਪੱਖ ਰੱਖਦੇ। ਹੁਣ ਤੁਸੀਂ ਗੱਲ ਕਰ ਰਹੇ ਹੋ, ਮੈਂ ਸਮਝਦਾ ਇਟਸ ਅ ਟੋਟਲ ਫੇਲਿਅਰ ਆਫ ਗਵਰਨਮੈਂਟ ਤੇ ਪੰਜਾਬ ਪੁਲਿਸ ਦਾ। ਕਿਉਂਕਿ ਜਦੋਂ ਕਾਂਗਰਸ ਪਾਰਟੀ ਪਹਿਲੇ ਦਿਨ ਦੀ ਇਹ ਗੱਲ ਕਹਿੰਦੀ ਹੁੰਦੀ ਆ ਵੀ ਪੰਜਾਬ ਦੇ ਵਿੱਚ ਏਦਾਂ ਦਾ ਕੋਈ ਨਾ ਕੋਈ ਵਾਕਾ ਹੋ ਸਕਦਾ ਜਾਂ ਏਦਾਂ ਦੀ ਕੋਈ ਕਾਰਵਾਈਆਂ ਚੱਲ ਰਹੀਆਂ ਜਿਹਦੇ ਉੱਤੇ ਧਿਆਨ ਕੀਤਾ ਜਾਵੇ। ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਲੈਟਰ ਲਿਖਿਆ, ਉਦੋਂ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਕਾਂਗਰਸ ਪਾਰਟੀ ਇਸ ਗੱਲ ਤੇ ਸਵਾਲ ਨਹੀਂ ਕਰ ਸਕਦੀ ਕਿਉਂਕਿ ਤੁਸੀਂ ਤਾਂ ਖੁਦ ਤੁਸੀਂ ਹਰਮੰਦਰ ਸਾਹਿਬ ਦੇ ਉੱਪਰ ਟੈਂਕ ਚੜਾਈ ਸੀ, ਇਹਨਾਂ ਦੀ ਏਦਾਂ ਦੀਆਂ ਚੱਕੀਆਂ ਹੁੰਦੀਆਂ ਸੀ। ਚਲੋ ਅਜਨਾਲੇ ਵਾਲੀ ਘਟਨਾ ਹੋ ਗਈ, ਕੀ ਜਦੋਂ ਅਜਨਾਲੇ ਵਾਲੀ ਘਟਨਾ ਹੋਈ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਵੀ ਅਜਨਾਲੇ ਦੇ ਏਦਾਂ ਦੀ ਘਟਨਾ ਹੋ ਰਹੀ ਆ ਜਾਂ ਇੰਟੈਲੀਜੈਂਸ ਵਾਲਿਆਂ ਨੂੰ ਜਾਣਕਾਰੀ ਨਹੀਂ ਸੀ? ਉਹ ਬੰਦਾ 2 ਦਿਨ ਪਹਿਲਾਂ ਇਹ ਗੱਲ ਕਹਿ ਰਿਹਾ ਕਿ ਜੀ ਅਸੀਂ ਅਜਨਾਲੇ ਪਹੁੰਚਾਂਗੇ, ਅਜਨਾਲੇ ਪਹੁੰਚ ਕੇ ਏਦਾਂ ਦੀ ਅੰਜਾਮ ਦੇਵਾਂਗੇ, ਤੇ ਉਦੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਕਾਂਗਰਸ ਪਾਰਟੀ ਨੇ ਆਵਾਜ਼ ਚੱਕੀ ਕਿ ਜੀ ਫੇਲੀਅਰ ਆਫ ਲਾਅ ਐਂਡ ਆਰਡਰ ਹੈ, ਜੇ ਹੁਣੇ ਏਦਾਂ ਥਾਣੇ ਘੇਰਨ ਲੱਗ ਜਾਂ ਏਦਾਂ ਦੀਆਂ ਗਤੀਵਿਧੀਆਂ ਹੋਣ ਲੱਗ ਗਈਆਂ, ਪੰਜਾਬ ਕਿਸ ਪਾਸੇ ਜਾ ਰਹੇ? ਸਿਰਫ ਗੱਲ ਕੀ ਆ ਗੌਰਵ ਜੀ, ਇਟਸ ਅ ਜੁਆਇੰਟ ਆਪਰੇਸ਼ਨ ਬਿਟਵੀਨ ਸੈਂਟਰਲ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ। ਇਹ ਕਿਤੇ ਨਾ ਕਿਤੇ ਆਪਦਾ ਜਿਹੜਾ ਇੱਕ ਪੋਲਰਾਈਜੇਸ਼ਨ ਵੋਟ ਦੀ ਕੇਂਦਰ ਦੀ ਸਰਕਾਰ ਕਰਨਾ ਚਾਹੁੰਦੀ ਹੈ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਦੀ ਸਰਕਾਰ ਆ
ਇਹਨਾਂ ਨੂੰ ਜਲੰਧਰ ਦੀ ਇਲੈਕਸ਼ਨ ਦਿਸ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਸਰਕਾਰ ਬਣਨ ਵੇਲੇ ਉੱਥੋਂ ਦੀ ਸੰਗਰੂਰ ਦੀ ਇਲੈਕਸ਼ਨ ਹੋਈ, ਸੰਗਰੂਰ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਵੋਟਿੰਗ ਫੇਲੀਅਰ ਹੋਇਆ। ਸੰਗਰੂਰ ਇਲੈਕਸ਼ਨ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਐਪੀਸੋਡ ਚਲਾਇਆ ਸੀ, ਇੱਕ ਸਕ੍ਰਿਪਟ ਤਿਆਰ ਕੀਤੀ ਸੀ ਮੰਤਰੀ ਨੂੰ ਫੜਨ ਫੜਾਉਣ ਦੀ, ਉਸੇ ਤਰ੍ਹਾਂ ਐਜ਼ ਸਿਮਿਲਰ ਸਕ੍ਰਿਪਟ ਤਿਆਰ ਕੀਤੀ ਗਈ ਆ। ਮੈਂ ਸਮਝਦਾ ਪੰਜਾਬ ਪੁਲਿਸ ਬੜੀ ਕਾਬਲ ਪੁਲਿਸ ਹੈ, ਸਾਨੂੰ ਇਹਨਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ, ਪਰ ਇਹ ਕਿਤੇ ਨਾ ਕਿਤੇ ਇਹ ਸਰਕਾਰਾਂ ਦੇ ਬੰਦੇ ਹੁੰਦੇ ਆ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਅੰਮ੍ਰਿਤਪਾਲ ਕਿੱਥੇ, ਉਹਦੇ ਨਾਲ ਦੀ ਗ੍ਰਿਫਤਾਰੀ ਹੋ ਗਈ। ਜੇ ਇਹਦੀ ਗ੍ਰਿਫਤਾਰੀ ਕਰਨੀ ਸੀ ਪਹਿਲੇ ਦਿਨ ਇਹਦੇ ਘਰੋਂ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ। ਇਹਨੂੰ ਤੁਸੀਂ ਗੱਲ ਕੀਤੀ, ਇਹਦੇ ਅੰਮ੍ਰਿਤਸਰ ਤੋਂ ਜਾ ਕੇ ਜਲੰਧਰ ਲਿਜਾਇਆ ਗਿਆ, ਜਲੰਧਰ ਵਿੱਚ ਸਾਰਾ ਐਪੀਸੋਡ ਕ੍ਰੀਏਟ ਕੀਤਾ ਗਿਆ। ਸਾਰਾ ਐਪੀਸੋਡ ਕ੍ਰੀਏਟ ਕਰਨ ਤੋਂ ਬਾਅਦ ਹੁਣ ਦੇਖੋ ਤੁਸੀਂ ਕੀ ਚੱਲ ਰਿਹਾ, ਫਲਾਨੀ ਥਾਂ ਦੇ ਕੱਪੜੇ ਬਦਲ ਲਏ ਉਹ ਵੀ ਪਤਾ ਲੱਗ ਗਿਆ, ਫਲਾਨ ਥਾਂ ਦੇ ਇਹਨੇ ਜੀ ਆਹ ਗੱਡੀ ਬਦਲ ਲਈ ਉਹ ਵੀ ਪਤਾ ਲੱਗ ਗਿਆ, ਪਰ ਅੰਮ੍ਰਿਤਪਾਲ ਅਜੇ ਤੱਕ ਪੁਲਿਸ ਦੀ ਗਿਰਫਤ ਤੋਂ ਬਾਹਰ ਆ। ਸੋ ਮੈਂ ਬੇਨਤੀ ਕਰਨੀ ਚਾਹਣਾ ਭਗਵੰਤ ਮਾਨ ਹੋਰਾਂ ਨੂੰ, ਅਸੀਂ ਕਾਂਗਰਸ ਪਾਰਟੀ ਜਾਂ ਮੈਂ ਕੋਈ ਅੰਮ੍ਰਿਤਪਾਲ ਨੂੰ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਪੰਜਾਬ ਦੇ ਜੋ ਹਾਲਾਤ ਬਣੇ ਆ ਉਹ ਚੰਗੀ ਗੱਲ, ਬੜੇ ਮੰਦਭਾਗੇ ਹਾਲਾਤ ਆ ਪੰਜਾਬ ਦੇ ਕੋਈ ਇਸ ਵੇਲੇ ਚੱਲ ਰਿਹਾ, ਪਰ ਤੁਸੀਂ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਕੇਂਦਰ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਤੇ ਲਾ ਰਹੀ ਆ, ਸਿੱਖਾਂ ਤੇ ਲਾ ਰਹੀ ਆ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੁਸੀਂ ਗੱਲ ਕੀਤੀ ਕਿ ਜੀ ਅਸੀਂ ਕੈਮਰਾ ਲੈ ਕੇ ਨਾਲ ਬੈਠੇ ਆ, ਤੁਹਾਡੀ ਰਿਪੋਰਟਿੰਗ ਤੇ ਕੇਂਦਰ ਦੀ ਰਿਪੋਰਟਿੰਗ ਤੇ ਬਹੁਤ ਵੱਡਾ ਫਰਕ। ਕੇਂਦਰ ਦੇ ਵਿੱਚ ਕਿਤੇ ਅੱਜ ਕਾਂਗਰਸ ਪਾਰਟੀ ਨੇ ਅਡਾਨੀ ਦਾ ਮੁੱਦਾ ਚੁੱਕਿਆ, ਉਸ ਮੁੱਦੇ ਨੂੰ ਦਬਾਉਣ ਵਾਸਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਜੀ ਦਿਲਪਾਲ ਪਕੜਾ ਗਿਆ, ਉਹ ਯਾਰ ਜੇ ਪਹਿਲਾਂ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਪੰਜਾਬ ਦੇ ਇਦਾਂ ਦੇ ਹਾਲਾਤ ਬਣ ਰਹੇ ਨੇ। ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਵੇ। ਭਗਵੰਤ ਮਾਨ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਨਾਲ, ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਨੇ ਜੋ ਗੁਨਾਹ ਕੀਤਾ ਉਹਦੇ ਤੇ ਉਹ ਧਾਰਾਵਾਂ ਲੱਗਣ, ਉਹਦੇ ਤੇ ਉਹ ਧਾਰਾਵਾਂ ਲਾਉਣ, ਉਹਦੇ ਨਾਲਦਿਆਂ ਦੇ ਉੱਤੇ ਜਿਹੜੀਆਂ ਧਾਰਾਵਾਂ ਲੱਗਦੀਆਂ ਉਹ ਲਾਉਣ, ਪਰ ਪੰਜਾਬ ਦੇ ਨੌਜਵਾਨਾਂ ਨੂੰ ਨਜਾਇਜ਼ ਨਾ ਫਸਾਉਣ, ਉਹਨਾਂ ਦੇ ਉੱਪਰ ਨਜਾਇਜ਼ ਕਾਨੂੰਨ ਨਾ ਲਾਏ ਜਾਣ, ਜਵਾਬਾਂ ਕੇ ਹੋਰ ਕਾਨੂੰਨ, ਸਖਤ ਕਾਨੂੰਨ। ਅੰਮ੍ਰਿਤਪਾਲ ਦੇ ਮੈਂ ਕੋਈ ਹੱਕ ਦੇ ਵਿੱਚ ਗੱਲ ਨਹੀਂ ਕਰਦਾ, ਮੈਂ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਹੱਕ ਦੀ ਗੱਲ ਕਰਦਾ ਜਿਨ੍ਹਾਂ ਦੇ ਉੱਪਰ ਨਜਾਇਜ਼ ਲਾਏ ਗਏ ਆ। ਅੱਜ ਪੁਲਿਸ ਨੇ ਜਦੋਂ ਸਾਰੀਆਂ ਪਾਰਟੀਆਂ ਨੇ ਆਵਾਜ਼ ਚੱਕੀ ਕਿ ਜੀ ਇਹਨਾਂ ਨੌਜਵਾਨਾਂ ਦੇ ਉੱਪਰ ਜਾਂ ਗਲਤ ਕਾਨੂੰਨ ਲਾਏ ਜਾਣਗੇ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਨਾਲ ਦੀ ਨਾਲ ਆਈਜੀ ਹੈੱਡਕੁਆਟਰ ਦੀ ਸਤਿਆਨ ਗਿੱਲ ਸਾਹਿਬ ਨੇ ਗੱਲ ਕੀਤੀ ਕਿ ਜੀ ਅਸੀਂ ਉਹਨਾਂ ਤੋਂ ਪਰਚੇ ਵਾਪਸ ਲਵਾਂਗੇ। ਸੋ ਇਹੀ ਪਹਿਲਾ ਜਿਹੜਾ ਕੰਮ ਆ ਕੇਂਦਰ ਦੀ ਭਾਜਪਾ ਸਰਕਾਰ ਨੇ ਕੀਤਾ, ਜਦੋਂ ਮੋਦੀ ਕਾਲੇ ਕਾਨੂੰਨ ਲੈ ਕੇ ਆਇਆ ਸੀ, ਚੱਕ ਕੇ ਕਿਸਾਨਾਂ ਨੂੰ ਅੰਦਰ ਸਿੱਟਿਆ, ਉਹਨਾਂ ਤੇ ਦੇਸ਼ ਧਰੋਹ ਦੇ ਪਰਚੇ ਕੀਤੇ। ਉਹੀ ਕੰਮ ਜੁਆਇੰਟ ਆਪਰੇਸ਼ਨ ਭਗਵੰਤ ਮਾਨ ਰਲ ਕੇ ਕੇਂਦਰ ਦੇ ਨਾਲ ਕਰ ਰਿਹਾ। ਅਸੀਂ ਤਾਂ ਪਹਿਲਾਂ ਕਹਿੰਦੇ ਸੀ ਇਹ ਬੀ ਟੀਮਾਂ, ਇਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਇਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਦੇ ਵਿੱਚ ਕੀ ਗਤੀਵਿਧੀਆਂ ਹੋ ਰਹੀਆਂ। ਜਦੋਂ ਸੂਰੀ ਤੇ ਅਟੈਕ ਹੋਇਆ ਸੀ ਉਸ ਵੇਲੇ ਵੀ ਆਵਾਜ਼ ਚੱਕੀ ਸੀ ਕਿ ਜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਆ। ਉਦੋਂ ਇਹਨਾਂ ਨੇ ਕੀ ਗੱਲ ਕੀਤੀ ਕਿ ਜੀ ਲਾਅ ਐਂਡ ਆਰਡਰ ਬਹੁਤ ਵਧੀਆ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਸੂਬਾ 1 ਨੰਬਰ ਤੇ ਆ। ਜਿਸ ਤਰ੍ਹਾਂ ਦਿੱਲੀ ਦੇ ਲੋਕ ਆ ਕੇ ਅੱਜ ਪੰਜਾਬ ਨੂੰ ਚਲਾ ਰਹੇ ਆ, ਦਿੱਲੀ ਦੇ ਲੋਕ ਵਿਧਾਨ ਸਭਾ ਦੇ ਵਿੱਚ ਕੈਮਰਿਆਂ ਨੂੰ ਪਾਸੇ ਕਰ ਰਹੇ ਆ, ਕਿੱਥੇ ਪੈਨਿੰਗ ਹੋਣੀ ਚਾਹੀਦੀ ਹੈ ਕੈਮਰਿਆਂ ਦੀ, ਉਸੇ ਤਰ੍ਹਾਂ ਦਿੱਲੀ ਦਾ ਰਾਜ ਪੰਜਾਬ ਦੇ ਉੱਪਰ ਹੋ ਗਿਆ। ਛੋਟੀ ਦਿੱਲੀ ਦਾ ਕੇਜਰੀਵਾਲ ਦਾ ਰਾਜ, ਭਾਜਪਾ ਦੀ ਬੀ ਟੀਮ ਦਾ ਰਾਜ। ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੀਆਂ ਪਾਰਟੀਆਂ ਨੂੰ ਤੇ ਪੰਜਾਬ ਦੇ ਚਾਹਣ ਵਾਲਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਇਸ ਵੇਲੇ ਸਾਰੀ ਸਿੱਖ ਕਮਿਊਨਿਟੀ ਨੂੰ ਇਕਮੁੱਠ ਹੋਣ ਦੀ ਲੋੜ ਹੈ। ਜਿਸ ਨੇ ਗੁਨਾਹ ਕੀਤੀ ਉਹਨੂੰ ਸਜ਼ਾ ਦਿਓ, ਪਰ ਜਿਨ੍ਹਾਂ ਦੇ ਬੱਚੇ ਤੁਸੀਂ ਚੱਕ ਕੇ 19,000 ਕਿਲੋਮੀਟਰ ਤੇ ਲੈ ਗਏ, ਥੋੜੇ ਦਿਨ ਪਹਿਲਾਂ ਜਾ ਕੇ ਅਮਿਤ ਸ਼ਾਹ ਨੂੰ ਮਿਲ ਕੇ ਆਉਂਦੇ ਆ, ਜਿੱਥੇ ਲੈ ਕੇ ਗਏ 19,000 ਕਿਲੋਮੀਟਰ ਤੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਆਉਂਦੇ ਆ, ਉਹਨਾਂ ਦੀਆਂ ਪੇਪਰ ਦੇ ਵਿੱਚ ਖਬਰਾਂ ਲੱਗਦੀਆਂ, ਉਹਦੇ ਨੈਸ਼ਨਲ ਇੰਟਰਨੈਸ਼ਨਲ ਪੇਪਰ ਦੇ ਵਿੱਚ ਜਿਹਦੀ ਭਗਵੰਤ ਮਾਨ ਉੱਥੇ ਮਿਲ ਕੇ ਆ ਤਾਮਿਲਨਾਡੂ ਉਧਰ ਮੁੱਖ ਮੰਤਰੀਆਂ ਨੂੰ। ਉਹ ਇਹ ਸਾਰਾ ਪ੍ਰੀ ਪਲਾਨ ਕੰਮ। ਸਭ ਤੋਂ ਵੱਡੀ ਗੱਲ ਜਿਹੜੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਇਨਸਾਫ ਦਿਵਾਉਣ ਦੀ ਗੱਲ ਸੀ, ਕਿਤੇ ਨਾ ਕਿਤੇ ਉਸ ਕੱਟ ਨੂੰ ਦਬਾਉਣ ਦੀ ਗੱਲ ਵੀ ਸੀ। ਇਹ ਆਪਰੇਸ਼ਨ ਉਦੋਂ ਸ਼ੁਰੂ ਕੀਤਾ ਗਿਆ, ਅੱਜ ਦੇਖੋ ਕਿੰਨੇ ਦਿਨ ਹੋ ਗਏ, ਇਹ ਆਪਰੇਸ਼ਨ ਸਕਸੈਸਫੁਲ ਨਹੀਂ ਹੋਇਆ। ठीक है कि 80,000 लगी है। मैं पॉइंट लेके आया। ऑलराइट सर, पुलिस साहब किवें देखिए, क्योंकि देखो 6 दिन हो गए, वी आर कॉन्स्टेंटली एंड कंटिन्यूइंगली डिस्कसिंग दिस। ਬੰਦਾ ਭੱਜੀ ਜਾ ਰਿਹਾ। ਇੱਕ ਤਾਂ ਸਵਾਲ ਹੋ ਗਿਆ ਭਾਈ ਜਾਣਾ ਕਿੱਥੇ ਆ ਭੱਜ ਕੇ, ਦੂਜਾ ਇਹ ਹੈ ਕਿ ਏਜੰਸੀਆਂ ਕਦੋਂ ਫੜਨਗੀਆਂ, ਤੀਸਰਾ ਸਵਾਲ ਇਹ ਕਿ ਅਗਰ ਤੂੰ ਗੁਨਾਹ ਨਹੀਂ ਕੀਤਾ ਤਾਂ ਯੂ ਸ਼ੁੱਡ ਸਟਾਪ ਐਂਡ ਫੇਸ ਦ ਲਾਅ। ਗੱਲ ਇਹ ਹੈ ਗੌਰਵ ਜੀ, ਇਹ ਜਿਹੜਾ ਸਾਰਾ ਨਜ਼ਰ ਆ ਰਿਹਾ ਨਾ, ਇਹ ਤੇ ਕਿਸੇ ਬਾਲੀਵੁੱਡ ਜਾਂ ਹਾਲੀਵੁੱਡ ਦੀ ਫਿਲਮ ਦੀ ਸਕ੍ਰਿਪਟ ਲਿਖੀ ਹੁੰਦੀ ਹੈ, ਉਹ ਸਕ੍ਰਿਪਟ ਲਿਖੀ ਹੋਈ ਨਜ਼ਰ ਆ ਰਹੀ ਹੈ।
ਔਰ ਇਹ ਕੇਂਦਰ ਸਰਕਾਰ ਔਰ ਪੰਜਾਬ ਦੀ ਸਰਕਾਰ ਇਹਨਾਂ ਨੇ ਮਿਲ ਕੇ ਸਕ੍ਰਿਪਟ ਲਿਖੀ ਹੈ। ਪੰਜਾਬ ਦੇ ਹਾਲਾਤ ਜਿਹੜੇ ਨੇ ਤੇ ਇਹ ਦੱਸੋ ਕਿ ਨੈਸ਼ਨਲ ਮੀਡੀਆ ਆ ਕੇ ਸਪੈਸ਼ਲ ਉਹਦੀਆਂ ਪਹਿਲਾਂ ਇੰਟਰਵਿਊਜ਼ ਕਰਦਾ ਹੈ, ਪਹਿਲਾਂ ਅਜਨਾਲਾ ਦਾ ਪ੍ਰੋਗਰਾਮ ਹੁੰਦਾ ਹੈ। ਅੱਜ ਤੋਂ ਹਫ਼ਤਾ ਪਹਿਲਾਂ ਤੱਕ ਉੱਤੇ ਸਿੰਗਲ ਕੋਈ FIR ਨਹੀਂ ਹੁੰਦੀ ਤੇ ਲੇਕਿਨ ਅੱਜ ਝੜੀ ਲੱਗੀ FIR ਦੀ ਵੀ ਆਹ ਵੀ ਕੇਸ, ਆਹ ਵੀ ਕੇਸ, ਆਹ ਵੀ ਕੇਸ, ਆਹ ਵੀ ਕੇਸ। NSA ਤੱਕ ਗੱਲ ਪਹੁੰਚ ਗਈ ਹੈ, ਚਾਹੇ ਉਹ ਖੇਤਾਂ 'ਚ ਬੰਦਾ ਫੜਿਆ ਹੋਵੇ ਚਾਹੇ ਕਿਤੇ ਫੜਿਆ ਹੋਵੇ, ਉਹਨਾਂ ਤੇ NSA ਲਾ ਦਿੱਤੀ ਗਈ। ਮਤਲਬ ਇਹਦੇ ਵਿੱਚ ਮੈਨੂੰ ਇਹ ਦੱਸੋ ਵੀ ਭਗਵੰਤ ਮਾਨ ਦੀ ਸਰਕਾਰ ਦੇ ਫੇਲੀਅਰ ਸੀਗੀ, ਕਿਉਂਕਿ ਅਜਨਾਲਾ ਤੋਂ ਬਾਅਦ ਆਪਾਂ ਨਜ਼ਰ ਆ ਰਿਹਾ ਸੀ ਔਰ ਅਸੀਂ ਵੀ ਇਸ ਚੀਜ਼ ਦਾ ਮੁੱਦਾ ਚੱਕਿਆ ਸੀਗਾ ਵੀ ਇਹਦੇ ਲਈ ਅੰਮ੍ਰਿਤਪਾਲ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਅੱਜ ਵੀ ਕਹਿੰਦੇ ਆ ਜਿਹੜਾ ਅਜਨਾਲਾ ਜਿਹੜਾ ਗਲਤ ਹੋਇਆ ਉਹ ਚੀਜ਼ ਦੀ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਕਾਰਵਾਈ ਦਾ ਤਰੀਕਾ ਕੀ ਹੈ? ਤੁਸੀਂ ਇੱਕ ਛੋਟੀ ਸਰਜਰੀ ਕਰਕੇ ਅਗਰ ਕੋਈ ਆਪਰੇਸ਼ਨ ਕਰ ਸਕਦੇ ਹੋ ਉਹਦੇ ਤੁਸੀਂ ਸਾਰਾ ਢਿੱਡ ਕਿਉਂ ਪਾੜਨਾ? ਤੁਸੀਂ ਅਗਰ ਉਹਦਾ ਲੈਪਰੋਸਕੋਪੀ ਨਾਲ ਕੰਮ ਕਰ ਸਕਦੇ ਹੋ ਤੇ ਉਹਦੇ ਲਈ ਸਾਰੀ ਚੀਜ਼ ਫੜ ਕਰਨ ਦੀ ਕੀ ਲੋੜ ਪਈ ਹੈ? ਜਿਸ ਤਰੀਕੇ ਨਾਲ 8 ਜ਼ਿਲ੍ਹਿਆਂ ਦੀ ਪੁਲਿਸ ਉੱਥੇ ਆਈ, ਇਹ ਲੱਗਦਾ ਹੈ ਜਾਪਦਾ ਜਿਹੜਾ ਮੇਰਾ ਆਪਣਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਦੇ ਕਿਸੇ ਬੰਦੇ ਕੋਲੋਂ ਗੋਲੀ ਚੱਲੇ, ਪੁਲਿਸ ਦੇਖ ਕੇ ਤੇ ਪੁਲਿਸ ਮੁਕਾਬਲਾ ਹੁੰਦਾ, 8-10 ਲੋਕਾਂ ਨੂੰ ਮਾਰਿਆ ਜਾਂਦਾ, ਕੋਈ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਂਦਾ। ਦੇਖੋ ਅੱਤਵਾਦੀ ਮਾਰਤੇ, ਇਹ ਖਾਲਿਸਤਾਨੀ ਸੀ ਉਹ ਮਾਰਤੇ ਅਸੀਂ, ਲੇਕਿਨ ਉਹ ਜਿਹਾ ਮਾਹੌਲ ਕ੍ਰੀਏਟ ਨਹੀਂ ਹੁੰਦਾ। ਲੋਕਾਂ ਨੇ ਸਰੈਂਡਰ ਕਰਤਾ, ਕੋਈ ਗੋਲੀ ਨਹੀਂ ਚੱਲੀ, ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ। ਲੇਕਿਨ ਅੱਜ ਹਾਲਾਤ ਇਹ ਨੇ ਪੰਜਾਬ ਦੇ 57 ਲਾ ਕੇ 10 ਦਿਨ ਦਾ ਰਿਮਾਂਡ ਮੰਗਿਆ ਜਾ ਰਿਹਾ। 57 ਉਹ ਹੈ ਜਿਹਦੇ ਵਿੱਚ ਥਾਣੇ ਤੋਂ ਜਿਹੜੀ ਹੈ ਤੁਹਾਡੀ ਜ਼ਮਾਨਤ ਹੋ ਜਾਂਦੀ ਹੈ ਔਰ ਧਾਰਦਾਰ ਨੌਜਵਾਨਾਂ ਨੂੰ ਗੁਰਦੁਆਰਿਆਂ ਵਿੱਚ ਚੱਕ ਕੇ, ਘਰਾਂ ਚੋਂ ਚੱਕ ਕੇ ਇਕੱਠੇ ਕੀਤਾ ਜਾ ਰਿਹਾ ਹੈ। ਇਹ ਤਰੀਕਾ ਇਹ ਕਿੱਥੋਂ ਦਾ ਇਨਸਾਫ ਹੈ? ਤੁਸੀਂ ਇਹ ਆਮ ਨੌਜਵਾਨ ਨੂੰ ਫੜ ਰਹੇ ਹੋ। ਆ ਸੁਖਚੈਨ ਜੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਛੱਡ ਦਾਂਗੇ। ਵੈਰੀਫਾਈ ਕਰਨ ਨੂੰ ਤੁਹਾਨੂੰ ਅੱਜ 4-4 ਦਿਨ ਲੱਗਦੇ, 5 ਦਿਨ ਲੱਗਦੇ ਨੇ। ਤੁਸੀਂ ਕਿਸੇ ਨੂੰ ਫੜਿਆ ਉਹ ਤੋਂ ਅਸਲਾ ਕੋਈ ਬਰਾਮਦ ਨਹੀਂ ਹੋਇਆ, ਉਹ ਤੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ, ਉਹ ਇੱਕ ਨੌਜਵਾਨ ਹੈ, ਠੀਕ ਹੈ, ਚਾਹੇ ਨਸ਼ਾ ਛੱਡਣ ਦੇ ਚੱਕਰ 'ਚ ਲੱਗਿਆ, ਚਾਹੇ ਉਹ ਵੈਸੇ ਇੱਕ ਉਸ ਧਾਰਾ ਦੇ ਵਿੱਚ ਜਿਹੜਾ ਚਲਾ ਗਿਆ, ਕੋਈ ਅਟੈਂਡ ਕਰਨ ਚਲਾ ਗਿਆ, ਤੁਸੀਂ ਉਹ ਫੋਟੋਆਂ ਮਲਾਮ ਲਾ ਕੇ ਲੋਕਾਂ ਨੂੰ ਚੱਕੀ ਜਾ ਰਹੇ ਹੋ। ਤੁਸੀਂ ਅਗਰ ਆਇਡੈਂਟੀਫਾਈ ਕਰ ਲਿਆ ਉਹਨੂੰ ਛੱਡ ਦਿਓ, ਉਹਨੂੰ ਵਾਰਨਿੰਗ ਦਿਓ। ਤੁਸੀਂ ਅਗਰ ਕੱਲ ਨੂੰ ਜ਼ਰੂਰਤ ਪੈਂਦੀ ਹੈ ਦੁਬਾਰਾ ਚੱਕ ਲਓ ਉਹਨੂੰ। ਲੇਕਿਨ ਅੱਜ ਜੇਲ੍ਹਾਂ ਭਰੀਆਂ ਜਾ ਰਹੀਆਂ ਨੇ, ਇਹ ਮਾਹੌਲ ਉਹੀ ਕ੍ਰੀਏਟ ਕੀਤਾ ਜਾ ਰਿਹਾ ਜਿਹੜਾ ਬਾਰ-ਬਾਰ ਗੱਲ ਕਹਿੰਦੇ ਅਸੀਂ ਗੈਂਗਸਟਰ ਅਸੀਂ ਪੈਦਾ ਕਰਦੇ ਹਾਂ। ਅੱਜ ਮੈਂ ਕਹੂੰਗਾ ਵੀ ਅੱਤਵਾਦੀ ਵੀ ਅਸੀਂ ਪੈਦਾ ਕਰਦੇ ਹਾਂ। ਉਸੇ ਰਾਹ ਨੂੰ ਸਾਰਾ ਰਸਤਾ ਜਾ ਰਿਹਾ। ਇਹੀ ਨੌਜਵਾਨਾਂ ਨੂੰ ਚੱਕ ਕੇ ਤਸੀਹੇ ਦੇਵਾਂਗੇ, ਜੇਲ੍ਹਾਂ ਤੱਕਾਂਗੇ, ਜਦੋਂ ਜੇਲ੍ਹਾਂ ਤੋਂ ਬਾਹਰ ਆਉਣਗੇ ਫਿਰ ਉਹ ਹਥਿਆਰ ਚੱਕਣਗੇ, ਫਿਰ ਇਹੀ ਪੁਲਿਸ ਉਹਨਾਂ ਦੇ ਮੁਕਾਬਲੇ ਕਰੂਗੀ। ਇਹ ਅਸੀਂ ਭੁਗਤ ਚੁੱਕੇ ਹਾਂ। ਕਰੀਮ ਸਾਹਿਬ ਨੇ ਬਿਲਕੁਲ ਠੀਕ ਕਿਹਾ, ਅਸੀਂ ਆਪਣੇ ਪਿੰਡਾਂ ਦੇ ਹੰਡਾਇਆ ਹੋਇਆ ਏਰੀਆ ਸੀਗਾ। ਅਸੀਂ ਉਹ ਇੱਕ ਪਲ ਜਿਹੜਾ ਆਪਣੇ ਤਲਾਂ ਦੇ ਵਿੱਚ ਆਇਆ ਜਿਹੜਾ ਅਸੀਂ ਤੋਂ ਲੈ ਕੇ 90 ਤੱਕ ਦਾ ਟਾਈਮ ਸੀ। ਆਪਾਂ ਉਹ ਸਾਰਾ ਦੌਰ ਉਹ ਦਿੱਕਤਾਂ ਜਿਹੜੀਆਂ ਸੀਗੀਆਂ ਸਾਰੀਆਂ ਦਿੱਕਤਾਂ ਝੱਲੀਆਂ ਨੇ। ਤੁਸੀਂ ਕਹਿੰਦੇ ਆਪਣੇ ਪਿੰਡਾਂ ਤੇ ਹੰਡਾਇਆ ਆਪਾਂ, ਪਰ ਅੱਜ ਆਪਾਂ ਅਵੋਇਡ ਕਰਨਾ ਨਾ ਸਰ, ਬਚਾਣਾ ਹੈ। ਆਪਾਂ ਬਚਾਉਣ ਵਾਲੇ ਪਾਸੇ ਤੁਰੇ ਆ, ਪਰ ਨੌਬਤ ਹੀ ਨਹੀਂ ਆਉਂਦੀ ਸਾਰੇ ਨੂੰ ਬਚਾਈਏ। ਅਸੀਂ ਉਹ ਜਿਹੇ ਟਾਈਮ ਵੀ ਦੇਖੇ ਨੇ, ਨਹੀਂ ਉਹ ਜਿਹੇ ਟਾਈਮ ਵੀ ਦੇਖੇ ਨੇ ਕਿ ਤੁਹਾਡੇ ਸਾਹਮਣੇ ਮਾਰਕੀਟ ਤੋਂ ਬੰਦਾ ਚੱਕ ਲਿਆ ਹੋਵੇ ਤੇ ਅਗਲੇ ਨੇ ਸਵੇਰੇ ਉਹਦਾ ਮੁਕਾਬਲਾ ਬਣਾ ਦਿੱਤਾ ਹੋਈ, ਉਹਨੂੰ ਅਸੀਂ ਐਨਕਾਊਂਟਰ 'ਚ ਮਾਰਤਾ, ਉੱਥੇ ਮੁਕਾਬਲਾ ਹੋ ਗਿਆ। ਇਹ ਜਿਹੇ ਮਾਹੌਲ ਵੀ ਦੇਖੇ ਨੇ। ਲੇਕਿਨ ਅੱਜ ਉਹੀ ਚੀਜ਼ ਉਸੇ ਰਾਹ ਉੱਤੇ ਸਰਦਾਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਉਹ ਚੱਲ ਪਈ ਹੈ, ਉਸੇ ਰਾਹ ਉੱਤੇ ਜਿਹੜਾ ਹੈਗਾ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਹੈ। ਉਹੀ ਜਿਹੜੀ ਹਿਸਟਰੀ ਸੀ ਉਹ ਰਿਪੀਟ ਕੀਤੀ ਜਾ ਰਹੀ ਹੈ। ਇਹ ਹਾਲਾਤ ਪੈਦਾ ਕਰਦੇ ਆ ਕਿ ਡਰ ਦਾ ਮਾਹੌਲ। ਪੰਜਾਬ ਦੇ ਜਿਹੜੀ ਇਨਵੈਸਟਮੈਂਟ ਦੀ ਗੱਲ ਕਰਦੇ ਸੀ, ਇਨਵੈਸਟਮੈਂਟ ਕਰਾਂਗੇ, ਇਹ ਇਨਵੈਸਟਮੈਂਟ ਹੈ ਕਿ ਤੁਸੀਂ ਨੌਜਵਾਨਾਂ ਦਾ ਅੱਜ ਕਤਲੇਆਮ ਕਰੋ ਜਾਂ ਨੌਜਵਾਨਾਂ ਨੂੰ ਚਾਹੀਦਾ ਕਿ ਜੇਲ੍ਹਾਂ ਰੱਖੋ ਤੁਸੀਂ, ਤੇ ਉਸ ਤੋਂ ਬਾਅਦ ਕਹੋ ਵੀ ਜੀ 5 ਦਿਨ ਦਾ ਜਿਹੜਾ ਇੰਟਰਨੈਟ ਦੀ ਬੰਦ ਕਰਕੇ ਵੀ ਇਨਵੈਸਟਮੈਂਟ ਹੋਣੀ ਹੈ। ਤੁਹਾਨੂੰ ਦੱਸ ਦਈਏ 3 ਜ਼ਿਲ੍ਹਿਆਂ ਦੇ ਵਿੱਚ, ਚਾਹੇ ਉਹ ਲੁਧਿਆਣਾ ਹੈ, ਚਾਹੇ ਜਲੰਧਰ ਹੈ, ਚਾਹੇ ਤੁਹਾਡਾ ਅੰਮ੍ਰਿਤਸਰ ਹੈ, ਅਗਲੇ 2-3 ਮਹੀਨਿਆਂ ਲਈ ਸਾਰੀਆਂ ਬੁਕਿੰਗ ਜਿਹੜੀਆਂ ਕੈਂਸਲ ਹੋ ਗਈਆਂ। ਕੋਈ ਆਉਣਾ ਨਹੀਂ ਚਾਹੁੰਦਾ, 에ਅਰਲਾਈਨ ਕੈਂਸਲ ਹੋ ਗਈਆਂ, ਟੈਕਸੀ ਬੁਕਿੰਗ ਕੈਂਸਲ ਹੋ ਗਈ। ਸਰ ਆਪਾਂ ਅੰਮ੍ਰਿਤਪਾਲ ਦੇ ਰਹਿਣਾ ਸਰ, ਗੱਲ ਪਤਾ ਕੀ ਹੈ, ਅੱਜ ਅਗਰ ਉਹ ਭੱਜ ਰਿਹਾ ਨਾ, ਸਵਾਲ ਇਹ ਹੋ ਰਿਹਾ ਇਹ ਅੰਮ੍ਰਿਤਪਾਲ ਨਾਲ ਲਿੰਕਡ ਹੈ, ਇਹ ਪੰਜਾਬ ਨਾਲ ਲਿੰਕਡ ਹੈ, ਇਕੱਲਾ ਅੰਮ੍ਰਿਤਪਾਲ ਦਾ ਮਾਮਲਾ ਨਹੀਂ ਹੈ, ਇਹਦਾ ਪੰਜਾਬ ਵੀ ਲਿੰਕ ਹੈ। 360 ਡਿਗਰੀ ਆਪਾਂ ਦੇਖੀਏ ਅੱਜ ਗੌਰਵ ਜੀ ਅਸੀਂ ਕਦੀ ਪੰਜਾਬ ਦਾ ਕੰਟਰੋਲ ਇਹਨਾਂ ਤੋਂ ਬਾਹਰ ਹੈ, ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਨਹੀਂ ਕੰਟਰੋਲ ਕੀਤੀ ਜਾ ਰਹੀ। ਤੁਸੀਂ ਜਿਹੜਾ ਇੱਕ ਗੈਂਗਸਟਰ ਹੈ ਉਹਦੀਆਂ ਇੰਟਰਵਿਊਜ਼ ਦਿਖਾਉਂਦੇ ਜੇਲ੍ਹਾਂ ਚੋਂ, ਦੂਜੇ ਪਾਸੇ ਤੁਸੀਂ ਇੱਕ ਬੰਦਾ ਜਿਹੜਾ ਜਨਾਬ ਦੇ ਅਟੈਕ ਕੀਤਾ ਉਹਦੀਆਂ ਇੰਟਰਵਿਊਜ਼ ਦੀ ਮੀਡੀਆ ਵਿੱਚ ਕਰਵਾਉਂਦੇ ਹੋ, ਤੁਸੀਂ ਉੱਥੋਂ ਹੀ ਸਾਰਾ ਏਜੰਡਾ ਫਿਕਸ ਕਰਦੇ ਹੋ। ਅਸੀਂ ਬਿਲਕੁਲ ਵੀ ਮੈਂ ਨਹੀਂ ਕਹਿੰਦਾ ਕਿ ਮੈਂ ਅਮਰੀਕਾ ਦੇ ਹੱਕ 'ਚ ਜਨਾਬ ਕੀਤਾ, ਲੇਕਿਨ ਅਸੀਂ ਉਸ ਚੀਜ਼ ਦੇ ਹੱਕ 'ਚ ਵੀ ਨਹੀਂ ਜਿਹੜੀ ਸਰਕਾਰ MSA ਲਾ ਰਹੀ ਹੈ, ਅਸੀਂ ਉਸ ਚੀਜ਼ ਦੇ ਹੱਕ 'ਚ ਵੀ ਨਹੀਂ ਜਿਹੜੇ ਲੋਕਾਂ ਦੇ ਨਿਆਣਿਆਂ ਨੂੰ ਚੱਕ ਕੇ ਜੇਲ੍ਹਾਂ ਤੱਕਿਆ ਜਾ ਰਿਹਾ। ਆਲਰਾਈਟ ਸਰ, ਸੇਖੋ ਸਾਹਿਬ ਕਿਵੇਂ ਦੇਖੀਏ, ਤੁਸੀਂ ਸਿਆਸੀ ਮਾਹਰ ਹੋ, ਕੀ ਲੱਗ ਰਿਹਾ ਸਿਆਸਤ ਹੋ ਰਹੀ ਹੈ ਇਸ ਦੇ ਉੱਪਰ? ਤੇ ਮੈਂ ਕਹਿਣਾ ਵੀ ਜਿਸ ਕਿਸਮ ਦੀ ਡਟ ਸ਼ਿਟ ਸਿਆਸਤ ਇਸ ਮੁੱਦੇ ਦੇ ਉੱਤੇ ਹੋ ਰਹੀ ਆ, ਮਸਲਾ ਬੜਾ ਗੰਭੀਰ ਵਾ, ਪਰ ਹਰ ਪਾਰਟੀ, ਹਰ ਵਿਅਕਤੀ, ਇੰਡੀਵਿਜੂਅਲ ਉਹਦਾ ਆਪਣਾ ਪਰਸਪੈਕਟਿਵ ਆ,
ਚਾਹੇ ਉਹ ਪਾਰਟੀ ਨੂੰ ਕਰਦਾ, ਚਾਹੇ ਪੁਆਇੰਟ ਜਸਟੀਫਾਈ ਕਰਦਾ, ਚਾਹੇ ਦੂਸਰਿਆਂ 'ਚੋਂ ਨੁਕਸ ਕੱਢਦਾ। ਸਾਨੂੰ ਤਾਂ ਹੈਰਾਨੀ ਹੁੰਦੀ ਆ ਕਿ ਸਾਰੇ ਕਲੇਮ ਕਰਦੇ ਆ ਵੀ ਅਸੀਂ ਜਿਹੜੀਆਂ ਹੈਗਾ ਪਿਛਲਾ ਸਮਾਂ ਵੇਖਿਆ, ਪਰ ਅਸੀਂ ਇਹ ਤੋਂ ਸਬਕ ਨਹੀਂ ਸਿੱਖਿਆ ਲੱਗਦਾ ਕਿ ਜਿਹੜਾ ਉਹ ਸਬਕ ਸੀ ਦੋ ਪੈਮਾਨੇ ਰੱਖਦੇ ਆ। ਜਾਂ ਤਾਂ ਸਟੇਟ ਦਾ ਟੈਰਰਿਜ਼ਮ ਵੀ ਉਹਨਾਂ ਤਕੜਾ ਸੀ ਜਿੰਨਾ ਟੈਰਰਿਸਟ ਦਾ ਟੈਰਰਿਜ਼ਮ ਸੀਗਾ, ਜਿੰਨੇ ਉਹਨਾਂ ਨੂੰ ਉਸ ਸਮੇਂ 'ਚ ਜਿਹੜੇ ਪਾਸਿਓਂ ਭੁਗਤਿਆ। 4-4, 5-5 ਜੀ ਵੀ ਜਿਹੜੇ ਆ ਉਹ ਸਟੇਟ ਟੈਰਰਿਜ਼ਮ ਦੇ ਵਿੱਚ ਮਰੇ ਆ, ਤੇ ਜਿਹੜਾ ਅੱਤਵਾਦੀ ਦਾ ਟੈਰਰਿਜ਼ਮ ਵੀ ਉਹ ਚੋਂ ਮਰੇ ਆ। ਪੰਜਾਬ ਅਜੇ ਉਹ ਤੋਂ ਉੱਠਿਆ ਨਹੀਂ ਸੀਗਾ, ਥੋੜਾ ਅੱਗੇ ਚੱਲਿਆ ਸੀ, ਇਹ ਫਿਰ ਵਰਤਾਰਾ ਸ਼ੁਰੂ ਹੋ ਗਿਆ। ਇਹ ਵਰਤਾਰੇ ਦਾ ਜਿਹੜਾ ਕਾਰਨ ਹੈਗਾ ਪਿਛਲੇ ਸਾਲਾਂ 30 ਸਾਲਾਂ ਤੋਂ ਰਾਜ ਕਰਨ ਵਾਲੀਆਂ ਧਿਰਾਂ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਆ। ਜੋ ਮੰਨਣ ਨਾ ਮੰਨਣ ਗੱਲ ਦੂਸਰੀ ਆ, ਕਿਉਂਕਿ ਜਿਹੜੀ ਸਰਕਾਰ ਹੁੰਦੀ ਆ, ਤਾਕਤ ਹੁੰਦੀ, ਜ਼ਿੰਮੇਵਾਰੀ ਉਹਦੀ ਬਣਦੀ ਆ। ਔਰ ਇਹ ਜਿਹੜੀ ਨਵਾਂ ਜਿਹੜਾ ਵਰਤਾਰਾ ਜਿਸ ਤਰੀਕੇ ਨਾਲ ਸ਼ੁਰੂ ਹੋਇਆ ਸੀਗਾ, ਲੋਕਾਂ ਨੂੰ ਪੁਰਾਣਾ ਡਰ ਸਤਾਉਂਦਾ। ਪੰਜਾਬ ਦੀ ਅੱਧੀ ਆਬਾਦੀ ਉਹ ਹੈਗੀ ਆ ਕਿ ਜਿਨ੍ਹਾਂ ਨੇ ਉਹ ਸਾਰਾ ਸਮਾਂ ਜਿਹੜਾ ਵਾ ਉਹ ਆਪਣੇ ਪਿੰਡੇ ਤੇ ਹਟਾਇਆ, ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ। ਮਾਝੇ ਦੇ ਵਿੱਚ ਸਾਰੇ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਪਿੰਡ 'ਚ ਕੋਈ ਪਰਿਵਾਰ ਹੋਊਗਾ ਕਿ ਜਿਹਨੂੰ ਉਸ ਸਮੇਂ ਦਾ ਸੇਕ ਨਾ ਲੱਗਾ ਹੋਊਗਾ। ਅਸੀਂ ਇਹ ਵੀ ਦੇਖਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਮੁੰਡੇ ਨੇ ਜੁਆਇਨ ਕੀਤਾ ਸੀਗਾ ਜਾਂ ਉਹ ਮਾਰੇ ਗਏ ਸੀ, ਚਾਹੇ ਪੁਲਿਸ ਵੱਲੋਂ, ਚਾਹੇ ਉਹ ਆਪਣੀ ਖਹਿਬਾਜ਼ੀ ਵਧੇ, ਉਹਨਾਂ ਨੇ ਵੀ ਅਸੀਂ ਗੱਲਬਾਤ ਕਰਕੇ ਅਸੀਂ ਇੱਕ ਸਟੱਡੀ ਕੀਤੀ ਸੀਗੀ। ਉਹ ਵੀ ਕਹਿੰਦੇ ਸੀ ਵੀ ਠੀਕ ਆ, ਸਾਡਾ ਉਸ ਸਮੇਂ ਤੋਂ ਛੁਟਕਾਰਾ ਹੋਣਾ ਚਾਹੁੰਦਾ। ਇਹ ਜਿਹੜਾ ਇੰਸਟੈਂਸ ਆਇਆ ਵਾ, ਜਿਹਨੂੰ ਆਪਾਂ ਅੰਮ੍ਰਿਤਪਾਲ ਐਪੀਸੋਡ ਕਹਿੰਦੇ ਆ, ਇਹ ਜਿਸ ਮੌਕੇ ਦੇ ਉੱਤੇ ਪੰਜਾਬ ਦੇ ਵਿੱਚ ਆ ਰਿਹਾ ਵਾ, ਤੇ ਉਹਨੇ ਸਾਰਿਆਂ ਨੂੰ ਅਲਰਟ ਕੀਤਾ ਕਿ ਇਹ ਵਰਤਾਰਾ ਕੀ ਹੋ ਰਿਹਾ। ਔਰ ਜਿਸ ਤਰੀਕੇ ਦਾ ਘਟਨਾਕ੍ਰਮ ਹੋਇਆ ਵਾ, ਜਿਸ ਤਰੀਕੇ ਨਾਲ ਸਾਡੀ ਇੱਥੇ ਮੇਰੇ ਖਿਆਲ ਬੜੇ ਰਿਸਪੈਕਟੇਬਲ ਜਿਹੜੇ ਪੋਲੀਟੀਕਲ ਨੁਮਾਇੰਦੇ ਉੱਥੇ ਖੜੇ ਆ, ਮੈਨੂੰ ਲੱਗਦਾ ਹੈ ਕਿ ਜੇ ਅਸੀਂ ਪੰਜਾਬ ਦੇ ਹਿਤੈਸ਼ੀ ਆ, ਤੇ ਸਾਨੂੰ ਇੱਕ ਕੰਸੈਂਸਸ ਕਰਨਾ ਪਊਗਾ। ਕਿਸੇ ਦਾ ਕੋਈ ਫਰੀडम ਫਾਈਟਰ ਹੋ ਸਕਦਾ, ਕਿਸੇ ਦਾ ਕੋਈ ਟੈਰਰਿਸਟ ਹੋ ਸਕਦਾ, ਜਾਂ ਕਿਸੇ ਦਾ ਕੋਈ ਜਿਹੜਾ ਹੈਗਾ ਗੈਂਗਸਟਰ ਹੋ ਸਕਦਾ, ਪਰ ਅਲਟੀਮੇਟਲੀ ਜਿਹੜਾ ਹੈਗਾ ਵਾ ਪੰਜਾਬ ਨਾਲ ਜੇ ਆਪਾਂ ਬੰਦੇ ਆ ਜਾਂ ਪੰਜਾਬ ਬਾਰੇ ਕੰਸਰਨਡ ਹੈਗੇ ਆ, ਸਾਨੂੰ ਇੱਕ ਲੈਵਲ ਦੇ ਉੱਤੇ ਕੰਸੈਂਸਸ ਤਿਆਰ ਕਰਨਾ ਪਊਗਾ। ਕੋਈ ਵੀ ਘਟਨਾ ਵਾਪਰਦੀ ਆ, ਜਦੋਂ ਇਦਾਂ ਦੇ ਹਾਲਾਤ ਬਣਦੇ ਆ, ਉਹ ਕੋਈ ਵਿਚਾਰਾ ਕਈ ਵਾਰੀ ਇਨੋਸੈਂਟ ਵੀ ਵਿੱਚ ਦਾ ਜਾਂਦਾ ਵਾ, ਕਈ ਵਾਰੀ ਕੋਈ ਟਾਰਗੇਟਡ ਵੀ ਹੁੰਦਾ, ਉਹ ਪਾਸਾ ਦੂਸਰਾ। ਹੁਣ ਗੱਲ ਰਹੀ ਕਿ ਕਿਸ ਤਰੀਕੇ ਨਾਲ ਅਮਰ ਸਿੰਘ ਦਾ ਅੰਮ੍ਰਿਤਪਾਲ ਦਾ ਫਿਨੋਮਨਾ ਆਇਆ, ਕਿੱਦਾਂ ਥੋੜੇ ਸਮੇਂ 'ਚ ਲਾਰਜਰ ਦੈਨ ਸਾਈਜ਼ ਹੋ ਗਿਆ, ਕਿੱਦਾਂ ਉਹ ਇੱਕ ਨੌਨ ਸਟੇਟ ਐਕਟਰ ਬਣ ਕੇ ਉਹਨੇ ਸਟੇਟ ਨੂੰ ਜਿਹੜਾ ਹੈਗਾ ਸੀ ਕੰਟੈਸਟ ਕੀਤਾ। ਜਿਸ ਤਰੀਕੇ ਦੀ ਅਜਨਾਲੇ ਦੀ ਮੈਂ ਤਾਂ ਇਹ ਕਹੂੰਗਾ, ਮੈਂ ਕਿਸੇ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਪਰ ਮੇਰੀ ਆਪਣੀ ਸਮਝ ਹੈਗੀ ਆ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਪੁਲਿਸ ਦਾ ਰਵੱਈਆ ਰਿਹਾ, ਮੈਨੂੰ ਲੱਗਦਾ ਕਿ ਪੁਲਿਸ ਨੇ ਪਿਛਲੇ ਸਮੇਂ ਤੋਂ ਕੁਝ ਸਿੱਖਿਆ। ਜੇ ਕੋਈ ਵੱਡਾ ਇਨਸੀਡੈਂਟ ਹੋ ਜਾਂਦਾ ਜਾਂ ਵਾਇਲੈਂਸ ਹੋ ਜਾਂਦੀ ਜਾਂ ਕਾਊਂਟਰ ਵਾਇਲੇਸ਼ਨ ਹੁੰਦੀ, ਤੇ ਮੈਨੂੰ ਲੱਗਦਾ ਸੀ ਵੀ ਹਾਲਾਤ ਕਿਸੇ ਹੋਰ ਪਾਸੇ ਵੱਲ ਜਾਣੇ ਸੀ। ਚੰਗੀ ਗੱਲ ਮੈਨੂੰ ਇਹ ਲੱਗਦੀ ਆ ਕਿ ਇਸ ਇਸ਼ੂ ਦੇ ਉੱਤੇ ਸੈਂਟਰ ਤੇ ਸਟੇਟ ਦੇ ਵਿੱਚ ਕੋਆਰਡੀਨੇਸ਼ਨ ਹੈਗੀ ਆ, ਜਿਹੜੀ 70s ਦੇ ਵਿੱਚ 80 ਚ ਨਹੀਂ ਸੀ ਹੁੰਦੀ। ਚਾਹੇ ਵੱਖਰੀਆਂ ਧਿਰਾਂ ਰਾਜ ਕਰਦੀਆਂ ਸੀ, ਚਾਹੇ ਉਸ ਸਮੇਂ ਦੀ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸੀ ਵੱਡੇ ਹੱਦ ਤੱਕ ਜਿਹੜੇ ਸੀਗੇ ਉਹ ਜ਼ਿੰਮੇਵਾਰ ਸੀ। ਖਾਸ ਕਰਕੇ ਜਿਹੜੇ ਦੋਨੋਂ ਹੈ ਨਹੀਂ, ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ, ਜਿਹੜੀ ਖੁੰਦਕ ਸੀਗੀ, ਔਰ ਅਲਟੀਮੇਟਲੀ ਸਾਨੂੰ ਇਸ ਪਾਸੇ ਵੱਲ ਧੱਕਿਆ ਗਿਆ, ਜਿਹਦੇ ਤੋਂ ਅਸੀਂ ਇਹ ਜਿਹੜਾ ਸੀ ਸਾਰਾ ਕੁਝ ਵਰਤਾਰਾ ਦੇਖਿਆ। ਹੁਣ ਇਹ ਦੇਖੋ ਕਿ ਜਿਹੜੀ ਪੁਲਿਸ ਦੀ ਆਪਾਂ ਮੰਨ ਲੈ ਕੇ ਚਲੀਏ, ਮੈਂ ਕਹਿੰਦਾ ਵੀ ਇਸ ਸਮੇਂ ਦੇ ਇੰਡੀਅਨ ਸਟੇਟ ਜਾਂ ਪੰਜਾਬ ਸਟੇਟ ਬਹੁਤ ਪਾਵਰਫੁਲ ਹੋਈ ਆ। ਔਰ ਜਿਹੜੀ ਹੈਗੀ ਆ ਓਮਨੀ ਪ੍ਰੈਜ਼ੈਂਟ ਹੈਗੀ ਆ, ਓਮਨੀ ਪੋਟੈਂਟ ਹੈਗੀ ਆ, ਰਿਸੋਰਸਸ ਬਹੁਤ ਆ, ਕਮਿਊਨੀਕੇਸ਼ਨ ਆ, ਐਕਸੈਸ ਆ, ਸੜਕਾਂ ਆ, ਪੁਲਿਸ ਆ, ਪੈਰਾਮਿਲਟਰੀ ਫੋਰਸਸ ਆ, ਸਭ ਕੁਝ ਹੈਗਾ। ਜੇ ਅੰਮ੍ਰਿਤਪਾਲ ਨੂੰ ਇਹ ਲੌਂਗ ਲੈਟਸ ਸੀ ਦੈਟ ਸਟ੍ਰੈਟਜੀ ਦੇ ਤੌਰ ਤੇ ਮੈਂ ਨਹੀਂ ਹੁੰਦਾ ਠੀਕ ਹੋਵਾਂ, ਜੇ ਅੰਮ੍ਰਿਤਪਾਲ ਅਰੈਸਟ ਹੋ ਜਾਂਦਾ ਤੇ ਅੰਮ੍ਰਿਤਪਾਲ ਦਾ ਇਮੇਜ ਹੋਰ ਹੋਣਾ ਸੀਗਾ। ਜਿਸ ਤਰੀਕੇ ਨਾਲ ਲੰਬਾ ਰੋਪ ਦੇ ਕੇ ਮੈਨੂੰ ਇਹ ਲੱਗਦਾ ਹੈ ਕਿ ਸਟ੍ਰੈਟਜੀ ਦਾ ਜੇ ਅਰੈਸਟ ਹੋ ਜਾਂਦਾ, ਜੇ ਬੜਾ ਵੱਡਾ ਹੁੰਦਾ ਨਾ ਸਰ, ਕਦੇ ਜੇ ਪਰ ਰੂਪ ਲੋਕਾਂ ਸਰ ਮੈਨੂੰ ਅਲਾਉ ਕਰਨਾ, ਲੋਕਾਂ ਦੇ ਮਨਾਂ ਦੇ ਵਿੱਚ ਖਾਸ ਕਰਕੇ ਇਸ ਕਿਸਮ ਦੇ ਜਿਹੜੇ ਇਮੇਜ ਬਣਦੇ ਹੁੰਦੇ ਆ, ਐਤੁੱਲਾ ਖਮੇਨੀ ਦਾ ਫੋਰਸ ਕੀਤਾ ਜਾਵੇ। ਉਪਕਾਰ ਜੀ, ਮੈਂ ਇਹ ਗੱਲ ਪਲੀਜ਼ ਉਪਕਾਰ ਜੀ को मैं सवाल लेके आ रहे हैं सर। ठीक है जगरूप जी, ओके जगरूप जी ओके प्लीज, ऑलराइट। उपकार जी सवाल ये खड़ा हो गया, उन्होंने कहा जे ਉਹ ਅਰੈਸਟ ਹੋ ਜਾਂਦਾ, ਜੇ ਹੀ ਤਾਂ ਬੜਾ ਵੱਡਾ ਸਰ, ਜੇ ਹੋ ਜਾਂਦਾ ਤੇ ਕਿਉਂ ਨਹੀਂ ਹੋਇਆ ਸਰ? ਸਵਾਲ ਤਾਂ ਇਹੀ ਆ। ਇਹ ਸਾਰਿਆਂ ਨੂੰ ਕੰਮ ਲਾਤਾ, ਕਦੀ ਰੇੜੀ ਤੇ ਬਹਿ ਜਾਂਦਾ, ਕਦੀ ਮੋਟਰਸਾਈਕਲ ਤੇ ਬਹਿ ਜਾਂਦਾ, ਫਿਰ ਕਹਿੰਦੇ ਉਹਨੇ ਕਿਸ਼ਤੇ 'ਚ ਪਾਰ ਕਰਨਾ ਸੀਗਾ। ਕੀ ਕਰ ਰਿਹਾ? ਇਹ ਤੁਸੀਂ ਕਹਿ ਰਹੇ ਹੋ, ਇਹ ਤਾਂ ਗੌਰਵ ਜੀ ਤੁਸੀਂ ਮੈਂ ਨਹੀਂ ਕਹਿ ਰਿਹਾ ਸਰ, ਪੁਲਿਸ ਕਹਿ ਰਹੀ ਹੈ ਸਰ, ਸਰ ਪੁਲਿਸ ਇਜ਼ ਸੇਇੰਗ ਸਰ, ਆਪਣੀ ਪੁਲਿਸ ਕਹਿ ਰਹੀ ਹੈ, ਮੈਂ ਨਹੀਂ ਦੇਖਿਆ। ਸੁਣੋ, ਜੇ ਕੁਐਸਚਨ ਕੀਤਾ ਤੇ ਆਨਸਰ ਦੇਣ ਜੋ ਜਿਹੜਾ ਨਹੀਂ ਕਹਿ ਰਿਹਾ, ਪੁਲਿਸ ਕਹਿ ਰਹੀ ਹੈ। ਠੀਕ ਹੈ, ਕਰ ਸਕਦੇ ਆ ਵੀ ਉਹ ਅੰਮ੍ਰਿਤਪਾਲ ਸਿੰਘ ਆ। ਅੰਮ੍ਰਿਤਪਾਲ ਸਿੰਘ ਨੂੰ ਇੱਕ ਮੋਹਰਾ ਬਣਾ ਕੇ ਤੇ ਉਹ ਕਮਿਊਨਿਟੀ
ਸਾਰੇ ਬਦਨਾਮ ਕਰਨਾ ਚਾਹੁੰਦੇ ਆ, ਕਿਉਂਕਿ ਮਤਲਬ ਅੰਮ੍ਰਿਤ ਛਕਾਉਣਾ ਬੜੀ ਮਾੜੀ ਗੱਲ ਆ। ਸ਼ਿਵ ਸੈਨਾ ਵਾਲੇ ਬੁਲਟ ਪ੍ਰੂਫ ਜੈਕਟਾਂ ਉਹਨਾਂ ਨੂੰ ਤੁਸੀਂ ਆਪ ਪਰ ਜੇ ਉੱਥੇ ਸਿੱਧੂ ਮੂਸੇਵਾਲੇ ਨੂੰ ਰੇਡ ਦਿੱਤਾ ਗਿਆ ਸੀ, ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ 'ਚ ਇੰਟਰਵਿਊ ਕਰਾਈਆਂ ਜਾ ਸਕਦੀਆਂ ਨੇ। ਜੋ ਕੁਝ ਪਿੱਛੇ ਵਾਪਰ ਰਿਹਾ ਹੈ, ਜੇ ਕਿਸੇ ਸਿੱਖ ਨੇ ਕਿਸੇ ਅੰਮ੍ਰਿਤ ਪ੍ਰਚਾਰ ਕਰ ਰਹੇ ਸਿੰਘ ਨੇ ਬੁਲਟ ਪ੍ਰੂਫ ਜੈਕਟਾਂ ਖਰੀਦ ਲਈਆਂ ਨੇ, ਉਹ ਬੜਾ ਵੱਡਾ ਗੁਨਾਹ ਹੋ ਗਿਆ ਹੈ। ਅਸੀਂ ਮਤਲਬ ਹਮੇਸ਼ਾ ਹੀ ਸਿੱਖਾਂ ਦੀ ਇਮੇਜ ਇਸ ਤਰੀਕੇ ਨਾਲ ਜਦੋਂ ਵੀ ਵੋਟਾਂ ਆਉਂਦੀਆਂ ਸਾਰੇ ਦੇਸ਼ ਵਿੱਚ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਕੇ ਤੇ ਉਹ ਲਾਹਾ ਲੈਂਦੇ ਆ, ਬਹੁਤ ਗਿਣਤੀ ਦੀਆਂ ਵੋਟਾਂ ਲੈਣ ਦਾ ਨਿਚੋੜ ਸਾਰਾ ਇਹ ਹੈ। ਜਿੰਨਾ ਵੀ ਡਰਾਮਾ ਕੀਤਾ ਜਾ ਰਿਹਾ ਜਾਂ ਪਹਿਲਾਂ ਕੀਤਾ ਗਿਆ ਆ, ਇਹਨੂੰ ਬੜੇ ਛੋਟੇ ਤਰੀਕੇ ਨਾਲ ਕਿੱਥੇ ਤੁਸੀਂ ਉਹ ਡਿਬੜੂਗੜ੍ਹ ਜੇਲ੍ਹ ਆਮ ਜੇ ਬੰਦਿਆਂ ਨੂੰ ਮਤਲਬ ਅੰਗਰੇਜ਼ਾਂ ਵਾਲੇ ਕਾਲੇ ਪਾਣੀ 'ਚ ਭੇਜ ਦਿੰਦੇ ਸਨ, ਕਿ ਮਤਲਬ ਵੇਖੋ ਤਾਂ ਸਹੀ ਫਿਰ ਵਰਤਾਰਾ ਕਰਕੇ ਹੋ ਕੀ ਰਿਹਾ ਹੈ। ਨਹੀਂ ਸਰ, ਫਿਰ ਕੀ ਕਰੀਏ? ਇੱਥੇ ਲੌਜ ਕਰਦੀ ਹੈ, ਤੁਹਾਨੂੰ ਕੀ ਲੱਗਦਾ ਇੱਥੇ ਤੇ ਜੇਲ੍ਹਾਂ 'ਚ ਰੱਖਦੀ ਹੈ? ਇੱਥੇ ਤਾਂ ਆਪਾਂ ਥੋੜੇ ਦਿਨ ਪਹਿਲੇ ਹੀ ਗੈਂਗ ਵਾਰ ਦੇਖੀ ਆ, ਸਾਰਿਆਂ ਨੂੰ ਇੱਥੇ ਹੀ ਪਾ ਦਈਏ, ਫਿਰ ਮੁੜ ਤੋਂ ਗੈਂਗ ਵਾਰ ਹੋ ਜਾਏ, ਫਿਰ ਕੀ ਕਹੋਗੇ? ਆਹ ਤਾਂ ਸੰਭਾਲਿਆ ਨਹੀਂ ਜਾਂਦਾ। ਹੁਣ ਅਗਰ ਪ੍ਰੀਵੈਂਟਿਵ ਕੰਮ ਹੋ ਰਿਹਾ ਆਪਾਂ ਜੇਲ੍ਹਾਂ ਵਿੱਚ ਡੱਕੇ ਨਾ ਕਰੋ ਤਾਂ ਜਾ ਕੇ ਜੇ ਤੁਹਾਨੂੰ ਅਲਾਉ ਕਰਦੇ ਆ ਤੇ ਉਹ ਇੰਟਰਵਿਊ ਲਓ, ਵੇਖੋ ਵੀ ਉਹ ਬੰਦੇ ਇੰਨੇ ਜੋਗੇ ਹੈਗੇ ਜਿਨ੍ਹਾਂ ਨੂੰ ਤੁਸੀਂ ਐਨਐਸਏ ਲਾਗ ਦੇ ਵਿੱਚ ਠੋਕਤਾ ਆ। ਸਰ ਤੁਸੀਂ ਉੱਥੇ ਲੌਜਿਕ ਦੀ ਗੱਲ ਕਰ ਰਹੇ ਹੋ ਨਾ ਸਰ, ਸਵਾਲ ਤਾਂ ਹੀ ਖੜਾ ਹੋ ਰਿਹਾ। ਹੁਣ ਇੱਕ ਬੰਦਾ ਅਗਰ ਆ ਕੇ ਅਗਰ ਸਰੈਂਡਰ ਕਰਦੇ ਉਹਦੇ ਘਰ ਦੇ ਕਹਿੰਦੇ ਸਰੈਂਡਰ ਕਰਦੇ ਤਾਂ ਗੱਲ ਹੀ ਖਤਮ ਹੋ ਜਾਣੀ ਆ। ਸਨੀ ਸਾਹਿਬ ਹੁਣ ਇਹਦੇ 'ਚ ਕੀ ਦਿੱਕਤ ਹੈ? ਜੇ ਆਪਣੇ ਜੇਲ੍ਹਾਂ ਦੇ ਸਾਰੇ ਨੂੰ ਰੱਖ ਦਿੰਦੇ ਆ, ਕੱਲ ਨੂੰ ਜੇਲ੍ਹ ਵਾਰ ਹੋ ਜਾਂਦੀ ਹੈ, ਉੱਥੇ ਗੈਂਗ ਵਾਰ ਹੁੰਦੀ ਹੈ, ਤਾਂ ਪ੍ਰੋਬਲਮ ਹੋ ਜਾਂਦੀ ਹੈ, ਤਾਂ ਕੋਈ ਸਮਝਦਾ ਨਹੀਂ। ਹੁਣ ਅਗਰ ਦੂਰ ਪ੍ਰੀਵੈਂਟਿਵ ਮੈਜਰਸ ਲੈ ਕੇ ਰੱਖਿਆ ਤਾਂ ਪ੍ਰੋਬਲਮ ਹੋ ਗਈ। ਫਿਰ ਕਰਨਾ ਕੀ ਹੈ ਸਰ? ਇਹ ਕਰਨਾ ਕੀ ਹੈ ਫਿਰ? ਚਾਹ ਕੀ ਰਹੇ ਹੋ ਤੁਸੀਂ ਦੱਸੋ ਪਹਿਲੇ, ਚਾਹ ਕੀ ਰਹੇ ਹੋ ਸਰ? ਅਮਨ ਚੈਨ ਸ਼ਾਂਤੀ ਅਸੀਂ ਕੀ ਚਾਹੁੰਦੇ? ਅਸੀਂ ਚਾਹ ਰਹੇ ਹਾਂ ਸਰ, ਸਾਰੇ ਇਹੀ ਚਾਹ ਰਹੇ, ਤੁਹਾਡੇ ਲੋਕਾਂ ਨੇ ਵੀ ਚਾਹ ਰਹੇ ਆ, ਬੰਦਾ ਤਾਂ ਇਹ ਭੱਜ ਰਿਹਾ, ਉਹਦੀ ਅਰੈਸਟ ਦਿਖਾਈ ਜਾਵੇ। ਅਸੀਂ ਇਹ ਚਾਹ ਰਹੇ ਹਾਂ ਉਹਦੀ ਅਰੈਸਟ ਦਿਖਾਈ ਜਾਵੇ। ਅਰੈਸਟ ਤਾਂ ਹੋਏਗਾ ਨਾ ਜੋ ਇੱਕ ਜਗ੍ਹਾ ਟਿੱਕੇ ਬੈਠੇਗਾ, ਰੋਜ਼ ਨਵਾਂ ਰੰਗ ਰੂਪ ਬਦਲ ਲੈਂਦਾ ਹੈ। ਹੁਣ ਮੈਂ ਕੀ ਕਹਾਂ ਸਰ? ਸਰੀਨ ਸਾਹਿਬ ਕਿਤੇ ਕੋਈ ਗੱਲ ਨਹੀਂ, ਰੰਗ ਰੂਪ ਦੇ ਵਿੱਚ ਤੁਸੀਂ ਅਮਰਪਾਲ ਸਿੰਘ ਦੇਖਿਆ ਸਰ ਪੁਲਿਸ ਤੁਸੀਂ ਸੁਣਨੇ ਸਰ ਸੁਣੀ ਨਹੀਂ ਤੁਸੀਂ ਸਾਰੇ ਆਈਜੀ ਸਾਹਿਬ ਸੁਖਚੈਨ ਸਿੰਘ ਉਹਨਾਂ ਦੀ ਗਿੱਲ ਸਾਹਿਬ ਦੀ ਤੁਸੀਂ ਸਰ ਸੁਣਿਆ ਨਹੀਂ ਪ੍ਰੋਪਰ ਉਹਨਾਂ ਦਾ ਵਰਜਨ। ਸਰੀਨ ਸਾਹਿਬ ਟੈਕਲ ਤਾਂ ਕਰਨਾ ਹੀ ਹੈ ਨਾ। ਗੌਰਵ ਜੀ ਜਿਹੜੇ ਚਾਰ ਬੰਦੇ ਫੜੇ ਜਿਨ੍ਹਾਂ ਨੇ ਕਿਹਾ ਵੀ ਬਰੀਜਾ ਤੋਂ ਭਜਾਇਆ ਸੀ, ਉਹਨਾਂ ਦੀ ਕੋਈ ਸਟੇਟਮੈਂਟ ਕਿਉਂ ਨਹੀਂ ਦਵਾਈ? ਉੱਥੋਂ ਹੀ ਕਲੀਅਰ ਹੋ ਜਾਣਾ ਸੀ। ਅਦਾਲਤ ਆ ਜਾਏਗੀ ਸਰ ਸਟੇਟਮੈਂਟ, ਕੋਈ ਗੱਲ ਨਹੀਂ ਸਰ ਅਦਾਲਤ ਹੈਗੀ ਹੈ ਸਰ। ਥੋੜਾ ਪੁਲਿਸ ਨੂੰ ਕੋਈ ਸਟੇਟਮੈਂਟ ਦਵਾ ਸਕਦੀ। ਇਨ ਆਰ ਕੋਰਟ ਸਰ ਜੁਡੀਸ਼ੀਅਲ ਪ੍ਰੋਸੈਸ 'ਚ ਬਿਲੀਵ ਕਰਨਾ ਚਾਹੀਦਾ। ਅਦਾਲਤਾਂ ਦੇ ਵਿੱਚ ਇਹੀ ਕੰਮ ਹੀ ਹੁੰਦਾ ਸਰ ਸਾਰਾ ਦਿਨ, ਜਿਵੇਂ ਥੋੜਾ ਨਾ ਸਾਰਾ ਦਿਨ ਕੈਮਰੇ ਅੱਗੇ ਹਰ ਚੀਜ਼ ਹੋਏਗੀ, ਫੜ ਲਿਆ ਨਾ ਕਰ ਦੇਣਗੇ। ਆਲ ਰਾਈਟ ਸਰ ਸਰੀਨ ਸਾਹਿਬ ਹਾਂਜੀ ਠੀਕ ਹੈ ਜੀ ਗੌਰਵ ਜੀ। ਸਰ ਭਰੋਸਾ ਤਾਂ ਰੱਖਣਾ ਪੈਣਾ ਨਾ ਆਪਣੇ ਕਾਨੂੰਨ ਤੇ, ਆਪਣੀ ਸਿਕਿਉਰਿਟੀ ਏਜੰਸੀਜ਼ ਤੇ। ਆਪਾਂ ਕਹਿੰਦੇ ਇੱਥੇ ਕਿਉਂ ਨਹੀਂ ਰੱਖਿਆ, ਉੱਥੇ ਰੱਖਤਾ, ਘਰੋਂ ਕਿਉਂ ਨਹੀਂ ਚੁੱਕਿਆ, ਬਾਹਰੋਂ ਚੁੱਕ ਲਿਆ। ਸਰ ਇਫ ਐਂਡ ਬਟ ਕਿੰਤੂ ਪਰੰਤੂ ਹੀ ਬਹੁਤ ਜ਼ਿਆਦਾ ਹੈਗੇ ਆ। ਗੌਰਵ ਜੀ ਮੈਂ ਸਮਝਦਾ ਹਾਂਜੀ ਬੜਾ ਕੁਝ ਵਾਪਰਿਆ ਜੀ। ਜਿਹੜਾ ਇਸ ਸਮੇਂ ਦਾ ਦੌਰ ਚੱਲ ਰਿਹਾ, ਅੱਜ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹ ਅੰਮ੍ਰਿਤਪਾਲ ਦਾ ਐਪੀਸੋਡ ਸ਼ੁਰੂ ਹੋਇਆ ਹੈਗਾ ਅਰੈਸਟ ਦਾ, ਉਹ ਸਾਰਾ ਸਾਨੂੰ ਸਾਰਿਆਂ ਨੂੰ ਫੋਰਸਸ ਦੇ ਨਾਲ ਖੜਨਾ ਚਾਹੀਦਾ ਹੈ, ਕਿਉਂਕਿ ਜਿਹੜੇ ਵੀ ਲੋਕ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਸਾਡਾ ਸੌਫਟ ਕਾਰਨਰ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ, ਔਰ ਮੈਂ ਸਮਝਦਾ ਕਿਸੇ ਦਾ ਹੋਏਗਾ ਵੀ ਨਹੀਂ। ਸਾਰੇ ਪੰਜਾਬੀ ਜਿਹੜੇ ਹੈਗੇ ਨੇ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣਾ ਚਾਹੁੰਦੇ। ਬਿਲਕੁਲ। ਦੂਜੀ ਚੀਜ਼ ਜਿਹੜੀ ਹੈਗੀ ਹੈ, ਦੇਖੋ ਐਸੇ ਕੋਈ ਦੁਰਾਏ ਨਹੀਂ, ਜਿੰਨੇ ਵੀ ਮੇਰੇ ਸਾਥੀ ਪੈਨਲਿਸਟ ਬੈਠੇ ਨੇ, ਅੱਜ ਤੱਕ ਅਸੀਂ ਦੱਬ ਕੇ ਇਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਭੰਡਿਆ, ਉਹਦੀ ਫੇਲਿਅਰਸ ਨੂੰ ਉਜਾਗਰ ਕੀਤਾ ਹੈ, ਉਹਨੂੰ ਕ੍ਰਿਟਿਸਾਈਜ਼ ਕੀਤਾ ਹੈਗਾ। ਰਾਜਨੀਤੀ ਕਰਨ ਵਾਸਤੇ ਰਾਜਨੀਤੀ ਔਰ 6 ਦਿਨ ਤੋਂ ਇੱਕੋ ਸਵਾਲ ਬਰਕਰਾਰ ਹੈ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ, ਜੇਕਰ ਭੱਜ ਰਿਹਾ ਤੇ ਕਿਉਂ ਭੱਜ ਰਿਹਾ, ਕਿਵੇਂ ਭੱਜ ਰਿਹਾ ਔਰ ਖਾਸ ਤੌਰ ਤੇ ਕਿੱਥੇ ਭੱਜ ਰਿਹਾ। ਇੱਕ ਵੱਡੀਆਂ ਜਿਹੜੀਆਂ ਗੱਲਾਂ ਨੇ। ਔਰ ਇਸ ਸਮੇਂ ਸ਼ਾਹਬਾਦ ਤੇ ਉਸ ਘਰ ਦੇ ਵਿੱਚ ਬਾਹਰ ਖੜਾ, ਉਸ ਘਰ ਦੇ ਜਿੱਥੇ ਸ਼ਾਹਬਾਦ 19 ਤੇ 20 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਤੇ ਪੱਪਲਪ੍ਰੀਤ ਸਿੰਘ ਜਿਹੜਾ ਉਹ ਰੁਕਿਆ ਸੀ। ਇਸ ਘਰ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਸ ਸਮੇਂ ਅੰਧੇਰਾ ਹੋ ਰਿਹਾ ਕਿਉਂਕਿ ਦੋਨੋਂ ਵਿਅਕਤੀਆਂ ਨੂੰ ਜਿਹੜਾ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਔਰ ਦੂਸਰੀ ਜਗ੍ਹਾ ਤੇ ਸੀਸੀਟੀਵੀ ਇਹ ਅੰਡਰ ਕੰਸਟਰਕਸ਼ਨ ਬਿਲਡਿੰਗ ਦਮਨ ਜਿਹੜੀ ਹੈ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ कि अंडर कंस्ट्रक्शन बिल्डिंग है, ऊपर घर बनता पिया है, नीचे जड़ा फर्स्ट फ्रेम अगर आप देखिए फर्स्ट फ्लोर है, मंजे पे हुए है, बाहर जड़ा निचला घर जड़ा फ्लोर बनया हुआ है, ऊपर सारा जड़ा उसारी उत्ते हो रही है, कंस्ट्रक्शन भी शायद चलती पई है। इस घर दे विच जड़ा हैगा रुकिया सीगा अमृतपाल। आप पहली तस्वीर जिहड़ी तुसीं वेख रहे हो, पिछे मोढे ते बैग टंगिया होया, कहंदे पप्पलप्रीत है। दूजी तस्वीर हाथ च झोला लैके जांदा होया, स्पोर्ट शूज पा के, कमीज बाहर है,
ਤੇ ਜੀਨ ਦੀ ਪੈਂਟ ਪਾਈ ਹੈ ਜੋ ਦਿਖਾਈ ਦੇ ਰਿਹਾ ਛਾਤਾ ਧੁੱਪ ਦੇ ਵਿੱਚ ਲੈ ਕੇ ਜਾ ਰਿਹਾ ਇਹ ਅੰਮ੍ਰਿਤਪਾਲ ਹੈ ਐਸ ਪਰ ਪੁਲਿਸ ਸੋਰਸਸ ਪੁਲਿਸ ਦੇ ਵੱਲੋਂ ਜੋ ਕਿਹਾ ਜਾ ਰਿਹਾ। ਸੋ ਇਹ ਇਸ ਵੇਲੇ ਦੇ ਸੂਰਤੇ ਹਾਲ ਸੀਗੇ ਜਿਹੜੇ ਤੁਹਾਨੂੰ ਦੱਸਣੇ ਲਾਜ਼ਮੀ ਸੀਗੇ, ਪਰ ਕਿਸ ਤਰੀਕੇ ਦੇ ਨਾਲ ਸਮਝੀ ਆਖਿਰ ਹੋ ਕੀ ਰਿਹਾ ਹੈ। ਉਪਕਾਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ। ਉਪਕਾਰ ਜੀ, ਜੇ ਤੁਹਾਨੂੰ ਮੇਰੀ ਆਵਾਜ਼ ਮਿਲ ਪਾ ਰਹੀ ਹੈ ਥੋੜਾ ਜਿਹਾ, ਕਿਉਂਕਿ ਤੁਹਾਡੀ ਜਥੇਬੰਦੀ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਚੱਲਦੀਆਂ ਨੇ ਤੇ ਕਿਤੇ ਨਾ ਕਿਤੇ ਇਕੱਠੇ ਵੀ ਹੋ, ਪੰਜਾਬ ਦੇ ਲੋਕਾਂ ਨੂੰ ਜੇ ਥੋੜਾ ਜਿਹਾ ਆਪਾਂ ਸਮਝਾ ਸਕੀਏ ਸਰ ਵਾਟ ਐਗਜ਼ੈਕਟਲੀ ਇਜ਼ ਹੈਪਨਿੰਗ। ਇਸ ਤਰ੍ਹਾਂ ਦੀ ਇੱਕ ਤੇ ਪੁਲਿਸ ਨੇ ਜਿਹੜਾ ਪੁਲਿਸ ਦਾਵਾ ਕਰ ਰਹੀ ਆ ਉਹਦੇ ਆਪਣੇ ਦਾਅਵਿਆਂ 'ਚ ਹੀ ਸ਼ੰਕੇ ਨੇ ਕਿ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬਰੀਜ਼ਾ ਗੱਡੀ ਦੇ ਵਿੱਚੋਂ 4 ਜਾਣਿਆਂ ਨੇ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। 4 ਅਰੈਸਟ ਕੀਤੇ ਵੀ ਵਿਖਾਏ ਗਏ ਆ, ਪਰ ਉਹਨਾਂ 4 ਚੋਂ ਕਿਸੇ ਦੀ ਵੀ ਸਟੇਟਮੈਂਟ ਨਹੀਂ ਸਾਹਮਣੇ ਲਿਆਂਦੀ ਗਈ। ਕੋਈ ਸਾਹਮਣੇ ਉਹਨਾਂ ਕੋਲ ਪਛਾਉਂਦੇ ਉਹ ਦੱਸਦੇ ਵੀ ਵਾਕਿਆ ਹੀ ਅਸੀਂ ਇਹਨੂੰ ਭਜਾਇਆ। ਸੋ ਇਹ ਇੱਕ ਬੜਾ ਵੱਡਾ ਸ਼ੰਕਾ ਇਹ ਵੀ ਕ੍ਰੀਏਟ ਕਰਦੀ ਆ ਔਰ ਇਹ ਸਾਨੂੰ ਖਦਸ਼ਾ ਆ ਕਿ ਪਪਲਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਕਿਉਂਕਿ ਦੋਨੋਂ ਖਾਲਸਾ ਵੀਰ 'ਚ ਐਕਟਿਵ ਸਨ ਔਰ ਉਹ ਪਹਿਲੇ ਦਿਨ ਹੀ ਅਰੈਸਟ ਹੋ ਗਏ ਸਨ, ਫੜ ਲਏ ਗਏ ਸਨ। ਜਾਣ ਬੁੱਝ ਕੇ ਇਹਨਾਂ ਨੂੰ ਕੋਈ ਡਰਿਆ ਸਾਨੂੰ ਕਿ ਕੋਈ ਇਸ ਤਰ੍ਹਾਂ ਦਾ ਕਿਤੇ ਨੁਕਸਾਨ ਨਾ ਕਰਦੇ ਪੁਲਿਸ, ਜਿਵੇਂ ਕਿ ਪਿਛਲੇ ਸਮਿਆਂ 'ਚ ਹੁੰਦਾ ਆਇਆ। ਜਸਵੰਤ ਸਿੰਘ ਖਾਲੜਾ ਦੇ ਬਾਰੇ ਅੱਜ ਤੱਕ ਕਦੀ ਕਿਸੇ ਨੇ ਕੋਈ ਦੱਸਿਆ ਨਹੀਂ ਸੀ ਕਿ ਉਹ ਕਿੱਥੇ ਗਿਆ। ਇਹ ਖਦਸ਼ਾ ਆ ਸਾਰੀ ਕੌਮ ਨੂੰ ਹੀ, ਸਾਰੇ ਉਹਦੇ ਸਮਰਥਕਾਂ ਨੂੰ। ਔਰ ਜਿਹੜੀ ਇਹ ਰੇੜੀ ਦੇ ਉੱਤੇ ਜਾਂਦਾ ਵਿਖਾਇਆ ਜਾ ਰਿਹਾ ਹੈ ਉਹ ਕਿੰਨਾ ਮਤਲਬ ਇੱਕ ਆਮ ਅਨਪੜ੍ਹ ਬੰਦਾ ਵੀ ਅੰਦਾਜ਼ਾ ਲਾ ਲਿਆ ਕਿ ਇੰਨੀ ਪੁਲਿਸ ਦਾ ਘੇਰਾ ਪਿਆ ਹੋਇਆ ਆ ਤੇ ਇੱਕ ਆਦਮੀ ਰੇੜੀ ਤੇ ਇਕੱਲਾ ਸੜਕ ਦੇ ਉੱਤੇ ਉਹ ਦਿਸ ਰਿਹਾ ਤੇ ਪੁਲਿਸ ਨੂੰ ਨਹੀਂ ਪਤਾ ਲੱਗਦਾ, ਉਹਨੂੰ ਸ਼ੱਕ ਨਹੀਂ ਪੈਂਦਾ ਵੀ ਕੋਈ ਬੰਦਾ ਜਾ ਰਿਹਾ ਹੈ। ਐਕਚੁਅਲੀ ਗੱਲ ਇਹ ਹੈ ਕਿ 1984 ਦੇ ਵਿੱਚ ਜਿਸ ਤਰੀਕੇ ਨਾਲ ਸਿੱਖ ਕਮਿਊਨਿਟੀ ਨੂੰ ਸਾਰੇ ਭਾਰਤ ਵਿੱਚ ਬਦਨਾਮ ਕਰ ਦਿੱਤਾ ਗਿਆ ਸੀ ਤੇ ਵੋਟਾਂ ਲੈਣ ਦੇ ਲਈ ਅੱਜ ਫੇਰ ਹੁਣ 2024 ਚ ਵੋਟਾਂ ਦਾ ਵੇਲਾ ਆਇਆ ਆ ਔਰ ਬੜੇ ਗਲਤ ਤਰੀਕੇ ਨਾਲ ਇੱਕ ਆਮ ਜਿਹੇ ਬੰਦੇ ਕੋਈ ਪੱਠੇ ਵਾਢਿਆ ਇਹ ਕੋਈ ਉਹਦੇ ਨਾਲ ਸਿਕਿਉਰਿਟੀ ਉਹਦੀ ਦੇ ਲਈ ਖੜਾ ਸੀ, ਉਹ ਸਾਰਿਆਂ ਦੇ ਉੱਤੇ NSA ਲਾ ਦਿੱਤੀ ਗਈ ਆ। ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੋਇਆ, ਕੋਈ ਐਕਟੀਵਿਟੀ ਨਹੀਂ ਹੋਈ। ਸਿਰਫ ਸਵਾਲ ਲਈਓ ਸਰ, ਕ੍ਰਾਈਮ ਹੋਇਆ ਨਹੀਂ, ਕੋਈ ਐਕਟੀਵਿਟੀ ਹੋਈ ਨਹੀਂ। ਸਰ ਸਵਾਲ ਲਓ ਸਰ ਕਿਰਪਾ ਕਰਕੇ, ਕੋਈ ਕ੍ਰਾਈਮ ਨਹੀਂ ਹੋਇਆ, ਐਕਟੀਵਿਟੀ ਨਹੀਂ ਹੋਈ, ਫਿਰ ਆਪਾਂ ਡਰ ਕਾਤੋਂ ਰਹੇ ਹਾਂ ਸਰ? ਪਹਿਲਾ ਸਵਾਲ। ਦੂਜਾ, ਜੇ ਉਹ ਕੰਮ ਚੰਗੇ ਕਰਦਾ ਸੀਗਾ ਤਾਂ ਫਿਰ ਖੜ ਜਾਂਦਾ ਨਾ। ਚੰਗੇ ਕੰਮ ਕਰਨ ਵਾਲੇ ਬੰਦੇ ਨੂੰ ਤਾਂ ਫਿਰ ਉਹਨਾਂ ਚੰਗੇ ਕੰਮਾਂ ਤੇ ਪਹਿਰਾ ਦੇਣਾ ਚਾਹੀਦਾ ਸੀ ਨਾ ਸਰ। ਇਸ ਤਰੀਕੇ ਦੇ ਨਾਲ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਦੁਮ ਕੇ ਭੱਜ ਰਿਹਾ ਹੈ, ਫਿਰ ਆ ਕਾਤੋਂ ਕਿਉਂ ਭੱਜ ਰਿਹਾ ਸਰ? ਜਦੋਂ ਪੁਲਿਸ ਗਲਤ ਤਰੀਕਾ ਅਖਤਿਆਰ ਕਰ ਕਿਹੜਾ ਗਲਤ ਤਰੀਕਾ ਸਰ? ਸਿਖਰ ਦੁਪਹਿਰੇ ਚਿੱਟੇ ਦਿਨ ਅਗਰ ਪੁਲਿਸ ਜਾ ਰਹੀ ਹੈ, ਗਲਤ ਤਰੀਕਾ ਕੀ ਹੋਇਆ ਸਰ? ਘਰ ਵਿੱਚੋਂ ਕਿਉਂ ਨਹੀਂ ਅਰੈਸਟ ਕਰ ਲਿਆ ਗਿਆ? ਸਰ ਤਰੀਕੇ ਦੇ ਨਾਲ ਪੁਲਿਸ ਨੇ ਪਹਿਲੇ ਸਵਾਲ ਲੈ ਲਓ ਫਿਰ ਦੱਸ ਦਿਓ, ਪਹਿਲੇ ਸਵਾਲ ਲੈ ਲਓ ਫਿਰ ਦੱਸ ਦਿਓ, ਮੈਂ ਬਾਕੀ ਪੈਨਲਿਸ को भी जाना है। सर पुलिस अगर सवेरे आ रही है, दिन दिहाड़ी आ रही है, राती जाके नहीं चुक रही है, एक गल है। पुलिस सवेरे आ रही है, सवेरे आके ਤੁਹਾਨੂੰ अगर रोक रही है, डिटेन करने ਲਈ ਕਹਿ ਰਹੀ ਹੈ, ਗੱਲ ਸੁਣੇ ਬਿਨਾਂ ਹੀ ਆਪਾਂ ਭੱਜ ਲਏ ਸਹੂਲਤਾਂ ਲੈਂਦੇ। ਸਰ ਘਰ ਦਾ ਕੀ ਮਤਲਬ ਹੈ ਸਰ? ਇਹ ਤਾਂ ਪੁਲਿਸ ਨੇ ਦੇਖਣਾ, ਉਹਨੇ ਕਿੱਥੇ ਕਰਨਾ ਸਰ? ਇਟ ਇਜ਼ ਅਪ ਟੂ ਦਾ ਏਜੰਸੀਜ਼ ਜਿਹੜੀਆਂ ਲਾਅ ਐਂਡ ਆਰਡਰ ਲੈ ਕੇ ਚੱਲਦੀਆਂ, ਕਿਵੇਂ ਉਹਨਾਂ ਨੇ ਮੇਨਟੇਨ ਕਰਨਾ। ਘਰ ਦੀ ਕਿਹੜੀ ਗੱਲ ਹੈ? ਘਰ ਹੋਵੇ ਬਾਹਰ ਹੋਵੇ, ਸੀਗਾ ਤਾਂ ਪੰਜਾਬ ਨਾ। ਪ੍ਰੋਬਲਮ ਕੀ ਹੈ? ਪਿਛਲੇ ਸਮਿਆਂ 'ਚ ਬੜਾ ਕੁਝ ਬਚ ਰਿਹਾ। ਪਿਛਲੇ ਸਮਾਂ ਛੱਡੋ, ਅੱਜ ਦੀ ਗੱਲ ਕਰੋ ਸਰ। ਸਰ ਪਿਛਲਾ ਸਮਾਂ ਛੱਡੋ, ਅੱਜ ਦੀ ਗੱਲ ਕਰੋ। ਅੱਜ ਦੀ ਗੱਲ ਹੋ ਰਹੀ ਹੈ, 6 ਦਿਨ ਹੋ ਗਏ। ਹਾਂਜੀ, ਅੱਜ ਦੀ ਗੱਲ ਕੀ ਕਰਨੀ ਹੈ ਜੀ ਸਰ? ਅੱਜ ਜੋ ਹੋ ਰਿਹਾ ਕਿਉਂ ਭੱਜਿਆ? ਸਵਾਲ ਤਾਂ ਇਹ ਹੈ। ਤੁਸੀਂ ਕਹਿੰਦੇ ਪਿਛਲੇ ਸਮੇਂ 'ਚ ਹੁੰਦਾ ਸੀਗਾ ਸਰ, ਅੱਜ ਦਾ ਕੈਮਰਾ ਵੀ ਹੈ, ਤੁਸੀਂ ਵੀ ਬੈਠੇ ਹੋ, ਸਾਰੀ ਚੀਜ਼ਾਂ ਲਾਈਵ ਹੋ ਰਹੀਆਂ ਸਰ, ਆਪਾਂ ਦੇਖ ਰਹੇ ਹਾਂ। ਤੁਸੀਂ ਇਹ ਪੁਲਿਸ ਕਹਿੰਦੀ ਨਾ ਭੱਜਿਆ, ਅਸੀਂ ਕਹਿੰਦੇ ਫੜਿਆ, ਅਸੀਂ ਕਹਿੰਦੇ ਅਰੈਸਟ ਕੀਤਾ, ਉਹਨੂੰ ਸ਼ੋਅ ਨਹੀਂ ਕੀਤਾ ਗਿਆ। ਠੀਕ ਹੈ, ਤੁਸੀਂ ਕਹਿ ਰਹੇ ਹੋ ਫੜਿਆ ਗਿਆ। ਹੁਣੇ ਆਈਜੀ ਸਾਹਿਬ ਦੀ ਮੈਂ ਪੀਸੀ ਸੁਣ ਰਿਹਾ ਸੀਗਾ, ਉਹ ਕਹਿੰਦੇ ਸਾਡੇ ਉੱਪਰ ਸਵਾਲ ਆ ਰਹੇ ਸੀ ਕਿ ਨਹੀਂ ਪੁਲਿਸ ਨੇ ਫੜਿਆ। ਕਹਿੰਦੇ ਤੁਹਾਡੇ ਸਾਹਮਣੇ ਦੇਖ ਲਓ ਵੀਡੀਓ ਫੁਟੇਜਸ ਆ ਰਹੀਆਂ, ਅੱਗੇ ਤੋਂ ਅੱਗੇ ਭੱਜੀ ਜਾ ਰਿਹਾ ਭੇਸ ਬਦਲ ਕੇ। ਕਹਿੰਦੇ ਅਸੀਂ ਕੀ ਕਰੀਏ, ਫੜ ਲਾਂਗੇ, ਚਲੋ ਕਾਨੂੰਨ ਦੇ ਹੱਥ ਲੰਮੇ ਹੁੰਦੇ ਆ। ਸਰੀਨ ਸਾਹਿਬ ਕਿਵੇਂ ਸਮਝੀਏ ਸਰ? ਆਲਰਾਈਟ ਸਰ, ਮੈਂ ਬਾਕੀਆਂ ਕੋਲ ਵੀ ਜਾਣਾ, ਆਈ ਟੇਕ ਦਾ ਪੁਆਇੰਟ ਸਰ, ਆਈ ਕਮ ਬੈਕ। ਸਰੀਨ ਸਾਹਿਬ ਕਿਵੇਂ ਸਮਝੀਏ, ਕਿਉਂਕਿ ਉਪਕਾਰ ਜੀ ਨੂੰ ਤਾਂ ਭਰੋਸਾ ਹੀ ਨਹੀਂ ਹੈ, ਕਹਿੰਦੇ ਪੁਲਿਸ ਨੇ ਫੜ ਲਿਆ, ਉਹ ਕਹਿੰਦੇ ਕ੍ਰਾਈਮ ਤਾਂ ਕੋਈ ਹੋਇਆ ਹੀ ਨਹੀਂ ਹੈ। ਸਰ ਫਿਰ ਹੋਇਆ ਨਹੀਂ ਤਾਂ ਸਰ ਫਿਰ ਆਪਾਂ ਭੱਜ ਕਾਤੋਂ ਰਹੇ ਹਾਂ? ਸਵਾਲ ਤਾਂ ਬਹੁਤ ਵੱਡਾ ਹੈ। गौरव जी, मैं समझदा कि ऑलमोस्ट भुल्लर साहब ने भी और अपने जगरूप जी ने भी और शायद ਜਿਹੜੇ ਇਹਨਾਂ ਦੇ ਉਪਕਾਰ ਸਿੰਘ ਜੀ ਨੇ ਵੀ ਅੱਸੀ ਦਾ ਦਾਕਾ ਜਿਹੜਾ ਹੈਗਾ ਆਪਣੇ ਪਿੰਡਾਂ ਤੇ ਹੰਡਾਇਆ ਹੋਇਆ ਸਾਰਿਆਂ ਨੇ।
ਔਰ ਕੋਈ ਵੀ ਪੰਜਾਬੀ ਇਹ ਨਹੀਂ ਚਾਹੇਗਾ ਕਿ 80 ਦਾ ਦਹਾਕਾ ਜਿਹੜਾ ਅਸੀਂ ਸਾਰਿਆਂ ਨੇ ਦੇਖਿਆ ਉਹ ਦੁਬਾਰਾ ਆਵੇ। ਔਰ ਪੰਜਾਬ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਕਿ ਅਮਨ ਸ਼ਾਂਤੀ ਰਵੇ, ਭਾਈਚਾਰਾ ਕਾਇਮ ਰਵੇ, ਕੋਈ ਕਿਸੇ ਤਰ੍ਹਾਂ ਦਾ ਫਿਰਕੀ ਤਣਾਅ ਨਾ ਹੋਵੇ। ਠੀਕ ਹੈ, ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਅਸੀਂ ਅੱਜ ਇਹ ਗੱਲਾਂ ਕਰ ਰਹੇ ਹਾਂ ਜੀ ਕਿ ਉਹ ਫੜ ਲਿਆ ਕਰ ਲਿਆ, ਕਿੰਤੂ ਪਰੰਤੂ ਮੈਂ ਸਮਝਦਾ ਹੈਗਾ ਕਿ ਜਿੱਥੇ ਤੱਕ ਅਮਨ ਸ਼ਾਂਤੀ ਬਣਾਏ ਰੱਖਣ ਦਾ ਸਵਾਲ ਹੈ, ਜਿੱਥੇ ਆਪਸੀ ਭਾਈਚਾਰਾ ਬਣਾਏ ਰੱਖਣ ਦਾ ਸਵਾਲ ਹੈ, ਸਰਕਾਰ ਜੋ ਵੀ ਕਦਮ ਚੱਕੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਹੈ। ਲੇਕਿਨ ਉਹਦੇ ਨਾਲ ਨਾਲ ਅਸੀਂ ਸਰਕਾਰ ਕੋਲੋਂ ਇਹ ਵੀ ਉਮੀਦ ਕਰਦੇ ਹਾਂ ਕਿ ਕਿਸੇ ਨਾਲ ਕੋਈ ਨਜਾਇਜ਼ ਨਹੀਂ ਹੋਏਗੀ। ਬਿਲਕੁਲ। ਕੋਈ ਬੱਚਾ ਜਿਹੜਾ ਹੈਗਾ ਵਾ ਸ਼ੱਕ ਦੇ ਆਧਾਰ ਤੇ ਜੇ ਕੀਤਾ ਹੈ, ਵੈਸੇ ਅੱਜ ਪੀਸੀ ਚ ਆਈਜੀ ਸਾਹਿਬ ਨੇ ਕਿਹਾ ਵੀ ਹੈ, ਲੇਕਿਨ ਸਾਡੀ ਵੀ ਇਹ ਮੰਗ ਹੈ ਕਿ ਕਿਸੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। ਲੇਕਿਨ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ, ਪੰਜਾਬ ਦੇ ਇੱਕ ਵਾਰੀ ਫੇਰ ਜਿਹੜਾ ਹੈਗਾ ਅਸੀਂ ਦਾ ਧਾਕਾ ਲਿਆਉਣਾ ਚਾਹੁੰਦੇ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਰ ਹੁਣ ਦੇਖੋ ਸਵਾਲ ਖੜੇ ਕਿੱਦਾਂ ਹੁੰਦੇ ਆ ਸਰ। ਅਸੀਂ ਆਪਣੇ ਸੂਬੇ ਨੂੰ, ਆਪਣੇ ਮੁਲਕ ਨੂੰ ਹਮੇਸ਼ਾ ਅੱਗੇ ਵਧਦੇ ਆ ਦੇਖਣਾ ਚਾਹੁੰਦੇ ਆ। ਹੁਣ ਅਗਰ ਤੁਸੀਂ ਬੁਲੇਟ ਪ੍ਰੂਫ ਜੈਕਟਸ ਰੱਖ ਰਹੇ ਹੋ, ਯੂ ਆਰ ਮੇਕਿੰਗ ਦਾ AKF ਫੋਰਸ। ਅੱਜ ਜਿਹੜੇ ਰੈਵੂਲੇਸ਼ਨਸ ਹੋਏ ਆ, ਉੱਥੇ ਬੰਦੂਕ ਚਲਾਉਣ ਦੀਆਂ ਟ੍ਰੇਨਿੰਗਾਂ ਹੋ ਰਹੀਆਂ ਆ, ਉੱਥੇ ਤੁਹਾਨੂੰ ਐਮੂਨੇਸ਼ਨ ਮਿਲਦਾ ਪਿਆ, ਪੈਸਾ ਫੋਰਨ ਤੋਂ ਫੰਡਿੰਗ ਕਰੋੜਾਂ ਰੁਪਏ ਤੁਹਾਡੇ ਕੋਲ ਆ ਰਿਹਾ ਹੈ। ਕਿਸ ਵਾਸਤੇ ਆ ਰਿਹਾ? ਤੇ ਦੇਸ਼ ਦੀ ਏਜੰਸੀਆਂ ਜਾਂਚ ਨਹੀਂ ਕਰਨਗੀਆਂ ਤੇ ਕਿਉਂ ਨਹੀਂ ਕਰਨਗੀਆਂ? ਤੇ ਜਦੋਂ ਜਾਂਚ ਕਰਕੇ ਉਹਨੂੰ ਪੁੱਛਣ ਜਾ ਰਹੇ ਆ ਤੇ ਬੰਦਾ ਭੱਜ ਰਿਹਾ। ਹੁਣ ਤੁਸੀਂ ਕਹਿੰਦੇ ਹੋ ਜੀ ਪੁਲਿਸ ਗਲਤ ਕਰ ਰਹੀ ਹੈ ਜਾਂ ਪੁਲਿਸ ਇਹ ਕਰ ਰਹੀ ਹੈ। ਸਰ ਕਾਈਂਡਲੀ ਟੇਕ ਮਾਈ ਕੁਐਸਚਨ। ਸਵਾਲ ਇਹ ਹੈ ਸਰ, ਅਗਰ ਅਸੀਂ ਵਿਸ਼ਵਾਸ ਕਰੀਏ ਤੇ ਕਿਸ ਤੇ ਕਰੀਏ ਸਰ? ਸਵਾਲ ਤਾਂ ਇਹ ਹੈ, ਬੰਦੇ ਫਿਰ ਦੋਨੋਂ ਹੋਣ ਨਾ ਸਰ, ਦੋਨੋਂ ਪੱਖ ਹੋਣਗੇ, ਦੋਨੋਂ ਦੇ ਸਵਾਲ ਸੁਣ ਲਾਂਗੇ। ਇੱਕ ਪੱਖ ਤਾਂ ਸਰ ਫਿਰ ਹੈ ਹੀ ਨਹੀਂ ਨਾ। ਅਗਰ ਉਹ ਹੁੰਦਾ, ਖੜਦਾ, ਕਹਿੰਦਾ ਤੇ ਸੁਣਦੇ ਤਾਂ ਤੇ ਖਾਂਦੇ ਵੀ। ਪਰ ਅੱਜ ਅਗਰ ਪੁਲਿਸ ਕਰ ਰਹੀ ਹੈ, ਲਾਅ ਅਬਾਈਡਿੰਗ ਏਜੰਸੀ ਹੈ, ਉਹਨਾਂ ਤੇ ਤਾਂ ਯਕੀਨ ਕਰਾਂਗੇ ਨਾ ਸਰ, ਜਿਹੜੇ ਕਾਨੂੰਨ ਨੂੰ ਅੱਗੇ ਲੈ ਕੇ ਜਾ ਰਹੇ। ਗੌਰਵ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਗੌਰਵ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜਿੱਥੇ ਤੱਕ ਅੰਮ੍ਰਿਤਪਾਲ ਦਾ ਸਵਾਲ ਹੈਗਾ, ਦੇਖੋ ਪੰਜਾਬ ਦੇ ਨੌਜਵਾਨਾਂ ਨੂੰ ਕਿੱਦਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਸੀਗੀ। ਆਪਾਂ ਸਾਰੇ ਤੁਹਾਡੇ ਡਿਬੇਟਸ ਵੀ ਹੋਈਆਂ ਔਰ ਤੁਹਾਡੇ ਚੈਨਲਸ ਔਰ ਬਾਕੀ ਚੈਨਲਸ ਨੇ ਵੀ ਦਿਖਾਇਆ ਕਿ ਜਿਹੜਾ ਸਿਰ ਦੇਣ ਨੂੰ ਤਿਆਰ ਹੈ ਮੇਰੇ ਨਾਲ ਉਹੀ ਆ ਕੇ ਖੜੇ, ਬਾਕੀ ਕੋਈ ਨਾ ਆਵੇ। ਸਹੀ ਹੈ ਗਲਤ ਹੈ ਉਹ ਇੱਕ ਆਪਾਂ ਅਲੱਗ ਤਰੀਕੇ ਨਾਲ ਦੇਖ ਲੈਂਦੇ ਆ। ਬਿਲਕੁਲ। ਅੱਜ ਤੇ ਆਪ ਭਗੌੜਾ ਹੋਇਆ ਪਿਆ। ਕਿੱਥੇ ਗਏ ਉਹ ਸਿਰ ਦੇਣ ਵਾਲੇ? ਕਿੱਥੇ ਮੈਂ ਆ ਗਿਆ ਜੀ, ਮੈਂ ਮੇਰੇ ਨਾਲ ਖੜ ਜਾਓ ਜੀ, ਇਹ ਕਰ ਜੋ। ਜਿਹੜਾ ਆਪ ਹੀ ਭਗੌੜਾ ਹੈ ਉਹ ਤੇ ਇਹ ਸਮਝ ਲਓ ਕਿ ਸ਼ੇਰ ਦਾ ਬਾਣੇ ਦੇ ਵਿੱਚ ਗਿੱਦੜ ਸੀਗਾ ਜਿਹੜਾ ਐਕਸਪੋਜ਼ ਹੋ ਗਿਆ। ਔਰ ਜਿਸ ਤਰੀਕੇ ਦੇ ਨਾਲ ਉਸਨੇ ਅਜਨਾਲਾ ਦੇ ਵਿੱਚ ਤਸ਼ੱਦਦ ਕੀਤੀ, ਉਹਦੇ ਨਾਲ ਪੰਜਾਬ ਦੇ ਇੱਕ ਵਾਰੀ ਜ਼ਰੂਰ ਸਾਰੇ ਪੰਜਾਬੀ ਜਿਹੜੇ ਹੈਗੇ ਸੀਗੇ ਇੱਕ ਵਾਰੀ ਜ਼ਰੂਰ ਸਹਿਮੇ ਕਿ ਕਿਆ ਅਸੀਂ 80 ਦੇ ਦਸ਼ਕ ਵੱਲ ਤਾਂ ਨਹੀਂ ਜਾ ਰਹੇ। ਜਿਸ ਤਰੀਕੇ ਦੇ ਨਾਲ ਪੁਲਿਸ ਦੇ ਉੱਤੇ ਜਿਹੜਾ ਹੈਗਾ ਤਲਵਾਰਾਂ ਚਲਾਈਆਂ ਗਈਆਂ, ਲਾਠੀਆਂ ਚਲਾਈਆਂ ਗਈਆਂ, ਸਾਡੇ ਪੁਲਿਸ ਦੇ ਕਰਮੀ ਇੰਜਰਡ ਹੋਏ। ਅਸੀਂ ਤੇ ਕਹਿੰਦੇ ਹਾਂ ਕਿ ਇਹਦੇ ਤੇ ਪਹਿਲਾਂ ਹੀ ਐਕਸ਼ਨ ਕਰ ਲੈਣਾ ਚਾਹੀਦਾ ਸੀਗਾ। ਇਹ ਸਥਿਤੀ ਅੱਜ ਦੀ ਪੈਦਾ ਹੀ ਨਹੀਂ ਹੁੰਦੀ। ਲੇਕਿਨ ਠੀਕ ਹੈ, ਜੇ ਹੁਣ ਅੱਜ ਸਰਕਾਰ ਜਿਹੜੀ ਹੈਗੀ ਅਮਨ ਸ਼ਾਂਤੀ ਬਣਾਉਣ ਵਾਸਤੇ ਕੋਈ ਕਦਮ ਚੱਕੇਗੀ ਤੇ ਮੈਂ ਸਮਝਦਾ ਸਾਰੇ ਪੰਜਾਬੀਆਂ ਨੂੰ ਉਹਦੇ ਵਾਸਤੇ ਖੜਨਾ ਚਾਹੀਦਾ ਹੈ। ਔਰ ਸਰਕਾਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਕਿਸੇ ਬੇਗੁਨਾਹ ਜਿਹੜਾ ਹੈਗਾ ਇਹਦੇ ਇਸ ਅਮਨ ਸ਼ਾਂਤੀ ਕਾਇਮ ਰੱਖਣ ਦੇ ਵਿੱਚ ਕੋਈ ਕਿਸੇ ਬੇਗੁਨਾਹ ਦੇ ਉੱਤੇ ਨਾ ਕੋਈ ਅਸੀਂ ਆ ਜਾਏ। ਸਾਨੂੰ ਕੌਸ਼ਸਲੀ ਚੱਲਣਾ ਪਏਗਾ। ਬਿਲਕੁਲ ਠੀਕ ਗੱਲ ਹੈ ਰਾਣਾ ਚਾਲ ਸਾਹਿਬ। ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਹੁਤ ਦਰੁਸਤ ਤੁਸੀਂ ਕਿਹਾ, ਕਿਉਂਕਿ ਕੋਈ ਬੇਗੁਨਾਹ ਜਿਹੜਾ ਹੈ ਨਾ ਸਰ, ਉਸ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਉਸ ਦੇ ਉੱਪਰ ਤਸ਼ੱਦਦ ਨਹੀਂ ਹੋਣੀ ਚਾਹੀਦੀ। 100% ਐਗਰੀ ਸਰ, ਇਹ ਤਾਂ ਹੋਣਾ ਵੀ ਚਾਹੀਦਾ, ਗੱਲ ਵੀ ਠੀਕ ਹੈਗੀ ਹੈ, ਕਿਉਂਕਿ ਕਾਨੂੰਨ ਹੈਗਾ ਆਪਣੇ ਦੇਸ਼ ਦੇ ਵਿੱਚ ਤੇ ਕਾਨੂੰਨ ਆਪਣਾ ਕੰਮ ਕਰਦਾ ਤੇ ਉਹਨੂੰ ਆਪਣਾ ਕੋਰਸ ਲੈਣਾ ਚਾਹੀਦਾ। ਚਾਲ ਸਾਹਿਬ ਕਿਵੇਂ ਸਮਝੀਏ? ਕਿਉਂਕਿ ਦੇਖੋ ਅਸੀਂ ਸਰਕਾਰ ਨੂੰ ਵੀ ਬੁਲਾਇਆ, ਸਰਕਾਰ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਬੁਲਾਇਆ ਸੀਗਾ, ਤੇ ਰੋਜ਼ ਬੁਲਾਣੇ ਨਹੀਂ ਆਉਂਦੇ, ਉਹਨਾਂ ਦੀ ਮਰਜ਼ੀ ਹੈ। ਸਾਡਾ ਫਰਜ਼ ਹੈ, ਕਿਉਂਕਿ ਸਾਡਾ ਪਲੇਟਫਾਰਮ ਪੰਜਾਬ ਦਾ ਪਲੇਟਫਾਰਮ ਹੈ, ਸਾਰੀ ਪਾਰਟੀਆਂ ਨੂੰ ਇਨਵਾਈਟ ਕਰਨਾ ਆਪਣੇ ਵਿਚਾਰ ਰੱਖਣ ਦੇ ਲਈ। ਜਿਹੜੇ ਆਉਂਦੇ ਨੇ ਉਹ ਵੀ ਜੀ ਆਏ ਨੂੰ, ਜਿਹੜੇ ਨਹੀਂ ਆਉਂਦੇ ਇਹ ਉਹਨਾਂ ਦੀ ਮਰਜ਼ੀ ਹੈ। ਤੇ ਚਾਲ ਸਾਹਿਬ ਆਪਾਂ ਕਿਸ ਤਰੀਕੇ ਨਾਲ ਸਮਝੀਏ? 6 ਦਿਨ ਹੋ ਗਏ, ਅੰਮ੍ਰਿਤਪਾਲ ਐਬਸਕੌਂਡਿੰਗ ਹੈ, ਹੀ ਇਜ਼ ਔਨ ਦਾ ਰਨ, ਹੀ ਇਜ਼ ਐਸਕੇਪਿੰਗ। ਅੱਜ ਆਪਣੇ ਪੰਜਾਬ ਦੇ ਸ਼ਾਹਕੋਟ ਤੋਂ ਸ਼ਾਹਬਾਦ ਪਹੁੰਚ ਗਿਆ। ਹੁਣ ਸ਼ਾਹਬਾਦ ਤੋਂ ਪਤਾ ਨਹੀਂ ਇਹਨੇ ਕਿੱਥੇ ਕਿੱਥੇ ਜਾਣਾ ਹੈ, ਕਿਹੜੇ ਰਸਤੇ ਜਾਂਦਾ। 4 ਥਿਊਰੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਵੀ ਰਹੀਆਂ, ਕਿਤੇ ਨਾ ਕਿਤੇ ਹੀ ਇਜ਼ ਟ੍ਰਾਈਂਗ ਟੂ ਐਸਕੇਪ ਇੰਡੀਆ ਆਈ ਗੈਸ। ਕਿਵੇਂ ਦੇਖੀਏ ਸਰ? ਦੇਖੋ, ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਰੂਲਿੰਗ ਗਵਰਨਮੈਂਟ ਦਾ ਕੋਈ ਨੁਮਾਇੰਦਾ ਨਹੀਂ ਹੁੰਦਾ, ਇਹਦਾ ਮਤਲਬ ਇਹ ਉਹਨਾਂ ਕੋਲ ਇਸ ਗੱਲ ਦਾ ਜਵਾਬ ਹੈ ਨਹੀਂ। ਜੋ ਅੱਜ ਪੰਜਾਬ ਦਾ ਮਾਹੌਲ ਬਣਿਆ ਉਹਦਾ ਉਹਨਾਂ ਕੋਲ ਜਵਾਬ ਹੈ ਨਹੀਂ, ਤਾਂ ਹੀ ਉਹ ਆ ਕੇ ਗੱਲ ਦਾ ਕੁਝ ਪਰਚੀ ਕਰ ਲੈਂਦੇ ਨਹੀਂ। ਜਿਸ ਤਰ੍ਹਾਂ ਤੁਸੀਂ ਅੰਮ੍ਰਿਤਪਾਲ ਦੀ ਗੱਲ ਕੀਤੀ, ਮੈਂ ਅੰਮ੍ਰਿਤਪਾਲ ਖੜ ਕੇ ਆਪਦਾ ਪੱਖ ਰੱਖਦੇ ਵੀ ਆ ਕੇ ਉੱਥੇ ਪੱਖ ਰੱਖਦੇ। ਹੁਣ ਤੁਸੀਂ ਗੱਲ ਕਰ ਰਹੇ ਹੋ, ਮੈਂ ਸਮਝਦਾ ਇਟਸ ਅ ਟੋਟਲ ਫੇਲੀਅਰ ਆਫ ਗਵਰਨਮੈਂਟ ਤੇ ਪੰਜਾਬ ਪੁਲਿਸ ਦਾ।
ਕਿਉਂਕਿ ਜਦੋਂ ਕਾਂਗਰਸ ਪਾਰਟੀ ਪਹਿਲੇ ਦਿਨ ਦੀ ਇਹ ਗੱਲ ਕਹਿੰਦੀ ਹੁੰਦੀ ਆ ਵੀ ਪੰਜਾਬ ਦੇ ਵਿੱਚ ਏਦਾਂ ਦਾ ਕੋਈ ਨਾ ਕੋਈ ਵਾਕਾ ਹੋ ਸਕਦਾ ਜਾਂ ਏਦਾਂ ਦੀ ਕੋਈ ਕਾਰਵਾਈਆਂ ਚੱਲ ਰਹੀਆਂ ਜਿਹਦੇ ਉੱਤੇ ਧਿਆਨ ਕੀਤਾ ਜਾਵੇ। ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਆਇਆ ਆਪਣੇ ਉਹਨਾਂ ਨੇ ਲੈਟਰ ਲਿਖਿਆ, ਉਦੋਂ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਕਾਂਗਰਸ ਪਾਰਟੀ ਇਸ ਗੱਲ ਤੇ ਸਵਾਲ ਨਹੀਂ ਕਰ ਸਕਦੀ ਕਿਉਂਕਿ ਤੁਸੀਂ ਤਾਂ ਖੁਦ ਲੜਕੀ ਹੋ, ਤੁਸੀਂ ਤਾਂ ਹਰਮੰਦਰ ਸਾਹਿਬ ਦੇ ਉੱਪਰ ਟੈਂਕੀ ਚੜਾਈ ਸੀ, ਇਹਨਾਂ ਦੀ ਏਦਾਂ ਦੀਆਂ ਚਿੱਠੀਆਂ ਹੁੰਦੀਆਂ ਸੀ। ਚਲੋ ਅਜਨਾਲੇ ਵਾਲੀ ਘਟਨਾ ਹੋ ਗਈ, ਕੀ ਜਦੋਂ ਅਜਨਾਲੇ ਵਾਲੀ ਘਟਨਾ ਹੋਈ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਵੀ ਅਜਨਾਲੇ ਦੇ ਏਦਾਂ ਦੀ ਘਟਨਾ ਹੋਣੀ ਆ ਜਾਂ ਇੰਟੈਲੀਜੈਂਸ ਵਾਲਿਆਂ ਨੂੰ ਜਾਣਕਾਰੀ ਨਹੀਂ ਸੀ? ਉਹ ਬੰਦਾ 2 ਦਿਨ ਪਹਿਲਾਂ ਇਹ ਗੱਲ ਕਹਿ ਰਿਹਾ ਕਿ ਜੀ ਅਸੀਂ ਅਜਨਾਲੇ ਪਹੁੰਚਾਂਗੇ, ਅਜਨਾਲੇ ਪਹੁੰਚ ਕੇ ਏਦਾਂ ਦੀ ਅੰਜਾਮ ਦੇਵਾਂਗੇ, ਤੇ ਉਦੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਕਾਂਗਰਸ ਪਾਰਟੀ ਨੇ ਆਵਾਜ਼ ਚੱਕੀ ਕਿ ਜੀ ਫੇਲੀਅਰ ਆਫ ਲਾਅ ਐਂਡ ਆਰਡਰ ਹੈ, ਜੇ ਹੁਣੇ ਏਦਾਂ ਥਾਣੇ ਘੇਰਨ ਲੱਗ ਜਾਂ ਏਦਾਂ ਦੀਆਂ ਗਤੀਵਿਧੀਆਂ ਹੋਣ ਲੱਗ ਗਿਆ, ਪੰਜਾਬ ਕਿਸ ਪਾਸੇ ਜਾ ਰਹੇ? ਸਿਰਫ ਗੱਲ ਕੀ ਆ ਗੌਰਵ ਜੀ, ਇਟਸ ਅ ਜੁਆਇੰਟ ਆਪਰੇਸ਼ਨ ਬਿਟਵੀਨ ਸੈਂਟਰਲ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ। ਇਹ ਕਿਤੇ ਨਾ ਕਿਤੇ ਆਪਦਾ ਜਿਹੜਾ ਇੱਕ ਪੋਲਰਾਈਜੇਸ਼ਨ ਮੂਡ ਦੀ ਕੇਂਦਰ ਦੀ ਸਰਕਾਰ ਕਰਨਾ ਚਾਹੁੰਦੀ ਹੈ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਇਹਨਾਂ ਨੂੰ ਜਲੰਧਰ ਦੀ ਇਲੈਕਸ਼ਨ ਦਿਸ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਸਰਕਾਰ ਬਣਨ ਵੇਲੇ ਉੱਥੋਂ ਦੀ ਸੰਗਰੂਰ ਦੀ ਇਲੈਕਸ਼ਨ ਹੋਈ,